ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ ਹਾਂ। ਸੋਮਵਾਰ ਤੋਂ ਸ਼ਨੀਵਾਰ ਭਾਰਤੀ ਸਮਾਂ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਲਗਾਤਾਰ 6 ਦਿਨ ਸੋਮਵਾਰ ਤੋਂ ਸ਼ਨੀਵਾਰ ਇਹ ਪ੍ਰੋਗਰਾਮ 2 ਘੰਟੇ ਸਵੇਰੇ 8 ਤੋਂ 10 ਅਤੇ ਸ਼ਾਮ ਨੂੰ 7 ਤੋਂ 9 ਲਾਈਵ ਹੁੰਦਾ ਹੈ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਪਟਿਆਲਾ ਸਟੂਡੀਓ ਤੋਂ, ਜਿਸ ਦੇ ਵਿੱਚ ਤੁਸੀਂ ਵੀ ਨਾਲ ਜੁੜਦੇ ਹੋ। ਫ਼ੋਨ ਨੰਬਰ 9876309655 9887630965 ਫ਼ੋਨ ਨੰਬਰ ਹੈ। ਤੁਸੀਂ ਵਟਸਐਪ ਕਾਲ ਵੀ ਇਸ ਨੰਬਰ 'ਤੇ ਕਰ ਸਕਦੇ ਹੋ, ਦੂਸਰੀ ਕਾਲ ਵੀ ਕਰ ਸਕਦੇ ਹੋ। ਰਿਕਾਰਡਡ ਸੁਨੇਹਾ ਹੋਵੇ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਵੀ ਉਹ ਪ੍ਰੋਗਰਾਮ ਦੇ ਵਿੱਚ ਪਲੇ ਕੀਤਾ ਜਾਏਗਾ। ਤੁਸੀਂ ਰਿਪੀਟ ਪ੍ਰੋਗਰਾਮ ਸੁਣਦੇ ਹੋ ਅਤੇ ਉਸ ਰਿਪੀਟ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਹੋ ਜਾਂ ਪ੍ਰੋਗਰਾਮ ਲਾਈਵ ਦੇ ਵਿੱਚ ਤੁਹਾਨੂੰ ਸਮਾਂ ਨਹੀਂ ਮਿਲਦਾ ਤਾਂ ਰਿਕਾਰਡਡ ਮੈਸੇਜ ਵੀ ਛੱਡ ਸਕਦੇ ਹੋ। ਜ਼ਰੂਰ ਖੁੱਲ੍ਹ ਕੇ ਗੱਲ ਕਰਿਆ ਕਰੋ। ਜੇ ਆਪਣਾ ਨਾਂ ਨਹੀਂ ਵੀ ਦੱਸਣਾ ਚਾਹੁੰਦੇ ਤਾਂ ਵੀ ਕੋਈ ਦਿੱਕਤ ਨਹੀਂ, ਕਿਉਂਕਿ ਝਿਜਕ ਬਹੁਤ ਹੈ ਸਾਨੂੰ, ਕਈ ਵਾਰੀ ਹੁੰਦੀ ਹੈ, ਸਾਨੂੰ ਵੀ ਬੜੀ ਸੀਗੀ ਮੀਡੀਆ ਲਾਈਨ ਦੇ ਵਿੱਚ ਵੀ। ਅਤੇ ਇਸ ਦੌਰਾਨ ਕੋਈ ਵੀ ਵਿਚਾਰ ਖਿਆਲਾਤ ਜ਼ਰੂਰ ਪੇਸ਼ ਕਰਿਆ ਕਰੋ। ਇਹਦੇ ਨਾਲ ਤੁਹਾਡੀ ਜਿਹੜੀ ਅੰਦਰੂਨੀ ਸ਼ਖਸੀਅਤ ਹੈ, ਸੀਰਤ ਹੈ, ਉਸ ਦੇ ਵਿੱਚ ਨਿਖਾਰ ਆਉਂਦਾ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈ। ਅਤੇ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਸਾਡੀ ਜਿਹੜੀਆਂ ਐਪਸ ਨੇ ਆਈਫੋਨ ਅਤੇ ਐਂਡਰਾਇਡ ਐਪਸ ਦੇ ਜ਼ਰੀਏ ਸੁਣ ਸਕਦੇ ਹੋ। ਜ਼ਰੂਰ ਅੱਗੇ ਦੋਸਤਾਂ ਮਿੱਤਰਾਂ ਦੇ ਸੈੱਲ ਫੋਨ 'ਚ ਇੰਸਟਾਲ ਕਰੋ, ਬਜ਼ੁਰਗਾਂ ਨਾਲ ਜੋੜੋ। ਬਜ਼ੁਰਗਾਂ ਕੋਲੋਂ ਬਹੁਤ ਸਾਰੀਆਂ ਗੱਲਾਂ ਸਿੱਖਣ ਦਾ ਮੌਕਾ ਮਿਲਦਾ, ਮੈਨੂੰ ਤਾਂ ਵਿਸ਼ੇਸ਼ ਕਰਕੇ, ਅਤੇ ਵਧੀਆ ਸਮਾਂ ਪਾਸ ਹੁੰਦਾ ਹੈ ਕਿਉਂਕਿ ਸਾਡੇ ਕੋਲ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ। ਅਤੇ ਇਸ ਕਰਕੇ ਮੀਡੀਆ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਜਿਹੜੇ ਚੈਨਲ ਚੱਲਦੇ ਨੇ ਜਿੱਥੇ ਹਰ ਬੰਦਾ ਆਪਣੀ ਗੱਲ ਕਹਿੰਦਾ, ਅੱਛਾ ਲੱਗਦਾ, ਮੀਡੀਆ ਨਾਲ ਜੁੜਨਾ ਚਾਹੀਦਾ ਹੈ। ਇਸ ਦੌਰਾਨ ਜਾਂ ਫਿਰ ਸਾਡੀ ਜਿਹੜੀ ਵੈਬਸਾਈਟ ਹੈ tivanaradio.com ਵੈਬਸਾਈਟ 'ਤੇ ਵੀ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਸਾਡੇ ਉਸ 'ਤੇ ਸੰਪਰਕ ਸਪੋਰਟ ਨੰਬਰ ਵੀ, ਜੇ ਤੁਸੀਂ ਸਪੋਰਟ ਕਰਨਾ ਤਾਂ ਵੀ ਤੁਸੀਂ ਉਸ ਪ੍ਰੋਗਰਾਮ 'ਤੇ ਜਿਹੜਾ ਵੈਬਸਾਈਟ 'ਤੇ ਸੰਪਰਕ ਹੈ, ਸਾਂਝ ਪਾਈ ਜਾ ਸਕਦੀ ਹੈ। ਕਿਸੇ ਸਹਾਇਤਾ ਅਤੇ ਸੁਝਾਅ ਵਾਸਤੇ ਵੀ ਆਪ ਦਾ ਸਵਾਗਤ ਹੈ। ਅਤੇ ਇਸ ਦੇ ਨਾਲ ਅਮਰੀਕਾ ਦੇ ਵਿੱਚ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਫ਼ੋਨ ਨੰਬਰ ਕਾਲ ਟੂ ਲਿਸਨ ਹੈ 667-930-9260 ਜਾਣੀ ਕਿ 667-930-9260 'ਤੇ ਕਾਲ ਕਰਕੇ ਵੀ ਸੁਣ ਸਕਦੇ ਹੋ। ਇਸ ਵਕਤ ਆਪਣੇ ਨਾਲ ਬਾਰਡਰ ਤੋਂ ਜੁੜੇ ਨੇ, ਦਿੱਲੀ ਸਿੰਘੂ ਬਾਰਡਰ ਤੋਂ ਜੁੜੇ ਨੇ ਆਪਣੇ ਨਾਲ ਰਵਿੰਦਰ ਸਿੰਘ ਜੋਸ਼ਨ ਸਾਹਿਬ। ਸਵਾਗਤ ਕਰਦੇ ਹਾਂ ਜੀ ਜੋਸ਼ਨ ਸਾਹਿਬ। ਕਿਸ ਤਰ੍ਹਾਂ ਦੀ ਸਥਿਤੀ ਆਲੇ ਦੁਆਲੇ, ਕੀ ਮਾਹੌਲ ਹੈ ਟਰੈਕਟਰ ਟਰਾਲੀਆਂ ਦਾ? ਜਿਹੜੀ ਮੇਨ ਸਟੇਜ ਆ ਉਧਰਲੇ ਟਰੈਕਟਰ ਵੀ ਤੇ ਜਿਹੜੇ ਇਧਰੋਂ ਦੀ ਲੰਘਣੇ ਆ ਨਾ, ਕਿਉਂਕਿ ਮੇਨ ਅੱਗੇ ਸਟੇਜ ਇਹਨਾਂ ਦੀ ਲੱਗੀ ਹੋਈ ਹੈ ਨਾ ਜੀ। ਹਾਂਜੀ, ਤੇ ਉਹ ਫਿਰ ਉਹ ਇਹ ਕਹਿੰਦੇ ਵੀ ਜੇ ਪੁਲਿਸ ਨੂੰ ਕਿਹਾ ਕਿ ਤੁਸੀਂ ਸਾਨੂੰ ਇਜਾਜ਼ਤ ਦੇ ਦੋਗੇ ਠੀਕ ਹੈ, ਨਹੀਂ ਤਾਂ ਫਿਰ ਸਾਨੂੰ ਉਹ ਜਿਹੜਾ ਤੁਹਾਡੇ ਬੈਰੀਕੇਡਿੰਗ ਆ ਉਹ ਸਾਨੂੰ ਹਟਾਉਣੀ ਪਏਗੀ। ਇਹ ਚੱਕਰ ਹੈ। ਤੇ ਬਾਕੀ ਮੈਂ ਇੱਕ ਕੱਲ ਦੀ ਜਿਹੜੀ ਘਟਨਾ ਹੋਈ ਸੀ ਉਹਦੇ ਬਾਰੇ ਕੋਈ ਗੱਲ ਕਰਨਾ ਚਾਹੁੰਦਾ ਜੀ। ਜਿਹੜੀ ਰਮਨੀਤ ਬਿੱਟੂ ਦੀ, ਆਈ ਵਾਜ਼ ਓਵਰ ਦੇਅਰ ਐਟ ਦੈਟ ਟਾਈਮ, ਜਦੋਂ ਮਤਲਬ ਹੋਈ ਸੀ ਅਸੀਂ ਉੱਥੇ ਮੌਕੇ ਤੇ ਲਾਈਵ ਮੌਜੂਦ ਸੀ। ਮਤਲਬ ਗੱਲ ਇਹ ਹੋਈ ਕਿ ਰਮਨੀਤ ਬਿੱਟੂ, ਔਜਲਾ ਜੀ ਤੇ ਜੀਰਾ ਜੀ ਆਏ ਆ, ਤੇ ਪਹਿਲੋਂ ਕੁਛ ਮੁੰਡੇ ਇਹਨਾਂ ਨਾਲ ਸੈਲਫੀਆਂ ਖਿਚਵਾਉਣ ਲੱਗ ਪਏ ਬਾਹਰ, ਤੇ ਉੱਥੇ ਹੀ ਗੇਟ ਤੇ ਹੀ ਇਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ ਜੀ। ਤੇ ਜਦੋਂ ਵਿਰੋਧ ਸ਼ੁਰੂ ਹੋਣਾ, ਉਹਨਾਂ ਨੇ ਇਹੋ ਕਿਹਾ ਕਿ ਤੁਸੀਂ ਇੱਥੇ ਨਾ ਆਓ, ਤੁਸੀਂ ਪਲੀਜ਼ ਸਾਡੇ ਇੱਥੋਂ ਜਾਓ, ਅਸੀਂ ਤਾਂ ਪੋਲੀਟੀਕਲ ਲੀਡਰਾਂ ਦਾ ਬਿਲਕੁਲ ਬਾਈਕਾਟ ਕੀਤਾ ਹੋਇਆ, ਤੁਸੀਂ ਇੱਥੇ ਕਿਉਂ ਆਉਂਦੇ ਪਏ ਹੋ ਬਾਰ-ਬਾਰ। ਤੇ ਉਹਨਾਂ ਨੇ ਉਹ ਮਤਲਬ ਉੱਥੋਂ ਹਟੇ ਨਹੀਂ। ਰਵਨੀਤ ਬਿੱਟੂ ਕਹਿੰਦੇ ਵੀ ਅਸੀਂ ਜਾਣਾ ਹੈ। ਉਹ ਫਿਰ ਇੱਕ ਪਾਸੇ ਪ੍ਰਸ਼ਾਂਤ ਭੂਸ਼ਣ ਜੀ ਬੈਠੇ ਸੀ ਤੇ ਇੱਕ ਪਾਸੇ ਮਾਧੋ ਪਾਟੇਕਰ ਬੈਠੇ ਸੀ ਆਪਣੇ, ਉਹ ਦੋਨੋਂ ਤੇ ਮੇਧਾ ਪਾਟੇਕਰ, ਉਹ ਵਿਚਕਾਰ ਆ ਗਏ। ਰਵਨੀਤ ਬਿੱਟੂ ਜੀ ਬਹਿ ਗਏ ਤੇ ਔਜਲਾ ਜੀ ਤੇ ਜੀਰਾ ਜੀ ਪਿੱਛੇ ਖਲੋ ਗਏ। ਕਿਸਾਨ ਫਿਰ ਉੱਥੇ ਵੀ ਨਹੀਂ ਮਤਲਬ ਨਾਰੇ ਲਾਉਣੋਂ ਹਟੇ। ਉਹ ਕਹਿੰਦੇ ਵੀ ਤੁਸੀਂ ਜਾਓ, ਅਸੀਂ ਤੁਹਾਨੂੰ ਨਹੀਂ ਬੋਲਣ ਦੇਣਾ ਇੱਥੇ। ਤੇ ਇਹ ਫਿਰ ਰਵਨੀਤ ਬਿੱਟੂ ਜੀ ਉੱਥੇ ਥੱਲੇ ਬਹਿ ਗਏ। ਕਹਿੰਦੇ ਵੀ ਤੁਸੀਂ ਮੈਨੂੰ ਮਾਰ ਦਿਓ ਅੱਜ ਜੇ ਮਾਰ ਦਿਓ, ਅੱਜ ਮੈਨੂੰ ਏਦਾਂ ਨਾ ਛੱਡਿਓ। ਮਤਲਬ ਜੋ ਵੀ ਇਹ ਗੱਲਾਂ ਹੋਈਆਂ, ਬਾਕੀ ਜਿਹੜੀ ਜੋ ਮੀਡੀਆ 'ਚ ਗੱਲ ਚੱਲ ਰਹੀ, ਹਾਂਜੀ ਬਿਲਕੁਲ। ਪਹਿਲੀ ਤਾਂ ਮੇਨ ਗੱਲ, ਇਹਨਾਂ ਨੂੰ ਉੱਥੇ ਰੱਖਣਾ ਹੀ ਨਹੀਂ ਚਾਹੀਦਾ ਸੀ ਇਹ ਪ੍ਰੋਗਰਾਮ, ਕਿਉਂਕਿ ਸਟੇਜ ਤੋਂ 2 ਕਿੱਲੇ ਹਟਵਾ ਤੇ ਇਹ ਹੈਗੀ ਆ ਗੁਰੂ ਤੇਗ ਬਹਾਦਰ ਮੈਮੋਰੀਅਲ। ਇਹਨਾਂ ਨੂੰ ਜਾਂ ਤਾਂ ਫਿਰ ਜੰਤਰ ਮੰਤਰ ਦੇ ਕੋਲ ਰੱਖ ਲੈਣਾ ਚਾਹੀਦਾ ਹੈ, ਕਿਉਂਕਿ ਉੱਥੇ ਵੀ ਟਿਵਾਣਾ ਜੀ ਇਸ ਟਾਈਮ ਬਣੇ ਹੋਏ ਆ ਰਹਿਣ ਬਸੇਰੇ। ਉੱਥੇ ਵੀ ਕਿਸਾਨ ਰਹਿ ਰਹੇ ਆ, ਵਾਸ਼ਰੂਮ ਹੈ, ਸਾਰੇ ਟੋਇਲਟ ਸਾਰੇ ਯੂਜ਼ ਕਰ ਰਹੇ ਆ। ਉੱਥੇ ਵੀ ਲੱਖਾਂ ਗਿਣਤੀ ਦੇ ਵਿੱਚ ਗੁਰੂ ਤੇਗ ਬਹਾਦਰ ਮੈਮੋਰੀਅਲ 'ਚ ਇਹਨਾਂ ਨੂੰ ਪਹਿਲੀ ਗੱਲ ਤੇ ਰੱਖਣਾ ਹੀ ਨਹੀਂ ਚਾਹੀਦਾ ਸੀ। ਬਾਕੀ ਇਹ ਜਿਹੜੀਆਂ ਫਿਰ ਦਲੀਲਾਂ ਦੇ ਰਹੇ ਸੀ ਕਿਸਾਨ, ਇਸ ਟਾਈਮ ਇੰਨੇ ਕੁ ਉਬਲੇ ਹੋਏ ਨੇ ਮਤਲਬ ਟਿਵਾਣਾ ਜੀ ਵੀ ਉਹ ਇਹਨਾਂ ਦੀਆਂ ਦਲੀਲਾਂ ਸੁਣਨ ਨੂੰ ਨਹੀਂ ਤਿਆਰ ਹੈਗੇ। ਫਿਰ ਜਦੋਂ ਮਤਲਬ ਮੀਡੀਆ 'ਚ ਇਹ ਗੱਲ ਆ ਰਹੀ ਹੈ ਵੀ ਟਰਬਨ, ਇਹਨਾਂ ਨੇ ਟਰਬਨ ਨਹੀਂ ਬੰਨੀ ਹੋਈ ਸੀ, ਇਹਨਾਂ ਨੇ ਜਸਟ ਇੱਕ ਨਾ ਮਫਰਲ ਬੰਨਿਆ ਹੋਇਆ ਸੀ ਬਿੱਟੂ ਜੀ ਉਹਨਾਂ ਨੇ। ਮਫਰਲ ਸੀ ਉਹ ਇਹਨਾਂ ਦਾ ਥੱਲੇ ਡਿੱਗ ਪਿਆ ਜਦੋਂ ਮਤਲਬ
ਬਾਅਦ 'ਚ ਇੱਕ ਕਿਸੇ ਕਿਸਾਨ ਨੇ ਆਪਣੀ ਲੋਈ ਲਾ ਕੇ ਤੇ ਇਹਨਾਂ ਨੂੰ ਦਿੱਤੀ। ਉਹ ਲੋਈ ਲਾ ਕੇ ਤੇ ਬਿੱਟੂ ਜੀ ਉਹਨਾਂ ਨੇ ਆਪਣੇ ਲਪੇਟ ਲਈ। ਤੇ ਚਲੋ ਸਾਰੇ ਉੱਥੇ ਇਹੀ ਕੋਸ਼ਿਸ਼ ਕਰ ਰਹੇ ਵੀ ਸ਼ਾਂਤੀ ਬਣਾਏ ਰੱਖੋ, ਜਿਹੜਾ ਇੰਦਰਜੀਤ ਸਿੰਘ ਜੀਰਾ ਦਾ ਬੇਟਾ ਕੁਲਬੀਰ ਜੀਰਾ, ਉਹਦੀ ਤਾਂ ਪੱਗ ਲੱਥੀ ਹੈ ਨਾ? ਉਹਦੀ ਨਹੀਂ, ਉਹਨਾਂ ਨੇ ਵੀ ਮਫਰਲ ਬੰਨਿਆ ਹੋਇਆ ਸੀ। ਅੱਛਾ, ਪਰਨਾ ਟਾਈਪ। ਹਾਂ, ਉਹਨਾਂ ਦੀ ਪਤਾ ਕਿੱਦਾਂ, ਉਹ ਇਹਨਾਂ ਦੇ ਅੱਗੇ ਹੋ ਰਹੇ ਸੀ। ਹਾਂਜੀ, ਬਿੱਟੂ ਜੀ ਨੂੰ ਬਚਾ ਰਹੇ ਸੀ। ਉਹਨਾਂ ਨੂੰ ਪਹਿਲਾਂ ਕੁਛ ਨਹੀਂ ਕਿਹਾ ਕਿਸਾਨਾਂ ਨੇ। ਕਿਸਾਨ ਸਿਰਫ ਬਿੱਟੂ ਜੀ ਨੂੰ ਟਾਰਗੇਟ ਕਰ ਰਹੇ ਸੀ ਜਿਹੜੇ ਹੈਗੇ ਸੀ। ਉਹ ਮੂਹਰੇ ਆਇਆ ਸੀ ਨਾ ਕੁਲਬੀਰ ਜੀਰਾ। ਹਾਂ, ਉਹ ਮੂਹਰੇ ਆਇਆ ਸੀ ਤਾਂ ਫਿਰ ਉਹਨਾਂ ਦੀ ਲੱਥ ਗਈ। ਗੁਰਜੀਤ ਔਜਲੇ ਨੂੰ ਕੁਛ ਨਹੀਂ ਕਿਹਾ, ਉਹਨਾਂ ਨੂੰ ਕੁਛ ਨਹੀਂ ਕਿਹਾ। ਇਹ ਫਿਰ ਜਾਣ ਲੱਗਿਆ, ਮਤਲਬ ਜਦੋਂ ਹੋ ਗਿਆ ਇਹ ਜਾਣ ਲੱਗੇ, ਬਿੱਟੂ ਜੀ ਜਾ ਨਹੀਂ ਰਹੇ ਸੀ। ਮਤਲਬ ਜਦੋਂ ਤੁਹਾਨੂੰ ਪਤਾ ਤੁਹਾਡਾ ਵਿਰੋਧ ਹੋ ਗਿਆ, ਤੁਹਾਨੂੰ ਗੇਟ ਤੋਂ ਹੀ ਵਾਪਸ ਮੁੜ ਜਾਣਾ ਚਾਹੀਦਾ ਹੈ। ਤੁਸੀਂ ਕਿਉਂ ਅੱਗੇ ਗਏ? ਤੁਹਾਨੂੰ ਉੱਥੋਂ ਹੀ ਪਤਾ ਵੀ ਤੁਹਾਡਾ ਵਿਰੋਧ ਹੋ ਗਿਆ, ਤੁਸੀਂ ਵਾਪਸ ਮੁੜ ਜਾਓ, ਕੁਛ ਨਹੀਂ ਹੋਣਾ ਸੀ। ਹਾਂਜੀ, ਤੇ ਜਦੋਂ ਫਿਰ ਬਾਅਦ 'ਚ ਆਏ, ਇਹਨਾਂ ਦੇ ਗੱਡੀਆਂ 'ਚ ਬੈਠਣ ਲੱਗੇ। ਔਜਲਾ ਜੀ ਅਗਲੀ ਗੱਡੀ 'ਚ ਬਹਿ ਗਏ ਤੇ ਇਹ ਪਿਛਲੀ ਗੱਡੀ 'ਚ ਬਹਿ ਗਏ। ਤੇ ਇਹਨਾਂ ਨੇ ਫਿਰ ਗੱਡੀ ਦੇ ਖੜ ਕੇ, ਤੁਹਾਨੂੰ ਪਤਾ ਪੋਲੀਟੀਕਲ ਲੀਡਰ ਜਿੱਦਾਂ ਕਰਦੇ ਹੁੰਦੇ ਆ, ਇਹਨਾਂ ਨੇ ਬਾਂਹ ਖੜੀ ਕੀਤੀ। ਤੇ ਕਿਸਾਨ ਤੇ ਤੁਹਾਨੂੰ ਪਤਾ ਹੀ ਜੋਸ਼ ਸੀ। ਇਹਨਾਂ ਨੇ ਜਦੋਂ ਬਾਂਹ ਖੜੀ ਕੀਤੀ ਤੇ ਫਿਰ 2 ਮੁੰਡੇ ਅੱਗੇ ਹੋ ਗਏ ਸੀ ਤੇ 2 ਪਿੱਛੇ ਹੋ ਗਏ ਸੀ। ਤੇ ਉਹਨਾਂ ਨੇ ਇਹਦੀ ਗੱਡੀ ਦੇ ਜਿਹੜੇ ਸ਼ੀਸ਼ੇ ਭੰਨ ਦਿੱਤੇ ਹੋਏ ਸੀ ਜੀ। ਪਹਿਲੀ ਤਾਂ ਮੇਨ ਗੱਲ ਹੈ ਟਵਾਣਾ ਜੀ, ਜਿਸ ਸਿਚੁਏਸ਼ਨ ਤੇ ਪ੍ਰੋਗਰਾਮ ਮਤਲਬ ਆਪਣਾ ਅੰਦੋਲਨ ਪਹੁੰਚ ਚੁੱਕਿਆ ਹੈ, 26 ਦੇ ਲਾਗੇ ਹੋਣਾ ਬਣਦਾ ਹੀ ਨਹੀਂ ਸੀ। ਹੁਣ ਪਰਸੋਂ ਸੁਖੇਲਾ ਜੀ ਵੀ ਆਏ ਸੀ ਉੱਥੇ, ਡਾਕਟਰ ਧਰਮਵੀਰ ਗਾਂਧੀ ਜੀ ਵੀ ਆਏ ਸੀ। ਉਹਨਾਂ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ। ਉਹ ਆਏ ਆ, ਉਹ ਬੋਲ ਕੇ ਵੀ ਗਏ ਆ। ਉਹਨਾਂ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ। ਬਾਕੀ ਇਸ ਟਾਈਮ ਇੱਥੇ ਸ਼ਾਂਤੀ ਦਾ ਮਾਹੌਲ ਹੈ, ਕੋਈ ਏਦਾਂ ਦਾ ਹੈ ਨਹੀਂ ਆ। ਚਲੋ ਤੁਹਾਨੂੰ ਪਤਾ ਜਿਹੜਾ ਗੋਦੀ ਮੀਡੀਆ ਉਹਨੇ ਤੇ ਉਹ ਜਿਹੜੀ ਰਾਤ ਵਾਲੀ ਖਬਰ ਉਹ ਤਾਂ ਬਹੁਤ ਬਣਾ ਕੇ ਪੇਸ਼ ਕੀਤੀ ਹੈ, ਰਵਨੀਤ ਬਿੱਟੂ ਵਾਲੀ। ਇਹਦੇ ਨਾਲ ਤੁਸੀਂ ਵੇਖੋ ਜਿਹੜੇ ਬਿੱਟੂ ਦੇ ਬਿਆਨ ਵੀ ਨੇ ਨਾ, ਜਿਹੜਾ ਬਿੱਟੂ ਨੇ ਆਖਿਆ ਕਿ ਇੱਥੇ ਨਕਸਲੀ ਨੇ, ਮਾਓਵਾਦੀ ਨੇ, ਖਾਲਿਸਤਾਨੀ ਨੇ, ਜਦੋਂ ਵੀ ਮੌਕਾ ਮਿਲਦਾ ਇਹ ਬਾਹਰ ਆ ਜਾਂਦੇ ਨੇ। ਇਹਦਾ ਮਤਲਬ ਜਿਹੜਾ ਕਿਸਾਨਾਂ ਨੇ ਨਹੀਂ ਕੀਤਾ। ਬਿਲਕੁਲ ਇਹ ਨਕਸਲੀ ਨੇ। ਬਿਲਕੁਲ ਉਹ ਆਂਦੇ ਵੀ ਇਹ ਤਾਂ ਸੱਚ ਹੋ ਗਿਆ, ਜੋ ਨੈਸ਼ਨਲ ਮੀਡੀਆ ਕਹਿ ਰਿਹਾ ਸੀ ਉਹ ਇਹਨਾਂ ਨੇ ਸੱਚ ਕਰਤਾ। ਮਤਲਬ ਰਵਨੀਤ ਬਿੱਟੂ ਜੀ ਨੂੰ ਵੀ ਸਮਝਣਾ ਚਾਹੀਦਾ ਵੀ ਹੁਣ ਤੁਸੀਂ ਇਸ ਟਾਈਮ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਨਹੀਂ ਹੋ, ਤੁਸੀਂ ਇੱਕ ਸੀਨੀਅਰ ਮਤਲਬ ਬਣ ਚੁੱਕੇ ਹੋ। 3 ਵਾਰ ਦੇ MP ਚੁਣ ਕੇ ਤੁਸੀਂ ਲੋਕ ਸਭਾ 'ਚ ਪਹੁੰਚ ਚੁੱਕੇ ਹੋ। ਤੁਹਾਨੂੰ ਮਤਲਬ ਏਦਾਂ ਦੀਆਂ ਗਰਮ ਬਿਆਨ ਨਹੀਂ ਦੇਣੇ ਚਾਹੀਦੇ। ਗੱਲ ਬਿਲਕੁਲ ਇਹੀ ਗੱਲ ਹੈ ਟਵਾਣਾ ਜੀ, ਵੀ ਜਿਹੜੇ ਪਿਛਲੇ ਦਿਨਾਂ 'ਚ ਤੁਸੀਂ ਵੀ ਦੇਖਿਆ ਹੋਇਆ ਵੀ ਬਿੱਟੂ ਜੀ ਉਹਨਾਂ ਨੇ ਗਰਮ ਬਿਆਨ ਦਿੱਤੇ ਸੀ 2-3। ਉਹ ਤਾਂ ਚਲੋ ਖਾਲਿਸਤਾਨੀ ਤਾਂ ਇਹਨਾਂ ਨਾਲ ਇੱਟ ਖੜਾਕਾ ਹੈਗਾ ਹੀ ਆ। ਜਿਹੜਾ ਰਵਨੀਤ ਬਿੱਟੂ ਨੇ ਆਖਿਆ ਕਿ ਕਿਸਾਨਾਂ ਦੇ ਲੀਡਰ ਹੋਟਲਾਂ 'ਚ ਠਹਿਰ ਰਹੇ ਆ, ਨਾਂ ਤੇ ਵੀ ਕੁਛ ਲੱਗੇ। ਉਹ ਚਲੋ ਹੁਣ ਮੈਂ ਤੁਹਾਡੇ ਤੋਂ ਇੱਥੇ ਵਰਡ ਉਹ ਯੂਜ਼ ਨਹੀਂ ਕਰ ਸਕਦਾ ਜੋ ਉੱਥੇ ਮਤਲਬ ਉਹਨਾਂ ਨੇ ਕਿਹਾ ਹੈ ਬੇਅੰਤ ਸਿੰਘ ਦੇ ਬਾਰੇ ਮਤਲਬ। ਹਾਂਜੀ, ਉਹ ਵੀ ਏਦਾਂ ਦਾ। ਚਲੋ ਬਾਕੀ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਵੀ ਚਲੋ ਉੱਥੇ ਏਦਾਂ ਦੀ ਕੋਈ ਘਟਨਾ ਨਹੀਂ ਹੋਈ। ਮਤਲਬ ਚਲੋ ਜੋ ਹੋ ਗਿਆ ਠੀਕ ਹੈ, ਵਿਰੋਧ ਹੋਇਆ ਉਹਨਾਂ ਨੂੰ ਉਦੋਂ ਚੱਲ ਜਾਣਾ। ਚਲੋ ਇਹ ਏਦਾਂ ਦੀ ਕੋਈ ਘਟਨਾ ਹੋ ਗਈ, ਜੇ ਏਦਾਂ ਦੀ ਕੋਈ ਹੋ ਜਾਂਦੀ ਤੇ ਮਤਲਬ ਉਹਨਾਂ ਨੇ ਤਾਂ ਮਿੰਟ ਨਹੀਂ ਲਾਉਣਾ ਸੀ ਇਹਨੂੰ। ਮਤਲਬ ਜੋ ਨੈਸ਼ਨਲ ਮੀਡੀਆ 'ਚ ਕਹਿ ਰਹੇ ਆ ਵੀ ਨਕਸਲਵਾਦ ਨੇ, ਇਹ ਅੱਤਵਾਦੀ ਨੇ, ਏਦਾਂ ਨੇ। ਤੇ ਬਾਕੀ ਟਰੈਕਟਰ ਲਾਈਨ 'ਚ ਲੱਗ ਚੁੱਕੇ ਹੋਏ ਨੇ। ਹੁਣ ਇਹਨਾਂ ਦੀ ਅਜੇ ਚੱਲਦੀ ਹੈ ਮੀਟਿੰਗ। ਸਰਵਣ ਸਿੰਘ ਹੋਰਾਂ ਦੀ ਮੀਟਿੰਗ ਚੱਲਦੀ ਹੈ। ਹਾਂਜੀ, ਮੀਟਿੰਗ ਆਪਣੇ ਤੁਹਾਡੇ ਗਲੋਬਲ ਪੰਜਾਬ ਦੀ ਟੀਮ ਵੀ ਉੱਥੇ ਮੌਕੇ ਤੇ ਮੌਜੂਦ ਸੀ। ਪੰਜਾਬ ਸਾਰੇ ਮੁੰਡੇ ਉੱਥੇ ਨੇ, ਟੀਮ ਸਾਡੀ। ਹਾਂਜੀ, ਮੁੰਡੇ ਉੱਥੇ ਸੀ, ਉਹ ਮਿਲੇ ਸੀ ਉੱਥੇ ਹੀ ਸੀ। ਤੇ ਬਾਕੀ ਅਸੀਂ ਇਹੀ ਅਰਦਾਸ ਕਰਾਂਗੇ ਹਰ ਇੱਕ ਨੂੰ, ਬਾਹਰ ਬੈਠੇ NRI ਨੂੰ, ਵੀ ਸ਼ਾਂਤੀ ਬਣੀ ਰਹੇ ਤੇ ਜਿਹੜਾ ਕੱਲ ਦਾ ਪ੍ਰੋਗਰਾਮ ਹੈ ਉਹ ਸ਼ਾਂਤੀਪੂਰਵਕ ਹੋ ਚੁੱਕੇ, ਮਤਲਬ ਹੋ ਜਾਵੇ। ਵੈਸੇ ਇਹਨਾਂ ਦਾ ਸਰਵਣ ਮੇਰੀ ਗੱਲਬਾਤ ਚੱਲ ਰਹੀ ਹੈ, ਜੇ ਮੀਟਿੰਗ ਅਜੇ ਓਵਰ ਨਹੀਂ ਹੋਈ। ਕਿਤੇ ਨਾ ਕਿਤੇ ਇਹ ਵੀ ਗੱਲ ਤਣ ਪੱਤਣ ਲੱਗੇਗੀ, ਕਿਉਂਕਿ ਪੰਜਾਬ 'ਚ ਵੀ ਦੇਖੋ ਇਸ ਗਰੁੱਪ ਨੇ ਰੇਲਾਂ ਅਜੇ ਵੀ ਰੋਕੀਆਂ ਹੋਈਆਂ ਨੇ ਸਰਕਾਰ ਦੇ ਕਹਿਣ ਤੇ। ਹਾਂਜੀ, ਬਿਲਕੁਲ ਜੀ। ਹਾਂਜੀ। ਥੈਂਕ ਯੂ ਜੋਸ਼ਨ ਸਾਹਿਬ। ਹਾਂਜੀ, ਬਹੁਤ ਮਿਹਰਬਾਨੀ ਤੁਹਾਡਾ, ਧੰਨਵਾਦ। ਮਿਹਰਬਾਨੀ। ਰਵਿੰਦਰ ਸਿੰਘ ਜੋਸ਼ਨ ਆਪਣੇ ਨਾਲ ਜੁੜੇ ਸਨ ਇਸ ਵਕਤ ਬਾਰਡਰ ਤੋਂ। ਬਿਲਕੁਲ ਕੁਛ ਜਿਹੜੀ ਸਥਿਤੀ ਇਸ ਤਰ੍ਹਾਂ ਦੀ ਬਣ ਰਹੀ ਹੈ। ਦੂਜੇ ਬੰਨੇ ਭਾਰਤ ਦੀਆਂ ਸਰਹੱਦਾਂ 'ਤੇ ਇੱਕ ਪਾਸੇ ਭਾਰਤ ਦੇ ਆਮ ਲੋਕਾਂ ਨੇ ਦਿੱਲੀ ਦੀਆਂ ਸਰਹੱਦਾਂ ਨੂੰ ਘੇਰਿਆ ਹੋਇਆ, ਅਤੇ ਦੂਸਰੇ ਪਾਸੇ ਸਰਹੱਦ ਤੋਂ ਵੀ ਕੁਛ ਸੈਡ ਖਬਰਾਂ ਆ ਰਹੀਆਂ ਨੇ ਕਿ ਸਿੱਕਮ ਦੇ ਨਾਕੂਲਾ ਦੇ ਵਿੱਚ ਭਾਰਤ ਅਤੇ ਚੀਨੀ ਫੌਜੀਆਂ ਦੇ ਦਰਮਿਆਨ ਫਿਰ ਝੜਪਾਂ ਹੋਈਆਂ ਨੇ। ਪਿਛਲੇ ਹਫ਼ਤੇ ਹੋਈ ਝੜਪ ਦੇ ਵਿੱਚ 4 ਭਾਰਤੀ ਅਤੇ 20 ਚੀਨੀ ਫੌਜੀ ਜ਼ਖਮੀ ਹੋਏ ਸਨ। ਇਹ ਖਬਰਾਂ ਭਾਵੇਂ ਸਪਸ਼ਟ ਨੇ, ਕੋਈ ਇਹਨਾਂ ਦੀ ਅਥੈਂਟਿਸਿਟੀ ਜਾਂ ਪੁਸ਼ਟੀ ਨਹੀਂ ਹੋਈ ਕਿ ਵਾਕਿਆ ਹੀ ਜ਼ਖਮੀ ਨੇ। ਸੋ ਰਿਪੋਰਟਾਂ ਦੇ ਮੁਤਾਬਕ ਇਸ ਦੇ ਵਿੱਚ 4 ਭਾਰਤੀ ਅਤੇ 20 ਚੀਨੀ ਫੌਜ ਜ਼ਖਮੀ ਹੋਏ ਸਨ। ਹਾਲਾਂਕਿ ਪੁਸ਼ਟੀ ਨਹੀਂ ਹੈ, ਪਿਛਲੇ ਹਫ਼ਤੇ ਦਾ ਸੀ।
ਪੈਰੋਂਗ, ਗਲਵਾਨ, ਗੋਗਰਾ, ਹੌਟ ਸਪ੍ਰਿੰਗਸ ਅਤੇ ਨਾਕੂਲਾ ਦੇ ਜਿਹੜੇ ਚੀਨ ਦੇ ਨਾਲ ਲੱਗਦੀ ਭਾਰਤ ਦੀ ਸਰਹੱਦ ਹੈ, ਉੱਥੇ ਚੀਨ ਅਤੇ ਭਾਰਤ ਦੇ ਫੌਜੀਆਂ ਦੇ ਦਰਮਿਆਨ ਤਲਖੀ ਵਾਲਾ ਮਾਹੌਲ ਬਣ ਰਿਹਾ, ਕਿਉਂਕਿ ਦੂਰ ਦਰਾਡੇ ਦਾ ਏਰੀਆ ਅਤੇ ਇਸ ਕਰਕੇ ਆਪਣੇ ਆਪਣੇ ਮੁਲਕ ਹੀ ਆਪਣੇ ਤੌਰ 'ਤੇ ਕਿਸੇ ਗੱਲ ਦੀ ਪੁਸ਼ਟੀ ਕਰ ਸਕਦੇ ਨੇ। ਆਰਮੀ ਦੀ ਖਾਸ ਕਰਕੇ ਆਮ ਲੋਕਾਂ ਦੀ ਰੇਂਜ ਤੋਂ ਇਹ ਬਹੁਤ ਦੂਰ ਦੀ ਗੱਲ ਹੈ। ਤਾਂ ਹੀ ਇਹ ਜਿਹੜਾ ਪਿਛਲੇ ਦਿਨਾਂ ਤੋਂ ਜੋ ਤਣਾਤਣੀ ਚੱਲ ਰਹੀ ਹੈ, ਇਸ ਸੰਬੰਧੀ ਭਾਰਤੀ ਥਲ ਸੈਨਾ ਦਾ ਬਿਆਨ ਵੀ ਹੈ ਕਿ ਸਾਨੂੰ ਸਿੱਕਮ ਸੈਕਟਰ ਦੇ ਵਿੱਚ ਭਾਰਤੀ ਥਲ ਸੈਨਾ ਅਤੇ ਪੀਪਲ ਲਿਬਰੇਸ਼ਨ ਆਰਮੀ ਜੋ ਚੀਨ ਦੀ ਹੈ ਉਹਦੇ ਵਿੱਚ ਟਕਰਾਅ ਨੂੰ ਲੈ ਕੇ ਕਈ ਸਵਾਲ ਪੁੱਛੇ ਗਏ ਨੇ। ਇਹ ਸਪਸ਼ਟ ਕੀਤਾ ਜਾਂਦਾ ਕਿ 20 ਜਨਵਰੀ ਨੂੰ ਇਹ ਉੱਤਰੀ ਸਿੱਕਮ ਦੇ ਨਾਕੂਲਾ ਖੇਤਰ ਦੇ ਵਿੱਚ ਜਿਹੜਾ ਮਾਮੂਲੀ ਟਕਰਾਅ ਦੇ ਹਾਲਾਤ ਬਣੇ ਸੀ, ਜਿਸ ਨੂੰ ਮੁਕਾਮੀ ਕਮਾਂਡਰਾਂ ਨੇ ਆਪਣੇ ਆਪਣੇ ਮੁਲਕਾਂ ਦੇ ਗਾਈਡਲਾਈਨਸ ਦੇ ਮੁਤਾਬਕ ਸੁਲਝਾ ਲਿਆ। 19,000 ਫੁੱਟ ਦੀ ਉਚਾਈ 'ਤੇ ਇਹ ਸਥਾਪਿਤ ਹੈ ਨਿਕਲੂ ਦਰਾ ਅਤੇ ਤਿੱਬਤ ਅਤੇ ਚੀਨ ਦੇ ਖੇਤਰ ਨੂੰ ਜੋੜਦਾ ਅਤੇ ਬਹੁਤ ਸੈਂਸਿਟਿਵ ਏਰੀਆ ਇਹ ਮੰਨਿਆ ਜਾਂਦਾ। ਇਹ ਝੜਪ ਪਿਛਲੇ ਹਫ਼ਤੇ ਹੋਈ ਸੀ। ਇਹ ਘਟਨਾ ਅਜਿਹੇ ਮੌਕੇ ਹੋਈ ਹੈ ਜਦੋਂ ਕਿ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਅਤੇ ਫੌਜਾਂ 3468 ਕਿਲੋਮੀਟਰ ਲੰਮੀ ਜਿਹੜੀ ਭਾਰਤ ਅਤੇ ਚੀਨ ਦੀ ਸਰਹੱਦ ਹੈ ਉਸ ਦੇ ਮੁੱਦਿਆਂ ਨੂੰ ਲੈ ਕੇ ਇੱਕ ਹੋਰ ਗੇੜ ਦੀ ਗੱਲਬਾਤ ਜਿਹੜੀ ਕਰ ਰਹੇ ਨੇ, ਜਿਸ ਦੇ ਵਿੱਚ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਹੈ। ਕਿਉਂਕਿ ਇਸ ਤੋਂ ਪਹਿਲਾਂ ਤੁਹਾਨੂੰ ਗਲਵਾਨ ਵਾਲਾ ਮਾਮਲਾ ਚੇਤੇ ਹੋਣਾ, ਜਦੋਂ ਗਲਵਾਨ ਵੈਲੀ ਦੇ ਵਿੱਚ 2020 ਦੇ ਵਿੱਚ 15 ਜੂਨ ਨੂੰ ਲਿਬਰੇਸ਼ਨ ਆਰਮੀ ਹੈ ਜੋ ਚੀਨ ਦੀ ਅਤੇ ਭਾਰਤੀ ਫੌਜੀਆਂ ਦੇ ਦਰਮਿਆਨ ਝੜਪ ਹੋਈ ਸੀ। ਇਸ ਦੌਰਾਨ 20 ਭਾਰਤੀ ਫੌਜੀਆਂ ਦੀ ਜਾਨ ਦੇਸ਼ ਦੇ ਲਈ ਨਿਸ਼ਾਵਰ ਹੋਈ ਸੀ। ਕਾਬਲੇ ਗੌਰ ਹੈ ਕਿ ਭਾਰਤ ਅਤੇ ਚੀਨ ਨੇ 9 ਮਹੀਨਿਆਂ ਤੋਂ ਜਿਹੜਾ ਸਰਹੱਦੀ ਵਿਵਾਦ ਚੱਲ ਰਿਹਾ ਉਸ ਨੂੰ ਸੁਲਝਾਉਣ ਦੇ ਵਾਸਤੇ ਬੀਤੇ ਐਤਵਾਰ ਨੂੰ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਕੀਤੀ ਸੀ। ਸੋ ਲੱਦਾਖ ਖੇਤਰ ਦੇ ਮੋਲੋਡੇ ਪੁਆਇੰਟ 'ਤੇ ਇਹ ਜਿਹੜੀ 16 ਘੰਟੇ ਗੱਲਬਾਤ ਦੋਨਾਂ ਫੌਜੀਆਂ ਦੇ ਦਰਮਿਆਨ ਚੱਲੀ ਸੀ। ਸੋ ਇਹ ਖਬਰਾਂ ਭਾਵੇਂ ਪਿਛਲੇ ਹਫ਼ਤੇ ਦੀਆਂ ਨੇ, ਪਰ ਸਰਹੱਦਾਂ 'ਤੇ ਵੀ ਸਭ ਅੱਛਾ ਨਹੀਂ ਹੈ। ਦੂਜੇ ਬੰਨੇ ਦਿੱਲੀ ਪੁਲਿਸ ਨੇ ਖਾਸ ਕਰਕੇ ਇਹ ਫਿਰ ਇਨਪੁਟ ਆ ਰਹੀਆਂ ਨੇ ਕਿ ਟਰੈਕਟਰ ਰੈਲੀ ਨੂੰ ਕੁਝ ਲੋਕ ਹਾਈਜੈਕ ਕਰ ਸਕਦੇ ਨੇ, ਦੇਸ਼ ਵਿਰੋਧੀ ਤਾਕਤਾਂ। ਇਹ ਖਬਰਾਂ ਜਿਹੜੀਆਂ ਭਾਰਤ ਸਰਕਾਰ ਦੀ ਤਰਫੋਂ ਪੇਸ਼ ਆ ਰਹੀਆਂ ਨੇ ਕਿ ਜਿਹੜੀ ਇਹ ਰੈਲੀ ਹੈ ਇਸ ਦੇ ਵਿੱਚ ਜਿਹੜੀਆਂ ISI ਅਤੇ ਵੱਖਵਾਦੀ ਕੁਝ ਖਾਲਿਸਤਾਨੀ ਜਥੇਬੰਦੀਆਂ 'ਤੇ ਕਥਿਤ ਤੌਰ 'ਤੇ ਦੋਸ਼ ਲੱਗ ਰਿਹਾ ਕਿ ਇਸ ਰੈਲੀ ਨੂੰ ਹਾਈਜੈਕ ਕਰ ਸਕਦੇ ਨੇ। ਹੁਣ ਆਪਾਂ ਨੂੰ ਪਤਾ, ਪੰਜਾਬ ਦੇ ਲੋਕਾਂ ਨੂੰ ਪਤਾ ਕਿ ਖਾਲਿਸਤਾਨੀ ਧਿਰਾਂ ਨਾਲ ਸੰਬੰਧਿਤ ਉੱਥੇ ਕੌਣ ਲੋਕ ਨੇ। ਜੇ ਕੋਈ ਖਾਲਿਸਤਾਨੀ ਵਿਚਾਰਧਾਰਾ ਰੱਖਦਾ ਵੀ ਹੈ ਤਾਂ ਉਹ ਐਜ਼ ਏ ਕਿਸਾਨ ਗਿਆ। ਜਿਹੜੇ ਕੁਝ ਇੱਕ ਲੋਕ ਇਸ ਵਿਚਾਰਧਾਰਾ ਦੇ ਸੀ ਉਹਨਾਂ ਨੂੰ ਕੋਈ ਬਹੁਤੀ ਤਵੱਜੋ ਵੀ ਨਹੀਂ ਸੀ ਮਿਲੀ। ਫਿਰ ਇਹ ਖਬਰਾਂ ਆਪਾਂ ਨੂੰ ਸਾਰਿਆਂ ਨੂੰ ਪਤਾ। ਦੂਜੇ ਪਾਸੇ ਮਾਓਵਾਦੀ ਕਿੰਨੇ ਕੁ ਸਰਗਰਮ ਨੇ ਪੰਜਾਬ 'ਚ। ਇਹ ਬਾਦਲ ਸਰਕਾਰ ਵਕਤ ਵੀ ਰੌਲਾ ਪਿਆ ਸੀਗਾ। ਸਾਜ ਮੇਰ ਸਿੰਘ ਔਲਖ ਉਦੋਂ ਤੇ ਖਾਸ ਕਰਕੇ ਕਮਲ ਸਾਹਿਬ ਵੀ ਜਿਉਂਦੇ ਸੀਗੇ, ਉਦੋਂ ਵੀ ਇਹ ਗੱਲਾਂ ਉੱਠੀਆਂ ਸੀਗੀਆਂ। ਪਰ ਇਹ ਦੋਨੇ ਮੂਵਮੈਂਟ ਦਾ ਇਸ ਵਕਤ ਕੋਈ ਅਜਿਹੀ ਗੱਲ ਨਹੀਂ ਕਿ ਇਹ ਦੇਸ਼ ਲਈ ਕਿਤੇ ਘਾਤਕ ਹੁੰਦੀਆਂ ਹੋਣ। ਆਪ ਦਾ ਸਵਾਗਤ ਸਰ, ਵੈਲਕਮ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਸਾਹਿਬ ਬਲਵੀਰ ਸਿੰਘ? ਹਾਂਜੀ 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 ਹਾਂਜੀ। ਜੋਗਿੰਦਰ ਸਿੰਘ ਮਲੇਸ਼ੀਆ ਤੋਂ ਜੁੜ ਚੁੱਕੇ ਨੇ, ਤੁਸੀਂ ਹੋਲਡ ਰਹਿਣਾ। ਜੇ ਉਹ ਕਹਿੰਦੇ ਆ ਵੀ ਪੋਲੀਟੀਕਲ ਲੀਡਰ ਸਾਡੀਆਂ ਸਟੇਜਾਂ ਤੇ ਆਉਣ, ਇਹਨਾਂ ਨੂੰ ਜਾਣਾ ਨਹੀਂ ਚਾਹੀਦਾ। ਤੁਸੀਂ ਦੇਖੋ ਵੀ ਉਹ ਗੁਰਜੀਤ ਸਿੰਘ ਔਜਲਾ ਵੀ ਸੀ, ਉਹਦਾ ਨਹੀਂ ਵਿਰੋਧ ਹੋਇਆ ਕਿਉਂਕਿ ਇਹ ਇੱਕ ਧਿਰ ਨੂੰ ਨਾ ਖੁਸ਼ਕਾਰ ਨੂੰ ਬਿੱਟੂ ਇੱਦਾਂ ਦਾ ਕੋਈ ਨਾ ਕੋਈ ਬਿਆਨ ਦਿੰਦਾ ਰਹਿੰਦਾ, ਕਿਉਂਕਿ ਲੁਧਿਆਣੇ ਸ਼ਹਿਰ ਤੋਂ ਇਲੈਕਸ਼ਨ ਲੜਦਾ ਆ ਤੇ ਇਹਦਾ ਮੋਟਿਵ ਹੁੰਦਾ ਵੀ ਉਹ ਖੁਸ਼ ਰਹਿਣੇ, ਵੋਟਾਂ ਉੱਥੋਂ ਲੈਂਦਾ। ਬਾਕੀ ਕੁਲਵੀਰ ਜੀ ਦਾ ਇਹਦਾ, ਹਾਂਜੀ, ਉਹ ਕੁਲਵੀਰ ਜੀ ਦਾ ਦੇਖੋ ਇੱਕ ਪਾਸੇ ਕਹੀ ਜਾਂਦਾ ਮੇਰਾ ਦਾਦਾ ਕਹਿੰਦਾ 27 ਸਾਲ FCPC ਦਾ ਮੈਂਬਰ ਆ, ਕਹਿੰਦਾ ਗੁਰਸਿੱਖ ਪਰਿਵਾਰ ਆ। ਦੂਜਾ ਉਹ ਰਾਜ ਕਰੇਗਾ ਖਾਲਸਾ ਵਾਲਿਆਂ ਨੂੰ ਖਾਲਿਸਤਾਨੀ ਕਹੀ ਜਾਂਦਾ। ਉਹਨੂੰ ਪੱਤਰਕਾਰ ਕਹਿੰਦਾ ਤੂੰ ਖਾਲਿਸਤਾਨ ਦਾ ਝੰਡਾ ਦੇਖਿਆ? ਕੋਈ ਕਹਿੰਦਾ ਨਹੀਂ, ਝੰਡਾ ਨਹੀਂ, ਕਹਿੰਦਾ ਜਿਹੜੇ ਰਾਜ ਕਰੇਗਾ ਖਾਲਸਾ ਉਹ ਖਾਲਿਸਤਾਨੀ ਸੀ। ਮਤਲਬ ਦੇਖੋ ਕਾਹਤੋਂ ਇੱਦਾਂ ਦੇ ਕੰਟਰੋਵਰਸ਼ੀਅਲ ਇੱਦਾਂ ਦੇ ਬਿਆਨ ਦਿੰਦੇ ਆ। ਮੈਂ ਕਹਿੰਦਾ ਵੀ ਪ੍ਰਮਾਤਮਾ ਲਾਈਕ ਸੌਖ ਰੱਖੇ, ਇਹਨਾਂ ਨੂੰ ਇੱਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ, ਉੱਥੇ ਇਹਨਾਂ ਨੂੰ ਜਾਣਾ ਨਹੀਂ ਚਾਹੀਦਾ। ਤੇ ਜਿਹੜੀ ਰੈਲੀ ਆ, ਕਿਉਂਕਿ ਉਹ ਸਰਕਾਰ ਤਾਂ ਇੱਦਾਂ ਦਾ ਕੋਈ ਨਾ ਕੋਈ ਭਾਲਦੀ ਆ ਵੀ ਮੌਕਾ ਸਾਨੂੰ ਮਿਲੇ ਤਾਂ ਅਸੀਂ ਇਹਨਾਂ ਨੂੰ ਭਜਾਈਏ ਵੀ ਇੱਥੇ ਗੜਬੜ ਪੈਦਾ ਹੋ ਸਕਦੀ ਆ। ਮੈਂ ਤਾਂ ਇਹੋ ਹੀ ਕਹੂੰਗਾ ਸਾਰਿਆਂ ਨੂੰ ਵੀ ਕੋਈ ਵੀ ਮੈਂ ਤਾਂ ਕਿਸੇ ਵੀ ਪਾਰਟੀ ਨੂੰ ਕੋਈ ਬਿਲੋਂਗ ਕਰਦਾ, ਉਹਨਾਂ ਨੂੰ ਕਿਸਾਨਾਂ ਦੇ ਜਿਹੜੀਆਂ ਸਟੇਜਾਂ ਆ ਕਿਤੇ ਵੀ ਆ, ਭਾਵੇਂ ਇਹ ਕਹਿੰਦੇ ਸਾਨੂੰ ਇਨਵਾਈਟ ਕੀਤਾ ਸੀਗਾ, ਅਸੀਂ ਤਦ ਕਿਹਾ ਸੀ ਜੇ ਪਹਿਲਾਂ ਇਹਨਾਂ ਦਾ ਵਿਰੋਧ ਕਰਨ ਲੱਗ ਪਏ ਸੀ ਇਹਨਾਂ ਨੂੰ ਵਾਪਸ ਆ ਜਾਣਾ ਚਾਹੀਦਾ ਸੀਗਾ। ਟਵਾਣਾ ਸਾਹਿਬ ਚਲੋ ਅਸੀਂ ਤੇ ਅਰਦਾਸ ਕਰਦੇ ਹਾਂ ਵੀ ਫਤਿਹ ਕਰਕੇ ਆਪਣੇ ਆਪਣੇ ਘਰਾਂ ਨੂੰ ਸਾਰੇ ਥੈਂਕ ਯੂ ਸਰ ਬਲਵੀਰ ਸਿੰਘ ਜੀ। ਬਿਲਕੁਲ, ਵਿਆਹ ਦੇ ਵਿੱਚ ਬੀ ਦਾ ਲੇਖਾ ਬਹੁਤ ਹੀ ਸਿਆਣਪ ਵਾਲੀ ਗੱਲ ਨਹੀਂ ਹੈ। ਸੋ ਇਹ ਮਤਲਬ ਦੇਖੋ, ਹਰਜੀਤ ਸਿੰਘ ਸੱਜਣ ਆਏ ਡਿਫੈਂਸ ਮਿਨਿਸਟਰ, ਉਦੋਂ ਵੀ ਇਹ ਰੌਲਾ, ਜਸਟਿਨ ਟਰੂਡੋ ਆਇਆ ਉਦੋਂ ਵੀ, ਮਤਲਬ ਖਾਲਿਸਤਾਨੀ ਜਾਂ ਇਹ ਮੁੱਦਾ ਕਿਧਰੋਂ ਹੀ ਉਠਾ ਲਿਆ ਜਾਂਦਾ। ਹਾਲਾਂਕਿ ਆਪਾਂ ਨੂੰ ਪਤਾ ਕਿ ਜ਼ਮੀਨੀ ਹਕੀਕਤਾਂ ਕੀ ਨੇ, ਪਰ ਇਹ ਰਾਸ ਆਉਂਦਾ ਨਾ ਵੋਟਰ ਬੈਂਕ ਜਿਹੜਾ ਉਹਦੇ ਨਾਲ ਜੁੜਿਆ।
ਵੋਟਰ ਬੈਂਕ ਕੈਸ਼ ਕੀਤਾ ਜਾਂਦਾ ਹੈ। ਆਸਾ ਜੋਗਿੰਦਰ ਸਿੰਘ ਮਲੇਸ਼ੀਆ ਤੋਂ ਸਵਾਗਤ ਹੈ ਬਾਈ ਜੀ ਤੁਹਾਡਾ। ਜੋਗਿੰਦਰ ਸਿੰਘ ਜੀ ਲਾਈਨ ਤੁਹਾਡੀ ਲਾਈਨ 'ਤੇ ਹੋ? ਨਹੀਂ, ਲਾਈਨ ਕੱਟ ਗਈ, ਮਾਫੀ ਚਾਹੁੰਦੇ ਹਾਂ। ਸੋ ਇਹਦੇ ਵਿੱਚ ਹੁਣ ਫਿਰ ਇਹ ਦੋਸ਼ ਲਾਏ ਨੇ ਕਿ ਕਿਤੇ ਨਾ ਕਿਤੇ ਇਹ ਜਿਹੜੀਆਂ ਧਿਰਾਂ ਨੇ ਇਹ ਆਖੇ ਨੁਕਸਾਨ ਮਤਲਬ ਹਾਈਜੈਕ ਕਰ ਸਕਦੀਆਂ ਨੇ। ਦੱਸੋ, ਕਿਸਾਨ ਜਥੇਬੰਦੀਆਂ ਨੇ 42 ਜਥੇਬੰਦੀਆਂ ਕਿਸਾਨਾਂ ਦੀਆਂ ਨੇ, 300-400 ਜਥੇਬੰਦੀਆਂ ਦੇਸ਼ ਭਰ ਦੀਆਂ ਨੇ। ਕੀ ਉਹ ਹਾਈਜੈਕ ਹੋਣ ਦੇਣਗੇ? ਉਹ ਤਾਂ ਯਾਰ ਸਟੇਜ 'ਤੇ ਨਹੀਂ ਚੜ੍ਹਨ ਦਿੰਦੇ ਜਿਹੜਾ ਉਹਨੂੰ ਲੱਗਦਾ ਕਿ ਵਿਚਾਰਧਾਰਾ ਗਲਤ ਹੈ। ਈਵਨ ਤੁਸੀਂ ਵੇਖੋ ਸ਼ੰਭੂ ਮੋਰਚੇ ਦੇ ਦੀਪ ਸਿੱਧੂ ਦੀ ਸਟੇਜ 'ਤੇ ਵੀ ਕਿਸੇ ਵਿਅਕਤੀ ਨੇ ਖਾਲਿਸਤਾਨ ਦਾ ਨਾਅਰਾ ਲਾਇਆ ਸੀ। ਦੀਪ ਸਿੱਧੂ ਨੇ ਆਪ ਉਸ ਨੂੰ ਗ੍ਰਿਫਤਾਰ ਕਰਵਾਇਆ, ਹੈ ਨਾ। ਅਤੇ ਫਿਰ ਕਿਹੜਾ ਖਾਲਿਸਤਾਨ ਯਾਰ ਉੱਥੇ? ਕਿਉਂ ਐਵੇਂ ਇੱਕ ਚੰਗੀ ਭਲੀ ਜਿਹੜੀ ਮੰਗ ਹੈ ਉਸ ਦੇ ਵਿੱਚ ਤੁਸੀਂ ਇਸ ਤਰ੍ਹਾਂ ਜਿਹੜਾ ਹੈਗਾ ਉਸ ਨੂੰ ਮਿਸਗਾਈਡ ਕਰ ਦਿਓ ਲੋਕਾਂ ਨੂੰ ਉਸ ਮਾਮਲੇ ਦੇ ਵਿੱਚ। ਖੈਰ, ਸੋ ਇਹ ਜਿਹੜੀਆਂ ਇਨਪੁਟ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦਿੱਤੀ ਹੈ, ਆਪਣਾ ਬਿਆਨਾਤ ਜਾਰੀ ਕੀਤੇ ਨੇ ਕਿ ਕਿਸਾਨ ਆਗੂਆਂ ਨੂੰ ਬਹੁਤ ਚੌਕਸ ਰਹਿਣ ਦੀ ਜ਼ਰੂਰਤ ਹੈ। ਸੁਰੱਖਿਆ ਏਜੰਸੀਆਂ ਅੱਖ ਅਤੇ ਕੰਨ ਵਜੋਂ ਵਿਚਰ ਰਹੀਆਂ ਨੇ। ਸੋ ਇਹ ਜਿਸ ਤਰ੍ਹਾਂ ਪਹਿਲਾਂ ਸੀ, ਇਹਦਾ ਮਤਲਬ ਤੁਸੀਂ ਉਹ ਮੰਨ ਲਓ ਉਸ ਮੁੰਡੇ ਦੀ ਗੱਲ ਕਿ ਹੈ ਨਾ ਜਿਹੜਾ ਟਾਰਗੇਟ ਕੀਤਾ ਜਾਣਾ ਸੀਗਾ ਕਿਸਾਨ ਆਗੂਆਂ ਨੂੰ। ਜੇ ਹੁਣ ਤੁਹਾਡੇ ਕੋਲ ਇਨਪੁਟ ਹੈ, ਮਤਲਬ ਕਿਹਾ ਜਾ ਰਿਹਾ ਕਿ ਇਹਨਾਂ ਕਿਸਾਨ ਆਗੂਆਂ ਨੂੰ ਵੀ ਖਤਰਾ, ਫਿਰ ਉਹ ਜਿਹੜਾ ਫੜਿਆ ਸੀ ਉਹ ਸੱਚ ਹੀ ਸੀ ਵੀ ਕਿਸਾਨ ਆਗੂ ਟਾਰਗੇਟ ਕੀਤੇ ਜਾਣਗੇ। ਸਤਿ ਸ਼੍ਰੀ ਅਕਾਲ ਜੀ ਆਪਣਾ ਬਨਵੈਤ ਸਾਹਿਬ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਟਿਵਾਣਾ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਸਟ੍ਰੇਲੀਆ ਤੋਂ ਪਰਮਜੀਤ ਸਿੰਘ ਬਨਵੈਤ ਪਰ ਤੋਂ ਜੀ। ਬਨਵੈਤ ਸਾਹਿਬ, ਕੀ ਅਪਡੇਟ ਚੱਲ ਰਹੀਆਂ ਜੀ? ਮੈਂ ਆਪ ਜੀ ਤੋਂ ਇੱਕ ਦੋ ਸਵਾਲ ਪੁੱਛਾਂਗਾ, ਫਿਰ ਮੈਂ ਆਪ ਜੀ ਨਾਲ ਅੱਗੇ ਗੱਲ ਕਰਾਂਗਾ। ਪਹਿਲੇ ਮੈਨੂੰ ਇਹ ਦੱਸੋ, ਜਿਹੜੇ ਪਿੱਛੇ ਇਲੈਕਸ਼ਨ ਹੋਏ ਸੀ ਪੰਜਾਬ ਦੇ ਅੰਦਰ, ਬੀਜੇਪੀ ਤੇ ਅਕਾਲੀ ਦਲ ਇਕੱਠੇ ਸਨ ਜਦੋਂ ਇਲੈਕਸ਼ਨ ਲੜੇ, ਦੂਸਰੇ ਪਾਸੇ ਉਹਨਾਂ ਦੇ ਅਗੇਂਸਟ ਸੀਗੇ ਕਾਂਗਰਸ ਤੇ ਆਮ ਆਦਮੀ ਪਾਰਟੀ। ਮੇਰਾ ਹੁਣ ਆਪ ਜੀ ਤੋਂ ਸਵਾਲ ਹੈਗਾ, ਜਿੱਥੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹਨਾਂ ਖੜੇ ਹੋ ਰਹੇ ਸੀਗੇ, ਉੱਥੋਂ ਆਪਣਾ ਕੈਪਟਨ ਸਾਹਿਬ ਜਾ ਕੇ 2 ਸੀਟਾਂ ਤੋਂ ਕੈਪਟਨ ਸਾਹਿਬ ਲੜੇ ਸੀਗੇ ਤੇ ਬਿੱਟੂ ਵੀ 2 ਸੀਟਾਂ ਤੋਂ ਲੜਿਆ ਸੀਗਾ। ਕੈਪਟਨ ਸਾਹਿਬ ਲੜੇ ਸੀਗੇ ਬਾਦਲ ਦੇ ਕੋਲ ਉਸ ਸੀਟ ਤੋਂ ਜਾ ਕੇ, ਤੇ ਮੇਰੇ ਖਿਆਲ ਬਿੱਟੂ ਜਿਹੜਾ ਹੈਗਾ ਉਹ ਕਿੱਥੋਂ ਲੜਿਆ ਸੀਗਾ, ਮੈਨੂੰ ਪਹਿਲੇ ਇਹ ਤੁਸੀਂ ਥੋੜਾ ਕਲੀਅਰ ਕਰਿਓ। ਜਲਾਲਾਬਾਦ ਸੀ ਮੇਰੇ ਖਿਆਲ। ਹਾਂਜੀ, ਕਿਹਦੇ ਅਗੇਂਸਟ ਖੜਾ ਸੀਗਾ ਮੈਂ ਪੁੱਛਣਾ ਚਾਹੁੰਦਾ। ਇਹਨਾਂ ਦਾ ਹੀ ਖੜਾ ਸੀ, ਸੁਖਬੀਰ ਉਹਨਾਂ ਦੇ ਤੇ ਉਹਦੇ ਭਗਵੰਤ ਮਾਨ, ਇਹਦੇ ਆਮ ਆਦਮੀ ਪਾਰਟੀ ਦੇ। ਬਿਲਕੁਲ, ਸੁਖਬੀਰ ਦੇ। ਜਦੋਂ ਇਹਨਾਂ ਨੂੰ ਟਿਵਾਣਾ ਸਾਹਿਬ, ਜਦੋਂ ਇਹਨਾਂ ਨੂੰ ਪਤਾ ਸੀਗਾ ਕਿ ਚੰਗੇ ਭਲੇ ਇਹ ਪਟਿਆਲਾ ਤੋਂ ਤੇ ਲੁਧਿਆਣੇ ਤੋਂ ਜਿੱਤ ਸਕਦੇ ਸੀਗੇ, ਉਹਦੇ ਬਾਵਜੂਦ ਜਾ ਕੇ ਕਿਆ ਇਹ ਇਲੈਕਸ਼ਨ ਜਿੱਤਣ ਵਾਸਤੇ ਗਏ ਸੀਗੇ ਉੱਥੇ ਸੁਖਬੀਰ ਬਾਦਲ ਦੇ ਜਾਂ ਪ੍ਰਕਾਸ਼ ਸਿੰਘ ਬਾਦਲ ਦੇ? ਨਹੀਂ ਜੀ, ਜਿਹੜੀਆਂ ਵੋਟਾਂ ਉਹਨਾਂ ਦੇ ਅਗੇਂਸਟ ਪੈਣੀਆਂ ਸਨ, ਉਹਨਾਂ ਵੋਟਾਂ ਨੂੰ ਤੋੜਨ ਵਾਸਤੇ, ਡਿਵਾਈਡ ਕਰਨ ਵਾਸਤੇ ਜਾ ਕੇ ਖੜੇ ਹੋਏ ਸੀਗੇ, ਯਾਨੀ ਸਪੋਰਟ ਦੇਣ ਵਾਸਤੇ ਖੜੇ ਹੋਏ ਸੀਗੇ ਜਾ ਕੇ 2-2 ਸੀਟਾਂ ਤੋਂ। ਠੀਕ ਹੈ ਜੀ, ਗੱਲ ਜਾਇਜ਼ ਹੈ ਨਾ? ਬਿਲਕੁਲ ਬਿਲਕੁਲ ਬਿਲਕੁਲ, ਉਹ ਤਾਂ ਹੈ ਹੀ ਹੈ ਨਾ ਜੀ। ਹਾਂਜੀ, ਸੋ ਇਸ ਕਰਕੇ ਉਹ ਜਿਹੜੀ ਡਿਵਾਈਡ ਹੋਣ ਵਾਲੀਆਂ ਵੋਟਾਂ ਸੀ, ਜਿਹੜੀਆਂ ਉਹਨਾਂ ਦੇ ਅਗੇਂਸਟ ਜਾਣੀਆਂ ਸਨ, ਉਹਨੂੰ ਡਿਵਾਈਡ ਕਰਨ ਵਾਸਤੇ ਜਾ ਕੇ ਖੜੇ ਹੋਏ ਸੀਗੇ। ਪਤਾ ਤਾਂ ਸੀਗਾ ਕਿ ਪਟਿਆਲੇ ਤੋਂ ਤੇ ਲੁਧਿਆਣੇ ਤੋਂ ਆਪਾਂ ਜਿੱਤ ਜਾਣਾ ਜੀ, ਲੇਕਿਨ ਹੁਣ ਇਸ ਤਰ੍ਹਾਂ ਹੀ ਜਾ ਕੇ ਮੈਂ ਦੂਸਰੇ ਚੈਨਲ ਤੇ ਵੀ ਵੇਖ ਰਿਹਾ ਸੀਗਾ, ਲੋਕੀ ਗੱਲ ਕਰ ਰਹੇ ਨੇ ਕਿ ਵੀ ਹੋ ਸਕਦਾ ਬਿੱਟੂ ਜਿਹੜਾ ਉੱਥੇ ਗਿਆ ਹੈਗਾ, ਉੱਥੇ ਜਾ ਕੇ ਜੋ ਹੋ ਹੱਲਾ ਮਚਿਆ ਜੇ, ਉਹਦੇ ਅੰਦਰ ਵੀ ਹੋ ਸਕਦਾ ਰੱਬ ਜਾਣਦਾ ਹੈ ਜਾਂ ਉਹ ਆਪ ਜਾਣਦੇ ਨੇ ਕਿ ਕਿਆ ਉਹ ਸੱਚੀ ਸੀ ਕਹਾਣੀ ਜਾਂ ਕੋਈ ਕਹਾਣੀ ਬਣਾ ਕੇ ਗਏ ਸੀਗੇ। ਜਿਹੜੀ ਉੱਥੇ ਜਾ ਕੇ ਰਾਜ ਕਰੇਗਾ ਖਾਲਸਾ, ਪਹਿਲੇ ਭਾਈ ਸਾਹਿਬ ਬੋਲ ਰਹੇ ਸੀਗੇ ਵੀ ਉਸ ਨੂੰ ਵੀ ਉਹਨੂੰ ਖਾਲਿਸਤਾਨ ਦਾ ਨਾਰਾ ਦੱਸਣ ਦੀ ਇੰਟਰਵਿਊ ਦੇ ਅੰਦਰ ਪ੍ਰੈਸ ਰਿਪੋਰਟਰ ਨਾਲ ਗੱਲ ਕਰਦੇ ਹੋਏ ਕਹੀ ਹੈ। ਦੱਸੋ ਕਿੰਨੇ ਹੈਰਾਨੀ ਦੀ ਗੱਲ ਹੁੰਦੀ ਹੈ। ਯਾਨੀ ਪਰਦੇ ਦੇ ਪਿੱਛੇ ਕੁਛ ਹੋਰ ਵੀ ਹੋ ਸਕਦਾ ਜੇ ਹੁੰਦਾ ਹੋਵੇ, ਕਿਸੇ ਨੂੰ ਕੀ ਪਤਾ ਜੇ। ਮੈਂ ਜਿਹੜਾ ਪਹਿਲੇ ਉਦਾਹਰਨ ਦਿੱਤੇ ਨੇ 2 ਜਗ੍ਹਾ ਤੋਂ ਇਲੈਕਸ਼ਨਾਂ 'ਚ ਖੜੇ ਹੋਣ ਦੇ, ਕੁਛ ਨਹੀਂ ਪਤਾ ਚੱਲਦਾ ਇਹਨਾਂ ਪੋਲੀਟੀਸ਼ੀਅਨਾਂ ਦਾ। ਹਾਂਜੀ, ਰਾਜਨੀਤੀ ਜਿਹੜੀ ਹੈ ਨਾ ਬੜੀ ਮਾੜੀ ਖੇਡਦੇ ਨੇ ਜਿਹੜੇ ਗੇਮਾਂ ਚੱਲਦੀਆਂ ਨੇ ਰਾਜਨੀਤੀ ਦੇ ਅੰਦਰ। ਸੋ ਦੂਸਰੀ ਗੱਲ ਇਹ ਹੈਗੀ ਹੈ, ਹੁਣ ਜਿਹੜੀ ਤੁਸੀਂ ਖਾਲਿਸਤਾਨ ਦੀ ਤੇ ਫਲਾਣੇ ਦੀ ਗੱਲ ਕਰ ਰਹੇ ਹੈਗੇ ਹੋ, ਇਹ ਵੀ ਕਿਸੇ ਵੀ ਚੀਜ਼ ਦੀ ਭੂਮਿਕਾ ਤਿਆਰ ਕੀਤੀ ਜਾਂਦੀ ਹੈ ਜੀ। ਪਹਿਲੇ ਉਸ ਦੇ ਲਈ ਸ਼ੋਰ ਸ਼ਰਾਬਾ ਪਾਉਣਾ ਸ਼ੁਰੂ ਕਰ ਦਿਓ, ਭੂਮਿਕਾ ਤਿਆਰ ਕਰ ਦਿਓ, ਕਿਉਂਕਿ ਅਗਾਂਹ ਪਤਾ ਨਹੀਂ ਕੀ ਪਲਾਨ ਕਿਸੇ ਨੇ ਕੀ ਬਣਾਏ ਬੈਠੇ ਹੋਏ ਹੁੰਦੇ ਹੋਣ। ਸੋ ਇਸ ਕਰਕੇ ਬੜੇ ਫੇਰ ਦੁਬਾਰਾ ਅਰਦਾਸ ਕਰਦੇ, ਪਰਮਾਤਮਾ ਸਭ ਦਾ ਭਲਾ ਕਰੇ, ਕਰਨੇ ਰਹਿਣ। ਔਰ ਗੌਰਮੈਂਟ ਨੂੰ ਵੀ ਆਪਣੀ ਪਰਜਾ ਹੈਗੀ ਹੈ, ਆਪਣੀ ਪਬਲਿਕ ਹੈਗੀ ਹੈ, ਕਿਸਾਨ ਨੇ ਜਿਹੜਾ ਅੰਨ ਪੈਦਾ ਕਰਕੇ ਦਿੰਦੇ ਨੇ, ਤੇ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦਾ ਜਲਦੀ ਤੋਂ ਜਲਦੀ ਨਿਬੇੜਾ ਕਰ ਦੇਣ। ਅਦਰਵਾਈਜ਼ ਹੁਣ ਜਿੰਨੀ ਉੱਥੇ ਭੀੜ ਇਕੱਠੀ ਹੋ ਰੱਖੀ ਹੈ, ਜਿੰਨੇ ਉੱਥੇ ਜਨਤਾ ਆ ਰੱਖੀ ਹੈ, ਤੇ ਜਨਤਾ ਨੂੰ ਵੀ ਸੋਚ ਲੈਣਾ ਚਾਹੀਦਾ ਵੀ ਹੁਣ ਕਿਵੇਂ ਆਪਣੇ ਕਾਨੂੰਨ ਇਹਨਾਂ ਤੋਂ ਵਾਪਸ ਕਰਵਾਉਣੇ ਨੇ ਤੇ ਉਹੋ ਜਿਹੇ ਐਕਸ਼ਨ ਪਲਾਨ ਵੀ ਬਣਾ ਲੈਣ।
ਥੈਂਕ ਯੂ ਬਿਲਕੁਲ। ਸੋ ਇਸ ਦੌਰਾਨ ਇਹ ਸਾਰਾ ਜਿਹੜਾ ਵਰਤਾਰਾ ਵਾਪਰ ਰਿਹਾ। ਸੋ ਇਸ ਵਰਤਾਰੇ ਦੇ ਦੌਰਾਨ ਉਦੋਂ ਜਲਾਲਾਬਾਦ ਤੋਂ ਇਲੈਕਸ਼ਨ ਲੜੇ ਸਨ ਬਿੱਟੂ ਜੀ, ਤੇ ਇਸ ਦੌਰਾਨ ਉਸ ਦੌਰਾਨ ਇਹ ਜਿਹੜਾ ਸਿਲਸਿਲਾ ਚੱਲਿਆ, ਰਵਨੀਤ ਬਿੱਟੂ ਜਲਾਲਾਬਾਦ ਤੋਂ ਇਲੈਕਸ਼ਨ ਲੜੇ। ਜੀ, ਸੋ ਇਸ ਦੌਰਾਨ ਜਿਹੜਾ ਹੈਗਾ ਰਵਨੀਤ ਬਿੱਟੂ 31,500 ਵੋਟਾਂ ਲੈ ਗਿਆ ਸੀਗਾ, 31,539, ਅਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਮਿਲੀਆਂ ਸੀ 56,771, ਅਤੇ ਸੁਖਬੀਰ ਨੂੰ ਮਿਲੀਆਂ ਸੀ 75,271। ਹਾਲਾਂਕਿ ਭਗਵੰਤ ਦੇ ਅਤੇ ਸੁਖਬੀਰ ਦੇ ਦਰਮਿਆਨ 20,000 ਦਾ ਫਰਕ ਪੈਂਦਾ ਵੋਟਾਂ ਦਾ, ਪਰ ਬਿੱਟੂ ਨੂੰ 31,000 ਵੋਟ ਮਿਲੀ ਸੀ। ਸੋ ਇਹ ਕਾਰਨ ਸੀ ਕਿ ਹਰਨਾ ਤਾਂ ਹੈ ਹੀ ਹੈ ਕਾਂਗਰਸ ਨੇ। ਜੇ ਉੱਥੋਂ ਰਵਨੀਤ ਬਿੱਟੂ ਦੀ ਜਗ੍ਹਾ ਕੋਈ ਹੋਰ ਕਮਜ਼ੋਰ ਉਮੀਦਵਾਰ ਜੋ ਉਸ ਹਲਕੇ ਦਾ ਹੁੰਦਾ ਤਾਂ ਸ਼ਾਇਦ ਉਹ 31,000 ਵੋਟ ਵੀ ਨਹੀਂ ਸੀ ਮਿਲਣੀ, ਉਹਨੂੰ 5 ਜਾਂ 10,000 ਵੋਟ ਮਿਲਦੀ, ਕਿਉਂਕਿ ਬਾਕੀਆਂ ਨੂੰ 500 ਮਿਲੀ, ਕਿਸੇ ਨੂੰ 700 ਮਿਲੀ, ਸਿਮਰਨਜੀਤ ਮਾਨ ਨੂੰ 300 ਮਿਲੀ। ਸੋ ਇਹ 31,000 ਵੋਟ ਵੀ ਇਹ ਸੀ ਕਿਉਂਕਿ ਵੱਡਾ ਲੀਡਰ ਸੀ, ਬਾਦਲ ਪਰਿਵਾਰ ਦੇ ਖਿਲਾਫ, ਆਮ ਆਦਮੀ ਪਾਰਟੀ ਦੇ ਖਿਲਾਫ, ਜਾਂ ਜਿਹੜੇ ਕੁਛ ਉੱਧਰ ਵੋਟਰ ਸੀਗੇ ਉਹ ਵੋਟ ਕੈਸ਼ ਕਰ ਗਿਆ ਜਲਾਲਾਬਾਦ ਤੋਂ। ਅਤੇ ਹਾਲਾਂਕਿ ਰਵਾਇਤੀ ਜਿਹੜਾ ਉਮੀਦਵਾਰ ਹੁੰਦਾ ਉਸ ਖਿੱਤੇ ਦਾ, ਕਿਉਂਕਿ ਸੁਖਬੀਰ ਰਵਾਇਤੀ ਉਮੀਦਵਾਰ ਸੀ ਉਸ ਹਲਕੇ ਦਾ, ਅਤੇ ਕਾਂਗਰਸ ਦਾ ਬਿੱਟੂ ਉੱਥੋਂ ਰਵਾਇਤੀ ਉਮੀਦਵਾਰ ਨਹੀਂ ਸੀ, ਇਸ ਕਰਕੇ ਉਹ ਵੋਟਾਂ ਜ਼ਿਆਦਾ ਲੈ ਗਿਆ ਅਤੇ ਉਹ ਭਗਵੰਤ ਦੀ ਵੋਟ ਕਿਤੇ ਨਾ ਕਿਤੇ ਕੱਟੀ ਗਈ। ਇੱਦਾਂ ਜਿਹੜਾ ਸਾਰਾ ਸਿਲਸਿਲਾ ਚੱਲਿਆ ਸੀਗਾ। ਸੋ ਆਮ ਆਦਮੀ ਪਾਰਟੀ ਦੀ ਵੋਟ ਜਿਹੜੀ ਹੈ ਉਹ ਤਕਰੀਬਨ ਇਸ ਦੇ ਵਿੱਚ ਨੁਕਸਾਨੀ ਗਈ ਸੀ। ਸੋ ਖੈਰ, ਅਤੇ ਹੁਣ ਜਿਸ ਤਰ੍ਹਾਂ ਇਨਪੁਟ ਦਿੱਤੇ ਨੇ ਦਿੱਲੀ ਪੁਲਿਸ ਨੇ ਕਿ ਜਿਹੜੀ ISI ਆ, ਜਿਸ ਤਰ੍ਹਾਂ ਕੁਛ ਖਾਲਿਸਤਾਨੀ ਨੇ ਆਖੇ ਇਸ ਸੰਘਰਸ਼ ਨੂੰ ਹਾਈਜੈਕ ਕਰਨਗੇ। ਦੇਖੋ, ਕਿਸੇ ਖਾਲਿਸਤਾਨੀ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ। ਜਿਹੜੇ ਕੁਝ ਖਾਲਿਸਤਾਨੀ ਲੋਕ ਨੇ ਉਹ ਗੁੱਸੇ 'ਚ ਵੀ ਨੇ ਕਿ ਦੀਪ ਸਿੱਧੂ ਨੂੰ ਅੱਗੇ ਲਿਆਓ। ਹਾਲਾਂਕਿ ਦੀਪ ਸਿੱਧੂ ਦਾ ਸਾਰਾ ਲੋਕ ਜਾਣਦੀ ਹੈ ਕਿ ਕੌਣ ਕੀ ਹੈ, ਕੌਣ ਕਿੱਥੋਂ। ਉਹ ਤਾਂ ਹੁਣ ਵੀ ਸਨੀ ਭਈਆ ਕਰ ਰਿਹਾ, ਅਤੇ ਕੀ ਉਮੀਦ ਹੈ ਉਸ ਤੋਂ, ਹੈ ਨਾ, ਕਿ ਉਹ ਖਾਲਿਸਤਾਨੀ ਨੂੰ ਖਾਲਿਸਤਾਨ ਲੈਣ ਦੇਣ ਦੇ ਕਾਬਲ ਹੈ? ਹਰਗਿਜ਼ ਨਹੀਂ, ਹੈ ਨਾ। ਉਹਨੂੰ ਤਾਂ ਜਿਸ ਤਰ੍ਹਾਂ ਕਿੰਨੇ ਹੋਰ ਸਿੱਖਾਂ ਦੇ ਇਸ਼ੂ ਸੀਗੇ, ਹਾਲਾਂਕਿ ਉਹ ਵਕੀਲ ਹੈ, ਪਰਿਵਾਰ 'ਚ ਵਿਆਹ ਹੋਏ ਹੋਣੇ ਨੇ, ਉਹਨੂੰ ਖੁਦ ਵੀ ਪਤਾ ਹੈ ਕਿ ਜਿਹੜਾ ਸਿੱਖਾਂ ਦੇ ਵਾਸਤੇ ਜਿਹੜਾ ਹਿੰਦੂ ਮੈਰਿਜ ਐਕਟ ਲਾਗੂ ਹੁੰਦਾ, ਕੀ ਉਹਨੇ ਕਦੇ ਗੱਲ ਉਠਾਈ ਹੈ ਉਸ ਦੀ? ਹੋਰ ਲਾ ਨਾਲ ਸੰਬੰਧਿਤ ਕਿੰਨੇ ਇਸ਼ੂ ਨੇ, ਚਲੋ ਦੂਜਿਆਂ ਦਾ ਤਾਂ ਉਹਨੂੰ ਨਹੀਂ ਸੀ ਪਤਾ। ਸਿੱਖਾਂ ਦੇ ਵਾਸਤੇ ਉਹਨੇ ਕੀਤਾ ਕੀ ਹੈ? ਟੂ ਬੀ ਵੈਰੀ ਫਰੈਂਕ, ਅੱਜ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹ ਚੀਜ਼ਾਂ ਸਨੀ ਦੇ ਵਾਸਤੇ ਵੋਟਾਂ ਵਟੋਰੀਆਂ ਨੇ, ਉਹਨੇ ਇਕੱਠੀਆਂ ਕੀਤੀਆਂ ਨੇ। ਅੱਜ ਵੀ ਉਹ ਸਨੀ ਭਈਆ ਕਹਿੰਦਾ, ਮਤਲਬ ਅੱਜ ਵੀ ਉਹਦੇ ਨਾਲ ਦਾ ਇੱਕ ਵਿਅਕਤੀ ਸੀ, ਉਹ ਕਹਿੰਦਾ ਸੀ ਧਰਮਿੰਦਰ ਨਾਲ ਕਿਤੇ ਮਿਲਾਂਗੇ, ਕਹਿੰਦਾ ਹਾਂ ਧਰਮਿੰਦਰ ਮਿਲਣਗੇ, ਗੋਡੀ ਹੱਥ ਤਾਂ ਕਹਿੰਦਾ ਲੱਗਣਗੇ, ਚਰਨ ਸਪਰਸ਼ ਤਾਂ ਹੋਏਗਾ ਹੀ ਹੋਏਗਾ, ਹੈ ਨਾ। ਖੈਰ, ਸੋ ਇਸ ਦੌਰਾਨ ਜਿਹੜਾ ਇਹ ਖਾਲਿਸਤਾਨ ਜਾਂ ਨਕਸਲ, ਠੀਕ ਹੈ ਕਿ ਜਿਸ ਤਰ੍ਹਾਂ ਜੋਗਿੰਦਰ ਸਿੰਘ ਉਗਰਾਹਾਂ ਗਰੁੱਪ ਹੈ ਜਾਂ ਹੋਰ ਗਰੁੱਪ ਹੈ, ਇਹਨਾਂ ਦੀ ਵਿਚਾਰਧਾਰਾ ਹੈਗੀ ਆ। ਉਹਨਾਂ ਨੇ ਜਿਹੜੇ ਕਾਮਰੇਡ ਜਾਂ ਮਨੁੱਖੀ ਹਕੂਕ ਦੀ ਲੜਾਈ ਲੜਨ ਵਾਲੇ ਲੋਕ ਸੀਗੇ, ਜਿਹੜੇ ਪ੍ਰੋਫੈਸਰ ਬੁੱਧੀਜੀਵੀ ਸੀ, ਜਿਨ੍ਹਾਂ ਨੂੰ ਮੋਦੀ ਸਰਕਾਰ ਨੇ ਡੱਕਿਆ ਹੋਇਆ, ਉਹਨਾਂ ਦੇ ਵਾਸਤੇ ਉਹਨਾਂ ਨੇ ਜ਼ਰੂਰ ਆਖਿਆ ਕਿ ਬੰਦੇ ਰਿਹਾ ਕੀਤੇ ਜਾਣੇ ਚਾਹੀਦੇ ਨੇ। ਹੋਰ ਉਹਨਾਂ ਨੇ ਜਿਹੜਾ ਖੱਬੇ ਪੱਖੀ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਬੰਦੇ ਨੂੰ ਸਟੇਜ ਨਹੀਂ ਲੱਗਣ ਦਿੱਤੀ। ਫਿਰ ਕਿਵੇਂ ਨਕਸਲੀ ਅਤੇ ਕਿਵੇਂ ਖਾਲਿਸਤਾਨੀ ਇਸਰਾਇਲੀ ਨੂੰ ਹਾਈਜੈਕ ਕਰ ਜਾਣਗੇ? ਖੈਰ, ਦੂਜੇ ਪਾਸੇ ਅਰਨਬ ਗੋਸਵਾਮੀ ਦੇ ਉੱਤੇ ਦੋਸ਼ ਲਾਏ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਕਿ ਨਰਿੰਦਰ ਮੋਦੀ ਉਹ ਸ਼ਖਸ ਹੈ ਜਿਸ ਨੇ ਬਾਲਾਕੋਟ ਹਵਾਈ ਹਮਲੇ ਦੀ ਅਗਾਊਂ ਜਾਣਕਾਰੀ ਰਿਪਬਲਿਕ TV ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਤੱਕ ਪੁੱਜਦੀ ਕੀਤੀ ਸੀ। ਸੋ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਆਖਿਆ ਕਿ ਭਾਵੇਂ ਉਹਨਾਂ ਦੇ ਦਾਅਵੇ ਦੀ ਪੁਸ਼ਟੀ ਦਾ ਕੋਈ ਸਬੂਤ ਨਹੀਂ ਦੇ ਸਕਦੇ, ਪਰ ਇਹ ਸੱਚ ਹੈ ਕਿ ਪ੍ਰਧਾਨ ਮੰਤਰੀ ਆਫਿਸ ਨੇ ਵੀ ਅਜੇ ਰਾਹੁਲ ਦੇ ਇਹਨਾਂ ਦਾਅਵਿਆਂ ਦਾ ਕੋਈ ਜਵਾਬ ਨਹੀਂ ਦਿੱਤਾ। ਸੋ ਭਾਰਤੀ ਹਵਾਈ ਸੈਨਾ ਨੇ 2019 ਦੇ ਵਿੱਚ ਬੇਹੱਦ ਗੁਪਤ ਆਪਰੇਸ਼ਨ ਦੇ ਤਹਿਤ ਪਾਕਿਸਤਾਨ ਦੇ ਬਾਲਾਕੋਟ ਦੇ ਵਿੱਚ ਹਵਾਈ ਹਮਲੇ ਕੀਤੇ ਸੀ। ਤਾਮਿਲਨਾਡੂ ਦੇ ਵਿੱਚ ਚੋਣ ਕੰਪੇਨ ਹੋਣ ਦੌਰਾਨ ਇੱਕ ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਬਾਲਾਕੋਟ ਹਵਾਈ ਹਮਲੇ ਦੇ ਵਿੱਚ ਸਿਰਫ 5 ਲੋਕਾਂ ਨੂੰ ਅਗਾਊਂ ਪਤਾ ਸੀ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਸ਼ਾਮਲ ਸੀ। ਸੋ ਰਾਹੁਲ ਨੇ ਆਖਿਆ ਕਿ ਜੇ ਪ੍ਰਧਾਨ ਮੰਤਰੀ ਨੇ ਇਹ ਸਭ ਕੁਝ ਨਹੀਂ ਕੀਤਾ ਤਾਂ ਉਹ ਇਸ ਜਾਂਚ ਦਾ ਹੁਕਮ ਕਿਉਂ ਨਹੀਂ ਦਿੰਦੇ? ਇਸ ਜਾਂਚ ਬਾਰੇ ਸੋਚਿਆ ਜਾਵੇ। ਅਤੇ ਇਸ ਦੇ ਬਾਰੇ ਜਿਹੜਾ ਸੰਸਦੀ ਮੈਂਬਰ ਨੇ, ਜੋ ਵੱਖ-ਵੱਖ ਸੰਸਦੀ ਮੈਂਬਰਾਂ ਦੀ ਕਮੇਟੀ ਹੁੰਦੀ ਹੈ ਵੱਖ-ਵੱਖ ਪਾਰਟੀਆਂ ਦੀ, ਉਹਨਾਂ ਤੋਂ ਅਰਨਬ ਗੋਸਵਾਮੀ ਦੇ ਖਿਲਾਫ ਜਿਹੜੀ ਹੈ ਜਾਂਚ ਸ਼ੁਰੂ ਕਰਾਈ ਜਾਵੇ। ਸੋ ਇਹ ਤਾਮਿਲਨਾਡੂ ਦੇ ਕਰੂਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਅੱਜ ਦੋਸ਼ ਸਿੱਧੇ ਪ੍ਰਧਾਨ ਮੰਤਰੀ ਦੇ ਉੱਤੇ ਲਾ ਦਿੱਤੇ ਨੇ ਅਤੇ ਡਿਫੈਂਸ ਮਿਨਿਸਟਰ 'ਤੇ ਲਾ ਦਿੱਤੇ ਨੇ ਰਾਹੁਲ ਗਾਂਧੀ ਨੇ। ਸੋ ਇਹ ਅਰਨਬ ਦਾ ਜਿਹੜਾ ਮਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਗਰਮ ਹੋਏਗਾ।
ਤੇ ਉਧਰ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਵੀ ਗਰਮ ਹੋ ਰਹੇ ਨੇ ਕਿ 1.5 ਸਾਲ ਦੇ ਲਈ ਮੁਅੱਤਲ ਕਰਨਾ ਤੇ ਸਾਂਝੀ ਕਮੇਟੀ ਬਣਾਉਣਾ ਸਰਕਾਰ ਦੀ ਸਭ ਤੋਂ ਵਧੀਆ ਤਜਵੀਜ਼ ਸੀ। ਇਹ ਉਹਨਾਂ ਨੇ ਫਿਰ ਅੱਜ ਆਪਣਾ ਬਿਆਨ ਦੁਹਰਾਇਆ। ਕੱਲ੍ਹ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਕਿ ਅਸੀਂ ਆਪਣਾ ਸਭ ਤੋਂ ਵਧੀਆ ਬਦਲ ਸੀ, ਅਸੀਂ ਇਹ ਧਾਰ ਕੇ ਗਏ ਸੀ ਕਿ ਅੱਜ ਕਿਸਾਨਾਂ ਨੂੰ ਖੁਸ਼ ਕਰਨਾ ਹੈ, ਉਹਨਾਂ ਨੂੰ ਮਨਾ ਲੈਣਾ ਤੇ ਸਭ ਤੋਂ ਵਧੀਆ ਆਪਸ਼ਨ ਜਿਹੜੀ ਅਸੀਂ ਦੇ ਸਕਦੇ ਹਾਂ ਉਹ ਦਿੱਤੀ ਹੈ। ਤੇ ਇਸ ਤੋਂ ਲੱਗਦਾ ਕਿ ਅਜੇ ਸਰਕਾਰ ਰੈਲੀ ਦਾ ਰੌਂ ਦੇਖਣ ਦੀ ਤਿਆਰੀ ਦੇ ਵਿੱਚ ਹੈ। ਉਹ ਅਜੇ ਇਹ ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਇਸ ਕਾਨੂੰਨ ਦੀ ਵਿੱਚ ਕੋਈ ਸੋਧ ਕਰ ਸਕਦੇ ਹਾਂ, ਪਰ ਉਹਨਾਂ ਨੇ ਆਖਿਆ ਕਿ ਸੁਪਰੀਮ ਕੋਰਟ ਵੱਲੋਂ ਜਿਹੜੀ ਖੇਤੀ ਕਾਨੂੰਨਾਂ ਬਾਰੇ ਕਮੇਟੀ ਹੈ ਤੇ ਉਹ ਖੇਤੀ ਤੇ ਕਿਸਾਨਾਂ ਨਾਲ ਜੁੜੀਆਂ ਹੋਰ ਜਥੇਬੰਦੀਆਂ ਨਾਲ 27 ਜਨਵਰੀ ਨੂੰ ਦੂਜੇ ਗੇੜ ਦੀ ਗੱਲਬਾਤ ਕਰੇਗੀ। ਉਹ ਹੁਣ ਕਮੇਟੀ ਦੀ ਕੀ ਹੈਸੀਅਤ ਆ, 3 ਟੰਗੀ ਕਮੇਟੀ ਰਹਿ ਗਈ ਆ, ਉਹ ਰਿਪੋਰਟਾਂ ਸੁਪਰੀਮ ਕੋਰਟ ਨੂੰ ਦੇ ਦੇਗੀ। ਸੁਪਰੀਮ ਕੋਰਟ ਖੁਦ ਕਹਿੰਦਾ ਉਹ ਸਿੱਧਾ ਇੰਟਰਵੀਨ ਨਹੀਂ ਕਰ ਸਕਦੇ ਇਸ ਮਾਮਲੇ 'ਚ, ਕਿਉਂਕਿ ਸੁਪਰੀਮ ਕੋਰਟ ਕਿਸ ਆਧਾਰ 'ਤੇ ਕਰੇਗਾ? ਇਹ ਮਸਲਾ ਸਟੇਟ ਦਾ, ਕਾਨੂੰਨ ਬਣਾਉਣਾ ਰਾਜਾਂ ਦਾ ਮਸਲਾ ਹੈ, ਇਹ ਸੈਂਟਰ ਦਾ ਮਸਲਾ ਨਹੀਂ, ਸੈਂਟਰ ਦਾ ਅਧਿਕਾਰ ਨਹੀਂ। ਸੋ ਸੁਪਰੀਮ ਕੋਰਟ ਦਾ ਜੱਜ ਆਪਣੇ ਸੰਵਿਧਾਨ ਦੇ ਖਿਲਾਫ ਜਨਤਕ ਤੌਰ 'ਤੇ ਕਿਵੇਂ ਜਾਵੇਗਾ? ਤੇ ਇਸ ਤੋਂ ਬਾਅਦ ਫਿਰ ਇਹ ਮਸਲਾ ਇੰਟਰਨੈਸ਼ਨਲ ਕੋਰਟਾਂ 'ਚ ਵੀ ਉੱਠੇਗਾ ਕਿ ਤੁਹਾਡਾ ਕੌਨਸਟੀਟਿਊਸ਼ਨ ਇਹ ਕਹਿੰਦਾ ਹੈ ਤੇ ਤੁਸੀਂ ਆਪਣੇ ਹੀ ਕਾਨੂੰਨ ਦੇ ਖਿਲਾਫ ਚੱਲ ਕੇ ਕਾਨੂੰਨ ਬਣਾ ਰਹੇ ਹੋ, ਹੈ ਨਾ। ਤੇ ਇੱਥੇ ਕਿਤੇ ਨਾ ਕਿਤੇ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਜਸਟਿਸ ਸ਼ਰਦ ਅਰਵਿੰਦ ਬੋਬੜੇ ਪਿੱਛੇ ਹਟੇ ਨੇ ਇਸ ਸਾਰੇ ਮਾਮਲੇ ਤੋਂ, ਤੇ ਲੱਗਦਾ ਨਹੀਂ ਕਿ ਸ਼ਰਦ ਅਰਵਿੰਦ ਬੋਬੜੇ ਇਸ ਮਾਮਲੇ ਦੇ ਵਿੱਚ ਮੋਦੀ ਸਰਕਾਰ ਦੀ ਕੋਈ ਬਹੁਤੀ ਸਹਾਇਤਾ ਕਰਨਗੇ। ਜੇ ਕਰਨਗੇ ਤਾਂ ਨਿੱਘਰ ਆਲੋਚਨਾ ਸਹਿਣੀ ਪਵੇਗੀ। ਲੋਕ ਅਗਰੈਸਿਵ ਹੋ ਰਹੇ ਨੇ, ਉਹ ਗੱਲ ਸਮਝ ਲੈਣੀ ਚਾਹੀਦੀ ਹੈ, ਕਿਉਂਕਿ ਦਿੱਲੀ ਦੇ ਆਸ-ਪਾਸ ਇਲਾਕਿਆਂ ਦੇ ਵਿੱਚ ਹੁਣੇ ਹੀ ਦੂਰ ਤੱਕ ਜਾਮ ਲੱਗ ਗਏ ਨੇ। ਟਰੈਕਟਰਾਂ ਦੀ ਤਾਦਾਦ ਲੱਖਾਂ ਤੱਕ ਜਾ ਸਕਦੀ ਹੈ। ਪੰਜਾਬ ਤੋਂ ਤਕਰੀਬਨ 1.5 ਲੱਖ ਦੇ ਕਰੀਬ ਟਰੈਕਟਰ ਉਸ ਦੇ ਵਿੱਚ ਸ਼ਾਮਲ ਹੋ ਰਹੇ ਨੇ। ਮੋਟੇ ਅੰਦਾਜ਼ੇ ਨੇ। ਹਰਿਆਣੇ ਤੋਂ ਵੀ ਲੱਖ ਦੇ ਕਰੀਬ ਟਰੈਕਟਰ ਨੇ ਜਿਹੜੇ ਸ਼ਾਮਲ ਹੋ ਰਹੇ ਨੇ। ਬਾਕੀ ਨੇੜਲੇ ਸੂਬਿਆਂ ਤੋਂ ਯੂਪੀ ਤੋਂ 25-30 ਹਜ਼ਾਰ ਟਰੈਕਟਰਾਂ ਦਾ ਦਾਅਵਾ ਕੀਤਾ ਗਿਆ, ਉੱਤਰਾਖੰਡ ਤੋਂ ਹੈ। ਸੋ ਇਸ ਹਿਸਾਬ ਦੇ ਨਾਲ ਤਾਂ 3-4 ਲੱਖ ਤੋਂ ਵੱਧ ਜਿਹੜੀ ਹੈ ਉਹ ਤਾਦਾਦ ਹੋ ਸਕਦੀ ਹੈ, ਕਿਉਂਕਿ ਜਿਵੇਂ ਜਗ੍ਹਾ ਮਿਲ ਰਹੀ ਹੈ ਕਿਸਾਨਾਂ ਨੂੰ, ਜਿਵੇਂ ਕਿਸਾਨ ਜਿੱਤ ਰਹੇ ਨੇ ਆਪਣੇ ਇਸ ਅੰਦੋਲਨ ਨੂੰ ਸਟੈਪ ਬਾਈ ਸਟੈਪ, ਸੋ ਤਿਵੇਂ ਕਿਤੇ ਨਾ ਕਿਤੇ ਇਹ ਮਸਲਾ ਜਿਹੜਾ ਹੈਗਾ ਸੈਂਟਰ ਸਰਕਾਰ ਦੇ ਗਲੇ ਦੀ ਹੱਡੀ ਵੀ ਬਣ ਰਿਹਾ, ਭਾਵੇਂ ਕਿ ਉਹ ਇਸ ਮਾਮਲੇ ਦੇ ਵਿੱਚ ਅਜੇ ਇਹ ਗੱਲ ਜਿਹੜੀ ਅਦੁਚਿਤੀ ਦੇ ਵਿੱਚ ਨੇ ਦੱਸਣ ਨੂੰ ਤਿਆਰ ਨਹੀਂ ਕਿ ਉਹ ਇਸ ਮਾਮਲੇ ਦੇ ਵਿੱਚ ਕਿੱਥੇ ਤੱਕ ਪੁੱਜਣਗੇ। ਬਹੁਤ ਸਾਰੇ ਲੋਕ, ਖਾਸ ਕਰਕੇ ਜਿਹੜੇ ਅਮੀਰ ਲੋਕ ਨੇ ਨਾ, ਉਹ ਤਾਂ ਆਪਣੀ ਪ੍ਰੈਗਨੈਂਸੀ ਦੇ ਵੀ ਪੈਸੇ ਬਣਾਉਂਦੇ ਨੇ। ਇਹ ਇੱਕ ਟ੍ਰੈਂਡ ਬਣ ਗਿਆ। ਇਹਦੇ ਬਾਰੇ ਇੱਕ ਰਿਪੋਰਟ ਪੇਸ਼ ਕਰਾਂਗੇ। ਇਸ ਵਕਤ ਆਪਣੀ ਲਾਈਨ ਸਰਵਣ ਸਿੰਘ ਪੰਧੇਰ ਨਾਲ ਜੁੜ ਚੁੱਕੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਸਰਵਣ ਸਿੰਘ ਪੰਧੇਰ ਆਪਣੇ ਨਾਲ ਜੁੜ ਚੁੱਕੇ ਨੇ। ਪੰਧੇਰ ਸਾਹਿਬ, ਸਵਾਗਤ ਹੈ ਤੁਹਾਡਾ। ਧੰਨਵਾਦ। ਪੰਧੇਰ ਸਾਹਿਬ, ਅੱਜ ਦੀ ਮੀਟਿੰਗ ਸੀ ਤੁਹਾਡੇ ਜਿਹੜਾ ਸੀ, ਤੁਸੀਂ ਉਸ ਗੱਲ 'ਤੇ ਜਦੋਂ ਕਾਇਮ ਹੋ ਕੇ ਰਿੰਗ ਰੋਡ ਦੀ ਗੱਲ ਹੋਈ ਸੀ, ਕੀ ਅਪਡੇਟ ਹੈ ਇਸ ਦੇ ਬਾਰੇ? ਹੁਣ ਤੁਹਾਡੀ ਜਥੇਬੰਦੀ ਦੀ ਮੇਰੇ ਖਿਆਲ ਮੀਟਿੰਗ ਵੀ ਸੀ ਹੋ ਰਹੀ। ਇਹੀ ਅਸੀਂ ਉਸ ਗੱਲ ਤੇ ਕਾਇਮ ਤੇ ਰਿੰਗ ਰੋਡ ਤੇ ਜੀ ਟਰੈਕਟਰ ਪਰੇਡ ਕਰਾਂਗੇ ਸ਼ਾਂਤਮਈ ਪੀਸਫੁਲੀ। ਤੇ ਸਾਡੀ ਫੋਰਸ ਨੂੰ ਵੀ ਅਪੀਲ ਕੀਤੀ ਸਾਨੂੰ ਇੱਥੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਕੋਈ ਸਾਡੇ ਨਾਲ ਟਕਰਾਵਾ ਨਹੀਂ ਹੋਊਗਾ। ਨੌਜਵਾਨਾਂ ਨੂੰ ਮੇਰੀ ਖਾਸ ਕਰਕੇ ਬੇਨਤੀ ਆ ਕਿ ਦੇਖੋ, ਤੁਸੀਂ ਬੜੇ ਇਸ ਮੋਰਚੇ ਦੇ ਵਿੱਚ ਬਹੁਤ ਵਧੀਆ ਤੁਹਾਡਾ ਯੋਗਦਾਨ ਰਿਹਾ। ਅਸੀਂ ਪੀਸਫੁਲੀ ਸ਼ਾਂਤਮਈ ਤਰੀਕੇ ਨਾਲ ਸਾਰੇ ਜਿਹੜੇ ਮਾਪੇ ਸਾਰੇ ਅਪੀਲ ਪੀਸਫੁਲੀ ਤਰੀਕੇ ਨਾਲ ਇਹਨੂੰ ਕਰੀਏ। ਅਗਲਾ ਵੀ ਐਲਾਨ ਆ ਗਿਆ ਵਾ, ਠੀਕ ਹੈ ਜੀ। ਸਾਡੇ ਲਈ ਪਰੇਡ ਕਰਨਾ ਵੱਡੀ ਗੱਲ ਨਹੀਂ, ਪਰੇਡ ਕਰਕੇ ਸ਼ਾਂਤਮਈ ਤਰੀਕੇ ਨਾਲ ਮੁੜਨਾ ਵੱਡਾ ਵਾ। ਇਹ ਅਸੀਂ ਸ਼ਾਂਤਮਈ ਤਰੀਕੇ ਨਾਲ ਕਰੀਏ। ਅਸੀਂ ਉਸ ਗੱਲ ਤੇ ਕਾਇਮ ਆ, ਕੋਈ ਸਕਰਾਰ ਨਾਲ ਟਕਰਾਵਾ ਨਹੀਂ ਕਰਾਂਗਾ। ਆਪ ਨੂੰ ਸੰਵਿਧਾਨਕ ਤੌਰ ਤੇ ਹੱਕ ਆ ਗਣਰਾਜ ਦਿਹਾੜਾ ਮਨਾਉਣਾ ਤਾਂ ਅਸੀਂ ਮਨਾਵਾਂਗੇ ਜੀ। ਪੰਧੇਰ ਸਾਹਿਬ, ਜਿਹੜੀ ਤੁਹਾਡੀ ਮੀਟਿੰਗ ਦਿੱਲੀ ਪੁਲਿਸ ਦੇ ਨਾਲ ਹੋਈ ਸੀ, ਉਹਦੇ 'ਚ ਉਹ ਰਜ਼ਾਮੰਦ ਨਹੀਂ ਇਸ ਗੱਲ ਨੂੰ ਲੈ ਕੇ, ਜਾਂ ਉਹ ਆਪਣੀ ਪ੍ਰੋਟੈਕਸ਼ਨ ਨਾਲ ਰੱਖਦੇ ਨੇ? ਤਾਂ ਤੁਸੀਂ ਕਿਹੜਾ ਉੱਥੇ ਜਾ ਕੇ ਕੋਈ ਮੋਰਚਾ ਲਾ ਲੈਣਾ, ਜਾਂ ਉੱਥੇ ਸੜਕ ਥੋੜ੍ਹੀ ਪੱਟਣੀ ਆ, ਤੁਸੀਂ ਪਰੇਡ ਕਰਨੀ ਆ। ਵੈਸੇ ਵੀ 26 ਜਨਵਰੀ ਦਾ ਦਿਨ ਜਿਹੜਾ ਹੈਗਾ ਸ਼ਾਂਤਮਈ ਹੁੰਦਾ, ਲੋਕ ਘਰਾਂ 'ਚੋਂ ਘੱਟ ਨਿਕਲਦੇ ਨੇ, ਤੇ ਰਿੰਗ ਰੋਡ ਦੇ ਉੱਤੇ ਜਾਣ ਤੇ ਦਿੱਕਤ ਕੀ ਹੈ? ਅਜੇ ਪੁਲਿਸ ਰਜ਼ਾਮੰਦ ਨਹੀਂ, ਐਗਰੀ ਨਹੀਂ? ਜੇ ਤੁਹਾਡੀ ਮੀਟਿੰਗ ਦੇ ਵਿੱਚ ਕੀ ਹੋਇਆ? ਦੋ ਦੌਰ 'ਚ ਗੱਲਬਾਤ ਹੋਈ ਹੈ, ਬੜੀ ਵਧੀਆ ਹੋਈ ਆ। ਸੀਨੀਅਰ ਲੀਡਰ ਉਹਨਾਂ ਦੇ ਸੁਰਿੰਦਰ ਯਾਦਵ ਜੀ ਆਏ ਸੀ ਮੇਰੇ ਕੋਲ, ਜੁਆਇੰਟ ਕਮਿਸ਼ਨਰ ਨੇ, ਵੱਡੇ ਲੀਡਰ ਪੁਲਿਸ ਦੇ ਵੱਡੇ ਅਧਿਕਾਰੀ। ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਸੀ ਸਾਨੂੰ ਜਿਹੜਾ ਵਾ ਜਾਣ ਦਿੱਤਾ ਜਾਵੇ। ਉਹਨਾਂ ਨੇ ਵੀ ਕਿਹਾ ਸੀ ਵੀ ਤੁਸੀਂ ਸਾਡੇ ਵਾਲੀ ਪ੍ਰਪੋਜ਼ਲ ਤੇ ਵਿਚਾਰ ਕਰੋ, ਅਸੀਂ ਤੁਹਾਡੇ ਵਾਲੀ ਵਿਚਾਰਦੇ ਹਾਂ। ਇਹੀ ਗੱਲ ਹੋਈ ਸੀਗੀ। ਇਸ ਗੱਲ ਤੇ ਮੀਟਿੰਗ ਕਰਾਉਣ ਦੋਹਰੇ ਕਦੋਂ ਸੱਦੇ ਆ ਪਤਾ ਲੱਗੂਗਾ। ਅਸੀਂ ਪੀਸਫੁਲੀ ਤਰੀਕੇ ਨਾਲ ਕਰਾਂਗੇ। ਸਾਨੂੰ ਸਾਰਿਆਂ ਨੂੰ ਬਿਲਕੁਲ ਸ਼ਾਂਤੀ ਬਣਾਈ ਰੱਖਣਾ ਚਾਹੀਦਾ, ਕੋਈ ਇਹੋ ਜਿਹਾ ਨਾ ਕਰੀਏ ਸਾਡਾ ਦੁਨੀਆ 'ਚ ਜਿਹੜੀ ਕੋਈ ਡਿਸਕਸ਼ਨ ਹੋ ਸਕਦੀ ਹੈ, ਅਰਲੀ ਮਾਰਨਿੰਗ ਵੀ ਜੈਸ ਹੋ ਸਕਦੀ ਹੈ ਕੋਈ ਰੂਟ ਦੀ, ਤੁਹਾਨੂੰ ਜਾਂ ਟਕਰਾਅ ਨਾ ਹੋਵੇ।
ਹਾਂ ਸਾਨੂੰ ਤਾਂ ਆਸ ਹੈ ਸਰਕਾਰ ਨੂੰ, ਸਾਨੂੰ ਪੀਸਫੁਲ ਸਾਖਿਆ ਸਾਨੂੰ ਹੱਥਕੜੀ ਲਾ ਲਓ। ਮੈਂ ਤਾਂ ਕਹਿੰਦਾ ਚਲੋ ਹੱਥਕੜੀ ਲਾ ਲਓ, ਹੱਥਕੜੀਆਂ ਹੱਥਾਂ ਨੂੰ ਲਾ ਕੇ ਜਾਣ ਨੂੰ ਤਿਆਰ ਆ, ਪਰ ਉੱਥੇ ਜਾਣ ਦਿਓ। ਅੱਛਾ, ਥੋੜ੍ਹਾ ਜਿਹਾ ਪੰਧੇਰ ਸਾਹਿਬ, ਜਿਸ ਰੂਟ 'ਤੇ ਤੁਸੀਂ ਜਾਣਾ ਚਾਹੁੰਦੇ ਹੋ ਉਹਦੇ 'ਤੇ ਬੈਰੀਕੇਡਿੰਗ ਹੈ ਇਹਨਾਂ ਦੀ, ਜਾਂ ਫਿਰ ਜੇ ਬੈਰੀਕੇਡ ਰੋਕਦੇ ਨੇ ਤੁਸੀਂ ਪੈਦਲ ਮਾਰਚ ਵੀ ਸ਼ੁਰੂ ਕਰ ਸਕਦੇ ਹੋ ਉਸ ਰੂਟ 'ਤੇ, ਕਿਉਂਕਿ 50 ਕਿਲੋਮੀਟਰ ਰੂਟ ਹੈ ਉਹ ਰਿੰਗ ਰੋਡ ਦਾ, ਜਿੱਥੇ ਤੱਕ ਤੁਸੀਂ ਪੈਦਲ ਵੀ ਜਾਓਗੇ ਹੀ, ਇਹ ਤਾਂ ਕਲੀਅਰ ਹੈ, ਜੇ ਵਾਹਨ ਨਹੀਂ ਨਿਕਲ ਦੇਣਗੇ ਪੈਦਲ ਤਾਂ ਰੋਕਣਾ ਔਖਾ ਇੰਨੀ ਸੰਗਤ ਨੂੰ, ਇੰਨੇ ਇਕੱਠ ਨੂੰ। ਅਤੇ ਕੀ ਮਤਲਬ ਫਿਰ ਉਹ ਜਿਹੜੇ ਰੂਟ 'ਤੇ ਤੁਸੀਂ ਜਾਣਾ ਚਾਹੁੰਦੇ ਹੋ ਉਸ 'ਤੇ ਬੈਰੀਕੇਡਿੰਗ ਸਖਤ ਹੈ, ਜੇ ਤੁਹਾਨੂੰ ਬੈਰੀਕੇਡ ਤੋੜਨਾ ਪੈ ਸਕਦਾ? ਦੇਖੋ ਸਾਡਾ ਇਸ ਕਿਸਮ ਦਾ ਕੋਈ ਨਹੀਂ ਗਾ, ਸਾਡਾ ਅਸੀਂ ਜਾਵਾਂਗੇ, ਸਰਕਾਰ ਆਪਣੇ ਨੂੰ ਜ਼ਬਰ ਕਰੇ ਜੋ ਮਰਜ਼ੀ ਕਰੇ, ਅਸੀਂ ਪੀਸਫੁਲੀ ਕਰਾਂਗੇ। ਆਸ ਤਾਂ ਅਸੀਂ ਰੱਖੀ ਆ ਵੀ ਪੀਸਫੁਲੀ ਇਹਨੂੰ ਕਰਨ ਦੇਣ ਸਾਨੂੰ, ਤੇ ਕਰਕੇ ਵਾਪਸ ਸੰਵਿਧਾਨ ਉਹਨਾਂ ਨੂੰ। ਅਸੀਂ ਤਾਂ ਇੱਥੋਂ ਤੱਕ ਤੁਹਾਡੇ ਸ਼ੰਕੇ ਵੀ ਅਸੀਂ ਦਿੱਲੀ ਦੇ ਅੰਦਰ ਸਾਰੀ ਬੈਰੀਕੇਡਿੰਗ ਕਰ ਲਓ, ਤੇ ਅਸੀਂ ਅੰਦਰ ਨਹੀਂ ਜਾਂਦੇ, ਮੁੜ ਕੇ ਆਵਾਂਗੇ। ਜਿਹੜਾ ਡਰ ਆ ਨਾ ਉੱਥੇ ਕੋਈ ਰਹੂਗਾ, ਕੋਈ ਰਹੂਗਾ ਮੈਂ ਹੱਥ ਜੋੜ ਕੇ ਉਹਨੂੰ ਬਣਾ ਕੇ ਲਿਆਊਂਗਾ। ਠੀਕ ਹੈ ਜੀ। ਰਿੰਗ ਰੋਡ ਤੇ ਕਿੱਥੋਂ ਤੱਕ ਤੁਸੀਂ ਆਗਿਆ ਮੰਗ ਰਹੇ ਹੋ? ਪੂਰਾ 47-48 ਕਿਲੋਮੀਟਰ ਸਿਰੇ ਤੱਕ? ਹਾਂ 47-48 ਕਿਲੋਮੀਟਰ ਘੁੰਮ ਕੇ, ਕਿਉਂਕਿ ਉਹ ਥੱਲੇ ਲੋਕਾਂ 'ਚ ਹੈ ਹੀ ਨੀਗਾ, ਉਹ ਉੱਤੇ ਆ, ਲੋਕਾਂ ਨੂੰ ਉਹਦੀ ਡਿਸਟਰਬੈਂਸ ਹੁੰਦੀ ਨੀ ਗੀ, ਉਹਦੇ ਤੇ ਕੋਈ ਵੀ ਆਂਦੇ ਬੱਤੀਆਂ ਦਾ ਚੌਂਕ ਨਹੀਂ ਹੈਗਾ। ਠੀਕ ਆ ਜੀ, ਠੀਕ ਹੈ ਜੀ। ਤੇ ਇਸ ਕਰਕੇ ਆ ਵੀ ਉਹ ਜਿਹੜਾ ਵਾ ਉਹ ਵਧੀਆ ਰਹੂਗਾ, ਨਾਲੇ ਉਹਦੇ ਨਾਲ ਕੋਈ ਲੋਕਾਂ ਨੂੰ ਡਿਸਟਰਬ ਨਹੀਂ ਹੋਊਗਾ, ਨਾ ਉਹਨਾਂ ਨੂੰ ਕੋਈ ਲੋਕਾਂ ਨਾਲ ਨੁਕਸਾਨ ਹੋਊਗਾ। ਠੀਕ ਹੈ ਜੀ। ਅਸੀਂ ਉੱਥੇ ਚਾਹੁੰਦੇ ਵੀ ਸਾਨੂੰ ਪੀਸਫੁਲੀ ਤਰੀਕੇ ਨਾਲ ਕਰਨ ਦਿੱਤਾ ਜਾਵੇ। ਪੰਧੇਰ ਸਾਹਿਬ, ਤੁਹਾਡੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਉਹ ਦੂਜੇ ਰੂਟ ਨਹੀਂ ਅਡਾਪਟ ਕਰੇਗੀ, ਤੁਸੀਂ ਕੋਸ਼ਿਸ਼ ਕਰੋਗੇ ਰਿੰਗ ਰੋਡ ਦੀ, ਜਿਹੜਾ ਅਜੇ ਤੱਕ ਬੈਨ ਹੈ, ਖੋਲਿਆ ਨਹੀਂ ਹੈ ਨਾ? ਹਾਂ ਸਾਡੀ ਕੋਸ਼ਿਸ਼ ਹੋਊ, ਸਾਡੀ ਕੋਸ਼ਿਸ਼। ਅੱਛਾ, ਕਿੰਨੇ ਕੁ ਵਜੇ, ਮਤਲਬ ਦੂਸਰਿਆਂ ਦਾ ਤਾਂ ਵੱਖ-ਵੱਖ ਸ਼ਡਿਊਲ ਆ ਗਿਆ, ਤੁਹਾਡਾ ਕਿੰਨੇ ਕੁ ਵਜੇ ਅਰਲੀ ਤੁਸੀਂ ਮਤਲਬ ਟਰੈਕਟਰ ਵਗੈਰਾ ਲਾਈਨ ਅਪ ਕਰ ਲਏ? ਖਾਲੀ ਟਰਾਲੀਆਂ ਜਾਣਗੀਆਂ ਜਾਂ ਝਾਕੀਆਂ ਜਾਣਗੀਆਂ, ਕਿਵੇਂ ਤੁਹਾਡਾ ਟਰਾਲੀਆਂ ਉਨੀਆਂ ਕੁ ਝਾਕੀਆਂ ਖੜਾਂਗੇ, ਉਨੀਆਂ ਕੁ ਟਰਾਲੀਆਂ ਖੜਾਂਗੇ ਜਿੰਨੀਆਂ ਕੁ ਲੋੜਵੰਦ ਹੈ, ਉਹਨਾਂ ਦੀ ਟਰਾਲੀਆਂ ਨੂੰ ਵੀ ਇਜਾਜ਼ਤ ਹੈਗੀ ਆ, ਜਿੰਨੀਆਂ ਕੁ ਲੋੜਵੰਦ ਚਾਹੀਦੀਆਂ। ਟਰੈਕਟਰ ਹੀ ਜਾਣਗੇ ਜ਼ਿਆਦਾਤਰ, ਜਿਹੜੇ ਕੋਈ ਜ਼ਰੂਰੀ ਸਮੱਗਰੀ ਲੈ ਚੱਲੀਏ, ਟਰਾਲੀ ਨਹੀਂ ਖੜਾਂਗੇ, ਜ਼ਰੂਰੀ ਸਮੱਗਰੀ ਵਾਲੀਆਂ ਟਰਾਲੀਆਂ ਲੈ ਜਾਵਾਂਗੇ। ਕਿੰਨੇ ਵਜੇ ਤੁਸੀਂ ਸ਼ੁਰੂਆਤ ਕਰ ਰਹੇ ਹੋ? 8 ਵਜੇ ਸਵੇਰੇ ਕਰਾਂਗੇ, 8:30-9 ਪ੍ਰਸ਼ਾਸਨ ਨਾਲ ਗੱਲ ਕਰਦੇ ਆ, ਬੈਰੀਕੇਡ ਢਾਉਂਦੇ ਆ, ਉਹਨਾਂ ਨੇ ਸਾਡੇ ਨਾਲ ਬਾਕੀ ਸਾਰੀ ਗੱਲਬਾਤ ਹੋ ਗਈ, ਬੈਰੀਕੇਡ ਢਾਉਣਗੇ, ਲਾਈਨਾਂ ਲਾਵਾਂਗੇ, 3 ਲਾਈਨਾਂ ਬਣਾਵਾਂਗੇ। ਠੀਕ ਹੈ ਜੀ, ਵਧੀਆ ਤਰੀਕੇ ਨਾਲ ਕਰਾਂਗੇ ਜੀ। ਸੋ ਬਹੁਤ ਬਹੁਤ ਧੰਨਵਾਦ ਪੰਧੇਰ ਸਾਹਿਬ, ਮਿਹਰਬਾਨੀ। ਸਰਵਣ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜੁੜੇ ਸੀ। ਗੱਲਬਾਤ ਅਜੇ ਕਿਸੇ ਤਣ ਪੱਤਣ ਨਹੀਂ ਲੱਗੀ, ਪ੍ਰਪੋਜ਼ਲ ਤੇ ਆਪਣੀ ਤੇ ਕਾਇਮ ਨੇ, ਕਿਉਂਕਿ ਪਹਿਲਾਂ ਵੀ ਇਹ ਜਥੇਬੰਦੀ ਦਾ ਇਹ ਇਤਿਹਾਸਿਕ ਪੱਖ ਰਿਹਾ, ਇਹਨਾਂ ਦਾ ਪਿਛੋਕਾ ਇਹ ਰਿਹਾ ਕਿ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਆਪਣੇ ਬੈਰੀਕੇਡ ਹਟਾ ਲਏ ਸਨ, ਆਪਣੇ ਧਰਨੇ ਚੁੱਕ ਲਏ ਸਨ ਰੇਲਵੇ ਟਰੈਕ ਤੋਂ, ਪਰ ਇਹ ਜਿਹੜੀ ਜਥੇਬੰਦੀ ਹੈ ਇਸ ਦਾ ਧਰਨਾ ਅੱਜ ਵੀ ਚੱਲ ਰਿਹਾ ਜੰਡਿਆਲਾ ਦੇ ਵਿੱਚ। ਅਤੇ ਇਸ ਦੌਰਾਨ ਇਹ ਆਪਣੀ ਉਸ ਗੱਲ 'ਤੇ ਕਾਇਮ ਨੇ ਕਿ ਅਸੀਂ ਜਿਹੜੇ ਨੇ ਰੇਲ ਰੋਕੋ ਸਾਡਾ ਸੀ ਜਿਹੜਾ, ਉਸ 'ਤੇ ਅਸੀਂ ਅੜੇ ਹੋਏ ਹਾਂ। ਸੋ ਇਹ ਇੱਕ ਕਾਰਨ ਜਿਹੜਾ ਹੈਗਾ ਕਿ ਇਹ ਜਥੇਬੰਦੀ ਆਪਣੀ ਗੱਲ 'ਤੇ ਕਾਇਮ ਵੀ ਹੈ। ਹਾਲਾਂਕਿ ਕਪਤਾਨ ਸਾਹਿਬ ਨੇ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਇਹ ਆਪਣੀ ਜਿੱਦ ਪੁਗਾ ਗਏ ਸਨ। ਅਤੇ ਹੁਣ ਦੇਖੋ ਦਿੱਲੀ ਸਰਕਾਰ ਇਸ ਦੇ ਵਿੱਚ ਕੀ ਰੋਲ ਅਦਾ ਕਰਦੀ ਹੈ, ਕੀ ਉਹ ਇਹਨਾਂ ਨੂੰ ਵਾਕਈ ਮਿੱਥੀ ਜਗ੍ਹਾ 'ਤੇ ਇਹ ਰੈਲੀ ਕਰਨ ਦੀ ਆਗਿਆ ਦਿੰਦੇ ਨੇ ਜਾਂ ਨਹੀਂ? ਤੁਹਾਡਾ ਕੀ ਇਸ ਦੇ ਵਿੱਚ ਨਜ਼ਰੀਆ? ਕਿਉਂਕਿ ਬਾਕੀ ਜਥੇਬੰਦੀਆਂ ਨੇ ਟਕਰਾਅ ਤੋਂ ਗੁਰੇਜ਼ ਕੀਤਾ, ਅਤੇ ਇਸ ਦੌਰਾਨ ਉਹਨਾਂ ਨੇ ਇਸ ਦੇ ਵਿੱਚ ਟਕਰਾਅ ਤੋਂ ਗੁਰੇਜ਼ ਤਾਂ ਕੀਤਾ ਹੀ ਹੈ ਕਿ ਅਸੀਂ ਇਸ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਜੋ ਸਰਕਾਰ ਨੇ ਮਿੱਥਿਆ ਰੂਟ ਦਿੱਤਾ। ਹਾਲਾਂਕਿ ਹੁਣ ਕੁਝ ਲੋਕ ਜਿਹੜੇ ਪਹਿਲਾਂ ਮਤਲਬ ਕਹਿੰਦੇ ਸੀ ਕਿ ਜਥੇਬੰਦੀਆਂ ਤਾਂ ਵਿਕ ਗਈਆਂ, ਸਰਕਾਰ ਦੇ ਦਿੱਤੇ ਰੂਟ 'ਤੇ ਹੀ ਮੰਨ ਗਈਆਂ ਨੇ, ਉਹਨਾਂ ਦੇ ਲਈ ਹੁਣ ਜਿਵੇਂ ਪਹਿਲਾਂ ਗੁਰਨਾਮ ਸਿੰਘ ਚੰਡੋਨੀ ਚਰਚਿਤ ਸੀਗੇ, ਚਹੇਤੇ ਸੀਗੇ, ਅਤੇ ਹੁਣ ਸਰਵਣ ਸਿੰਘ ਪੰਧੇਰ ਹੋਰੀ ਵੀ ਉਹਨਾਂ ਦੇ ਲਈ, ਜਾਂ ਸਤਨਾਮ ਸਿੰਘ ਪੰਨੂ ਦਾ ਜਿਹੜਾ ਧੜਾ ਉਹ ਵੀ ਉਹਨਾਂ ਦੇ ਲਈ ਚਰਚਿਤ ਹੋ ਗਏ ਨੇ। ਸੋ ਉਹਨਾਂ ਦੇ ਵੀ ਜਿਹੜਾ ਇਹ ਉਹਨਾਂ ਦੇ ਵਾਸਤੇ ਇਹ ਹੈ ਕਿ ਇਹ ਜਥੇਬੰਦੀ ਆਪਣੀ ਕੀਤੀ ਗੱਲ 'ਤੇ ਕਾਇਮ ਹੈ। ਸੋ ਉਹ ਕਾਫੀ ਸਪੋਰਟ ਇਹਨਾਂ ਨੂੰ ਕਰ ਵੀ ਰਹੇ ਨੇ ਕਿ ਇਹ ਜਥੇਬੰਦੀ ਆਪਣੀ ਗੱਲ ਤੋਂ ਨਹੀਂ ਮੁੱਕਰੀ। ਰਿੰਗ ਰੋਡ ਦੀ ਇਹਨਾਂ ਨੇ ਗੱਲ ਕੀਤੀ ਸੀ, ਰਿੰਗ ਰੋਡ 'ਤੇ ਇਹ ਇਸ ਵਕਤ ਆਪਣੀ ਗੱਲ 'ਤੇ ਅੜੇ ਹੋਏ ਨੇ। ਸੋ ਉਹ ਲੋਕ ਸੀ ਜਿਹੜੇ ਉਹ ਹੁਣ ਇਹਨਾਂ ਨੂੰ ਸਪੋਰਟ ਵੀ ਹੈ ਇਸ ਦੌਰਾਨ ਕਰ ਰਹੇ ਨੇ। ਸੋ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ 9876309655 ਨੰਬਰ ਹੈ ਆਪਣਾ ਇੰਡੀਆ ਸਟੂਡੀਓ ਦਾ, 9876309655 ਨੰਬਰ 'ਤੇ ਤੁਸੀਂ ਵਟਸਐਪ ਕਾਲ ਵੀ ਕਰ ਸਕਦੇ ਹੋ, ਅਤੇ ਜਾਂ ਫਿਰ ਆਪਣਾ ਰਿਕਾਰਡਡ ਮੈਸੇਜ ਵੀ ਛੱਡ ਸਕਦੇ ਹੋ। ਕੁਝ ਮੈਸੇਜ ਸੱਜਣਾਂ ਦੇ ਆਏ ਸਨ ਸਵੇਰੇ, ਮੈਂ ਸਾਂਝਾ ਨਹੀਂ ਕਰ ਸਕਿਆ, ਅਤੇ ਅੱਜ ਮਾफ़ੀ ਚਾਹਾਂਗੇ ਕਿ ਅੱਜ YouTube 'ਤੇ ਵੀ ਤੁਹਾਨੂੰ ਥੋੜ੍ਹਾ ਲੇਟ ਮਿਲਿਆ ਅੱਜ ਦਾ ਪ੍ਰੋਗਰਾਮ ਸਵੇਰ ਦਾ। ਸੋ ਹੁਣ ਤੁਸੀਂ ਬਾਅਦ ਦੇ ਵਿੱਚ ਸੁਣਦੇ ਜਾਇਓ।
ਭੈਣ ਰਾਣੀ ਹਰਵਿੰਦਰ ਜੌਲ ਜੁੜੇ ਨੇ, ਧੰਨਵਾਦ ਹੈ। ਗੁਰਮੀਤ ਸਿੰਘ ਭੁੱਲਰ ਕੁਵੈਤ ਤੋਂ, ਇਹਨਾਂ ਦਾ ਵੀ ਧੰਨਵਾਦ ਹੈ। ਅਤੇ ਇਸ ਦੇ ਨਾਲ ਸਰੋਤੇ ਇੱਕ ਆਪਣੇ ਨਾਲ ਹੋਰ ਜੁੜੇ ਨੇ, ਨਾਲ ਉਹਨਾਂ ਨੂੰ ਵੀ ਲੈ ਲਈਏ। ਕੁਛ ਰਿਕਾਰਡਡ ਮੈਸੇਜ ਹੁੰਦੇ ਨੇ, ਤੁਸੀਂ ਪਲੀਜ਼ ਜ਼ਰੂਰ ਛੱਡ ਸਕਦੇ ਹੋ। ਰਿਕਾਰਡਡ ਮੈਸੇਜ ਤੁਹਾਡੀ ਐਬਸੈਂਟ ਦੇ ਵਿੱਚ ਸਾਂਝੇ ਕੀਤੇ ਜਾਣਗੇ। ਸਵਾਗਤ ਹੈ ਜੀ। ਹਾਂਜੀ, ਹੈਲੋ। ਹਾਂਜੀ ਹਾਂਜੀ, ਬਨਵਾਸ ਸਾਹਿਬ ਸਵਾਗਤ ਹੈ। ਹਾਂਜੀ ਟਿਵਾਣਾ ਜੀ, ਮੈਂ ਪੁੱਛਣਾ ਚਾਹਾਂਗਾ ਕਿ ਕਿੰਨੇ ਰੂਟਸ ਵਾਸਤੇ ਇਜਾਜ਼ਤ ਮਿਲੀ ਹੈਗੀ ਹੈ? ਕਿੰਨੇ ਜਗ੍ਹਾ ਤੋਂ ਕਿਸਾਨ ਪਰੇਡ ਜਿਹੜੀ ਹੈ ਹੋਣੀ ਹੈ, ਇਜਾਜ਼ਤ ਮਿਲੀ ਹੈ? ਦੇਖੋ, ਜਿਹੜਾ ਸ਼ਾਹਜਹਾਂਪੁਰ ਸੀਗਾ ਉਹਨਾਂ ਨੂੰ ਵੀ ਮਿਲੀ ਹੈ, ਟਿੱਕਰੀ ਵਾਲਿਆਂ ਨੂੰ ਵੀ। ਇਹਨਾਂ ਨੂੰ ਤਕਰੀਬਨ 5 ਦੇ ਕਰੀਬ ਰੂਟ ਹੈ ਜਿਹੜੇ ਡਿਸਾਈਡ ਹੋਏ ਨੇ। ਤੋ 400-500 ਕਿਲੋਮੀਟਰ ਇਹ ਲੰਬਾ ਤਕਰੀਬਨ ਬਣ ਜਾਂਦਾ ਹੈ। ਜੇ ਆਪਾਂ ਗੱਲ ਕਹਿੰਦੇ ਹਾਂ ਕਿ ਇਕੱਲਾ ਰਿੰਗ ਰੋਡ ਹੁਣ 50 ਕਿਲੋਮੀਟਰ ਹੈ, ਕੀ 50 ਕਿਲੋਮੀਟਰ 'ਚ ਇੰਨੀਆਂ ਜਥੇਬੰਦੀਆਂ ਦੇ ਜਿਹੜੇ 3-4 ਮੋਰਚੇ ਲੱਗੇ ਨੇ, 3 ਤਾਂ ਇਹੀ ਹੋ ਗਏ, ਟਿੱਕਰੀ ਹੋ ਗਿਆ, ਸਿੰਘੂ ਹੋ ਗਿਆ, ਅਤੇ ਦੂਸਰਾ ਬਾਰਡਰ ਹੋ ਗਿਆ, ਅਤੇ ਸ਼ਾਹਜਹਾਨਪੁਰ ਬਾਰਡਰ ਹੋ ਗਿਆ, ਕੁਛ ਮੇਰਠ ਸਾਈਡ ਵਾਲਾ ਹੋ ਗਿਆ। ਸੋ ਇਸ ਕਰਕੇ ਇਸ ਦੌਰਾਨ ਮੇਰੇ ਖਿਆਲ ਹੈ ਜੇ ਕਿਸਾਨਾਂ ਨੇ ਫੈਸਲਾ ਕੀਤਾ ਤਾਂ ਮੈਂ ਸਮਝਦਾ ਕੋਈ ਗਲਤ ਨਹੀਂ ਹੈ ਇਹਦੇ 'ਚ ਜੀ। ਕਿ ਕਈ ਜਿਹੜੇ ਚੈਨਲ ਨੇ ਜਾਂ ਕਈ ਜਿਹੜੇ ਨੇ ਉਹਦੇ 'ਤੇ ਕੋਈ ਕਹਿ ਰਿਹਾ 9 ਮੋਰਚਿਆਂ ਤੋਂ ਚੱਲੀਆਂ ਨੇ ਪਰੇਡਾਂ, ਕੋਈ ਕਹਿੰਦਾ ਨਹੀਂ ਘਟਾ ਕੇ 3 ਸਿਰਫ ਮੋਰਚਿਆਂ ਜਿਹੜੀ ਜਗ੍ਹਾ ਹੈਗੀ ਉੱਥੋਂ ਪੁਆਇੰਟਸ ਤੋਂ ਪਰੇਡ ਚੱਲਣੀ ਹੈ। ਬੜਾ ਕਨਫਿਊਜ਼ਿੰਗ ਜਿਹਾ ਚੱਲ ਰਿਹਾ। ਮੈਂ ਕਿਹਾ ਚਲੋ ਆਪ ਜੀ ਤੋਂ ਕਲੀਅਰ ਕਰਦੇ ਹੈਗੇ ਅਸੀਂ ਕਰਕੇ। ਦੂਸਰੀ ਗੱਲ, ਆ ਜਿਹੜੀ ਰਿੰਗ ਰੋਡ ਵਾਲੀ ਤੁਸੀਂ ਗੱਲ ਕਰ ਰਹੇ ਸੀਗੇ ਹੁਣੇ ਸਵਰਨ ਸਿੰਘ ਪੰਧੇਰ ਸਾਹਿਬ ਹੋਰਾਂ ਨਾਲ, ਤੇ ਇਹਨਾਂ ਨੇ ਵੱਖਰੀ ਮਤਲਬ ਲੈ ਕੇ ਜਾਣੀ ਹੈਗੀ ਆ ਆਪਣੀ ਜਥੇਬੰਦੀ ਦੀ ਇਹ ਪਰੇਡ? ਹਾਂ, ਇਹਨਾਂ ਦਾ ਤਾਂ ਦੇਖੋ, ਇਹਨਾਂ ਦਾ ਧਰਨਾ ਵੀ ਬਨਵੈਸ ਸਾਹਿਬ ਵੱਖਰਾ ਚੱਲ ਰਿਹਾ, ਇਹਨਾਂ ਦੀ ਸਟੇਜ ਵੱਖਰੀ ਹੈ, ਕਿਸਾਨ ਯੂਨੀਅਨ ਨਗਰਾਹਾਂ ਦੀ ਸਟੇਜ ਵੱਖਰੀ ਹੈ। ਇਸੇ ਦੌਰਾਨ ਜਿਹੜੀਆਂ 31 ਜਥੇਬੰਦੀਆਂ ਨੇ ਉਹਨਾਂ ਦੀ ਸਟੇਜ ਕਿਸਾਨ ਏਕਤਾ ਮੋਰਚਾ ਦੀ ਇਕੱਠੀ ਹੈ। ਸੋ ਇਹ 3 ਸਟੇਜਾਂ ਮੇਨ ਨੇ। ਇਹਨਾਂ ਦੇ ਕੋਲ ਵੀ ਇਕੱਠ ਵਾਹਵਾ ਹੈਗਾ, ਇਸ ਤਰ੍ਹਾਂ ਦੀ ਗੱਲ ਨਹੀਂ। ਅਤੇ ਉਗਰਾਹਾਂ ਕੋਲ ਜਿਹੜਾ ਹੈਗਾ ਲੰਮਾ ਇਕੱਠ ਹੈ, ਉਹ ਕਿਉਂਕਿ ਲੇਟ ਆਇਆ ਸੀ ਇਸ ਦੇ ਵਿੱਚ, ਉਹਦੇ ਕੋਲ ਵੀ ਲੰਮਾ ਇਕੱਠ ਹੈਗਾ ਪਿੱਛੇ ਦੂਰ ਤੱਕ। ਅਤੇ ਇਹ ਜਿਹੜੀ ਜਥੇਬੰਦੀਆਂ 31 ਨੇ ਉਹਨਾਂ ਦਾ ਤਾਂ ਇਕੱਠ ਹੈ ਆਲਰੇਡੀ ਹੈ ਹੀ, ਕਿਉਂਕਿ ਸਭ ਤੋਂ ਜ਼ਿਆਦਾ ਲੋਕ ਉੱਥੇ ਰਹਿੰਦੇ ਨੇ ਉਸ ਇਕੱਠ ਦੇ ਵਿੱਚ ਜੀ। ਜੀ, ਤੇ ਫਿਰ ਆਪ ਜੀ ਨੂੰ ਕੀ ਲੱਗਦਾ ਹੈਗਾ ਕਿ ਇਹ ਰਿੰਗ ਰੋਡ 'ਤੇ ਲਿਜਾਣ 'ਚ ਕਾਮਯਾਬ ਹੋ ਜਾਣਗੇ ਜਾਂ ਇਹਨਾਂ ਨੂੰ ਇਜਾਜ਼ਤ ਮਿਲ ਜਾਏਗੀ ਕਿ ਨਹੀਂ? ਤੇ ਨਹੀਂ ਮਿਲੇਗੀ ਤਾਂ ਫਿਰ ਕੀ ਕਰਨਗੇ? ਦੇਖੋ, ਰਿੰਗ ਰੋਡ 'ਤੇ ਨਾ ਪਹਿਲਾਂ ਵੀ ਸਰਕਾਰ ਦੀ ਕੋਸ਼ਿਸ਼ ਸੀ ਕਿ ਰਿੰਗ ਰੋਡ 'ਤੇ ਦਿੱਕਤ ਆਏਗੀ। ਇੱਕ ਤਾਂ ਕਿਸਾਨ ਜਿਹੜੇ ਨੇ ਉਹ ਜ਼ਿਆਦਾ ਨੇ, ਇੱਕ ਸਰਕਾਰ ਦੀ ਆਪਣੀ ਮਨਸ਼ਾ ਕਿ ਐਲਾਨੀ ਹੋਈ ਗੱਲ 'ਤੇ ਜੇ ਇਹ ਮਿਲ ਜਾਂਦਾ ਤਾਂ ਇਹਨਾਂ ਦੀ ਆਪਣੀ ਜਿੱਦ ਪੂਰੀ ਹੋ ਜਾਂਦੀ ਹੈ, ਇਹ ਵੀ ਕਾਰਨ ਹੈ। ਅਤੇ ਹੁਣ ਟਕਰਾਅ ਵੀ ਹੋ ਸਕਦਾ, ਇਹ ਕੋਸ਼ਿਸ਼ ਵੀ ਕਰਨਗੇ। ਅਤੇ ਹੁਣ ਦੇਖੋ, ਦੁਚਿੱਤੀ ਵਾਲੀ ਗੱਲ ਹੈ, ਅਜੇ ਤੱਕ ਕੋਈ ਫਾਈਨਲ ਡਿਸੀਜ਼ਨ ਨਹੀਂ, ਕਿਉਂਕਿ ਆਖਰੀ ਮੀਟਿੰਗ ਜਿਸ ਤਰ੍ਹਾਂ ਪੰਧੇਰ ਸਾਹਿਬ ਨੇ ਦੱਸਿਆ ਹੀ ਹੈ, ਉਹਨਾਂ ਦੀ ਗੱਲਬਾਤ ਤੋਂ ਵੀ ਲੱਗਦਾ ਸੀ ਰੋਸ ਹੈ ਉਹਨਾਂ ਦੀ ਗੱਲ ਦੇ ਵਿੱਚ ਵੀ। ਦੇਖੋ ਰਾਤ ਕੀ ਫੈਸਲਾ ਸਵੇਰ ਤੱਕ ਕੀਤਾ ਜਾਂਦਾ, ਉਹ ਬੈਰੀਕੇਡ ਹਟਾ ਦਿੰਦੇ ਨੇ ਜਾਂ ਫਿਰ ਕਿਸਾਨ ਜਬਰੀ ਹਟਾਉਣਗੇ। ਜੇ ਜਬਰੀ ਹਟਾਉਣਗੇ ਇਸ ਪਾਸੇ ਟਕਰਾਅ ਹੋ ਸਕਦਾ। ਬਾਕੀ ਤਾਂ ਬੈਰੀਕੇਡ ਤਾਂ ਹਟਾਉਣਗੇ ਨਹੀਂ ਟਿਵਾਣਾ ਸਾਹਿਬ, ਕਿਉਂਕਿ ਜਿਹੜਾ ਵੀ ਰੂਟ ਦਿੱਤੇ ਗਏ ਨੇ ਉਹ ਅਕਸਰ ਨੂੰ ਬੈਰੀਕੇਡ ਹਟਾ ਕੇ ਟਰੈਕਟਰ ਬਾਕੀ ਦੇ ਵੀ ਨਿਕਲਣਗੇ। ਹਾਂ, ਉੱਥੇ ਦੇਖੋ ਸਰਕਾਰ ਨਾ ਇੱਕ ਤਰੀਕੇ ਨਾਲ ਸਹੀ ਵੀ ਹੈ ਕਿ ਜਦੋਂ ਸਾਰੇ ਮੰਨ ਗਏ, ਤੁਸੀਂ ਕਿਉਂ ਨਹੀਂ ਮੰਨਦੇ? ਇਹ ਸਥਿਤੀ ਪੰਜਾਬ 'ਚ ਵੀ ਹੋਈ ਸੀ। ਪੰਜਾਬ ਦੇ ਵਿੱਚ ਕੈਪਟਨ ਸਰਕਾਰ ਰਜਾਮੰਦੀ ਕਰ ਗਈ ਸੀ ਕਿ ਚਲੋ ਠੀਕ ਹੈ, ਜੇ ਇੱਕ ਜਥੇਬੰਦੀ ਨਹੀਂ ਮੰਨਦੀ ਕੋਈ ਗੱਲ ਨਹੀਂ। ਹਾਲਾਂਕਿ ਕਪਤਾਨ ਸਾਹਿਬ ਨੇ ਇਹਨਾਂ ਦੇ ਬਾਰੇ ਵੀ ਕੁਛ ਬੋਲਿਆ ਸੀਗਾ, ਅਤੇ ਇਹਨਾਂ ਨੇ ਕਪਤਾਨ ਦੇ ਵੀ ਪੁਤਲੇ ਸਾੜੇ ਸੀਗੇ ਉੱਥੇ, ਮਤਲਬ ਬਖਸ਼ਿਆ ਕਪਤਾਨ ਵੀ ਨਹੀਂ ਇਹਨਾਂ ਨੇ, ਇੱਦਾਂ ਦੀ ਗੱਲ ਨਹੀਂ। ਅਤੇ ਇਸ ਕਰਕੇ ਹੁਣ ਦਿੱਲੀ 'ਚ ਵੀ ਇਸ ਜਥੇਬੰਦੀ ਦੇ ਪਰਖ ਦੀ ਘੜੀ ਹੈ। ਟਿਵਾਣਾ ਜੀ, ਟਰੈਕਟਰਾਂ ਦੇ ਉੱਤੇ ਜਿਹੜੇ ਮੰਨ ਲਓ ਉੱਥੋਂ 20,000 50,000 ਟਰੈਕਟਰ ਨਿਕਲਦੇ ਨੇ, ਉੱਥੇ ਇੱਕ ਨੂੰ ਥੋੜ੍ਹਾ ਉਹਦੇ ਆਈਡੈਂਟੀਫਾਈ ਕਰਕੇ ਕੱਢਣਗੇ ਵੀ ਤੁਸੀਂ ਜਦੋਂ ਬੈਰੀਕੇਡ ਹਟਾਉਣੇ ਨੇ ਤੇ ਸਾਰੇ ਟਰੈਕਟਰਾਂ ਨੇ ਵਿੱਚੇ ਨਿਕਲਣੇ ਨੇ। ਉੱਥੇ ਕਿਸੇ ਦੇ ਆਈਡੈਂਟੀਫਿਕੇਸ਼ਨ ਤਾਂ ਹੋਣਾ ਕੋਈ ਨਹੀਂ ਹੈਗਾ ਵੀ ਇਹ ਫਲਾਣਾ ਉੱਧਰ ਨੂੰ ਜਾਏਗਾ ਰਿੰਗ ਰੋਡ ਨੂੰ ਤੇ ਫਲਾਣਾ ਜਿਹੜਾ ਦੂਸਰੇ ਰੂਟ ਦੀ ਜਾਏਗਾ, ਇਹ ਤੇ ਹੋਣਾ ਨਹੀਂ ਹੈਗਾ। ਬੈਰੀਕੇਡ ਤਾਂ ਇੱਥੋਂ ਹੀ ਨਿਕਲਣੇ ਨੇ ਸਿੰਘੂ ਬਾਰਡਰ ਤੋਂ। ਤਾਂ ਫਿਰ ਹੈ ਨਾ, ਤੇ ਮੈਨੂੰ ਲੱਗਦਾ ਹੈਗਾ ਜਿੱਥੇ ਇਹਨਾਂ ਨੂੰ ਇਜਾਜ਼ਤ ਮਿਲ ਜਾਏਗੀ। ਜੀ ਹਾਂ, ਉਮੀਦ ਤਾਂ ਦੇਖੋ ਇਹੀ ਹੈ, ਕਿਉਂਕਿ ਸਰਕਾਰ ਵੀ ਟਕਰਾਅ 'ਚ ਨਹੀਂ। ਆਪਾਂ ਹੀ ਬਾਕੀ ਅਪਡੇਟ ਲੈ ਕੇ ਆਪਾਂ ਥੋੜ੍ਹੀ ਦੇਰ ਨੂੰ ਸਾਰੀ ਜਾਣਕਾਰੀ ਇਸ ਮੁਤਲਕ ਦਿੰਦੇ ਹਾਂ। ਹੋ ਸਕਦਾ ਰਾਤ ਲੇਟ ਨਾਈਟ, ਕਿਉਂਕਿ ਸੁਨੇਹਾ ਹੀ ਆ, ਸਵੇਰੇ ਵੀ ਭਾਈ ਬੈਰੀਕੇਡ ਚੁੱਕ ਦਿੰਦੇ ਆ। ਸਰਕਾਰ ਕੀ ਸੁਨੇਹਾ ਲਾਉਂਦੀ ਹੈ? ਸੋ ਸਰਕਾਰ ਟਕਰਾਅ ਤੋਂ ਬਚੇਗੀ ਜਿਸ ਤਰ੍ਹਾਂ ਦੀ ਸਥਿਤੀ ਲੱਗਦੀ ਹੈ। ਅਤੇ ਇਹਨਾਂ ਦੀ ਵੀ ਮਤਲਬ ਬਹੁਤ ਪਰਖ ਦੀ ਘੜੀ ਹੈ, ਕਿਉਂਕਿ ਆਪਣੀ ਗੱਲ 'ਤੇ ਇਹਨਾਂ ਨੇ, ਹਾਲਾਂਕਿ ਜਿਹੜੀ ਪਹਿਲਾਂ ਬਨਵੈਸ ਸਾਹਿਬ ਮੀਟਿੰਗ ਹੋਈ ਹੈ
ਉਸ ਦੇ ਵਿੱਚ ਇਹਨਾਂ ਸਾਰੀਆਂ 40-42 ਪੰਜਾਬ ਦੀਆਂ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਦੀਆਂ, ਇਹਨਾਂ ਦੀ ਸਾਰਿਆਂ ਦੀ ਇੱਕ ਕਮੇਟੀ ਬੈਠੀ ਹੈ। ਉਹ ਕਮੇਟੀ ਦੇ ਵਿੱਚ ਜਿਹੜੇ ਦਿੱਲੀ ਦੇ ਜਗ੍ਹਾ ਜਗ੍ਹਾ ਤੋਂ ਵਾਕਫ ਲੋਕ ਸੀਗੇ ਉਸ ਕਮੇਟੀ ਦੇ ਵਿੱਚ ਸੀ। ਉਹ ਸਾਰੀ ਪ੍ਰਪੋਜ਼ਲ ਲੈ ਕੇ ਸਾਰੀਆਂ ਦੀ ਸਹਿਮਤੀ ਦੇ ਨਾਲ ਇਹ ਰੂਟ ਡਿਸਾਈਡ ਹੋਏ ਨੇ। ਇਹ ਸੂਟੇਬਲ ਵੀ ਨੇ ਕਿਉਂਕਿ ਜਿੰਨੀ ਲੱਖਾਂ ਦੀ ਤਾਦਾਦ 'ਚ ਲੋਕ ਨੇ ਨਾ, ਕੱਲਾ ਰਿੰਗ ਰੋਡ 'ਤੇ ਤਾਂ ਇੱਕਦਮ ਚੌਕ ਹੋ ਜਾਣਾ। ਇੰਨੇ ਟਰੈਕਟਰ ਤੁਸੀਂ 50 ਕਿਲੋਮੀਟਰ 'ਚ ਕਿੱਥੇ ਟਰੈਕਟਰ ਇੰਨੇ ਵਾੜ ਲਓਗੇ, ਹੈ ਨਾ ਜੀ। ਹਾਂਜੀ, ਬਾਕੀ ਹੈ ਵੀ ਜਿਹੜੀ ਤੁਸੀਂ ਵੇਖੋ ਯੂਨਿਟੀ ਦੇ ਅੰਦਰ ਜਿਹੜੀ ਹੈ ਤਾਕਤ ਹੈ, ਤੇ ਜੇ ਯੂਨਿਟੀ ਤੋੜਨੀ ਹੋਏ ਤੇ ਫਿਰ ਕੀ ਹੋਏਗਾ, ਡਿਵਾਈਡ ਕਰ ਦਿਓ। ਤੇ ਡਿਵਾਈਡ ਜਦੋਂ ਕਰ ਦਿੱਤੇ ਜਾਣਗੇ, ਪਤਾ ਵੀ ਹਾਂ ਹੁਣ ਇਹਨਾਂ ਦੇ ਅੰਦਰ ਕੋਈ ਧੜਾ ਅਲੱਗ ਹੋ ਰਿਹਾ ਬਾਕੀਆਂ ਨਾਲੋਂ, ਡਿਵਾਈਡ ਕਰ ਦਿਓ ਜੀ। ਬਥੇਰੀਆਂ ਪਾਲਿਸੀਆਂ ਜਿਹੜੀਆਂ ਨੇ ਬਣਾਈਆਂ ਜਾਂਦੀਆਂ ਨੇ, ਤੁਸੀਂ ਸਮਝਦੇ ਹੀ ਹੋ। ਸੋ ਇਹਨਾਂ ਚੀਜ਼ਾਂ ਦੇ ਨਹੀਂ ਇੱਦਾਂ, ਹਾਂ ਚਲੋ ਥੈਂਕ ਯੂ ਬਨਵਾਸ ਸਾਹਿਬ, ਮਿਹਰਬਾਨੀ। ਬਿਲਕੁਲ ਡਿਵਾਈਡ ਦਾ ਅਸਰ ਤਾਂ ਪਏਗਾ ਕਿਉਂਕਿ ਬਾਕੀ ਮੰਨ ਚੁੱਕੇ ਨੇ ਬਨਵਾਸ ਸਾਹਿਬ, ਗੱਲ ਤੁਹਾਡੀ ਦਰੁਸਤ ਹੈ। ਪਰ ਇਹ ਗੱਲ ਨਹੀਂ ਕਿ ਇਹ ਜਥੇਬੰਦੀ ਪਹਿਲਾਂ ਵੀ ਇਹਨਾਂ ਨੇ ਆਪਣੀ ਜਿਹੜੀ ਗੱਲ ਜੋ ਕਹੀ ਸੀ ਕਿ ਅਸੀਂ ਰੇਲਵੇ ਟਰੈਕ ਨਹੀਂ ਖਾਲੇ ਕਰਨੇ, ਹਾਲਾਂਕਿ ਕਪਤਾਨ ਸਾਹਿਬ ਨੇ ਮਨਾਉਣ ਦੀ ਵੀ ਕੋਸ਼ਿਸ਼ ਕੀਤੀ। ਇਹਨਾਂ ਨੇ ਜਦੋਂ ਉਹਨਾਂ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਕਪਤਾਨ ਨੇ, ਤਾਂ ਫਿਰ ਇਹਨਾਂ ਨੇ ਕਪਤਾਨ ਦੇ ਵੀ ਪੁਤਲੇ ਸਾੜ ਦਿੱਤੇ। ਖੈਰ ਕਿਉਂਕਿ ਟ੍ਰੇਨਾਂ ਮੈਂ ਜਿਸ ਤਰ੍ਹਾਂ ਕਿਹਾ ਸੀ ਕਿ ਆਲਰੇਡੀ ਬਹੁਤ ਘੱਟ ਚੱਲਦੀਆਂ ਨੇ, ਸੋ ਇਸ ਕਰਕੇ ਇਹਨਾਂ ਨੇ ਉਸ ਚੀਜ਼ ਨੂੰ ਫਿਲਹਾਲ ਜਿਹੜਾ ਹੈਗਾ ਸੀ ਪ੍ਰਵਾਨ ਕਰ ਲਿਆ ਸੀਗਾ। ਸੋ ਇਹਨਾਂ ਦੀ ਜਿਹੜਾ ਉੱਥੇ ਮੇਰੇ ਖਿਆਲ ਆ 118ਵੇਂ 19ਵੇਂ ਦਿਨ 'ਚ ਧਰਨਾ ਜਿਹੜਾ ਹੈਗਾ ਦਾਖਲ ਹੋ ਗਿਆ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਔਨ ਏਅਰ ਹੋ? ਹਾਂ ਸਮੇਂ ਵਾਲੀ ਸਾਹਿਬ, ਕੀ ਸਥਿਤੀ ਚੱਲ ਰਹੀ ਹੈ? ਬਾਕੀ ਤੇ ਗੱਲ ਨਿਬੜ ਗਈ। ਹੁਣ ਜਿਹੜੀ ਸਰਵਣ ਸਿੰਘ ਪੰਧੇਰ ਹੋਰਾਂ ਦੀ ਜਥੇਬੰਦੀ ਆ, ਉਹ ਕਹਿੰਦੇ ਵੀ ਅਸੀਂ, ਮੇਰੀ ਹੁਣ ਤੁਸੀਂ ਸੁਣ ਰਹੇ ਸੀ ਕਿ ਉਹ ਕਹਿੰਦੇ ਅਸੀਂ ਜਿਹੜਾ ਰਿੰਗ ਰੋਡ ਐਲਾਨਿਆ ਸੀ ਅਸੀਂ ਉੱਥੇ ਹੀ ਜਾਣਾ, ਸਰਕਾਰ ਰਿੰਗ ਰੋਡ 'ਤੇ ਆਗਿਆ ਨਹੀਂ ਦੇ ਰਹੀ। ਬਾਕੀ ਤੇ ਗੱਲ ਸੁਲਝ ਗਈ ਹੈ। ਇੱਕ ਮਤਲਬ ਕੱਟਾ ਲੰਘ ਗਿਆ ਪੂਛ ਫਸ ਰਹੀ ਹੈ, ਹਾਥੀ ਲੰਘ ਗਿਆ ਪੂਛ ਫਸ ਰਹੀ ਹੈ ਜੀ। ਨਹੀਂ ਸਰ, ਬੇਨਤੀ ਇਹ ਵੀ ਇਹਨਾਂ ਨੂੰ ਨਾ ਦੂਜੀਆਂ ਜਥੇਬੰਦੀਆਂ ਨਾਲ ਵਿਚਾਰ ਕਰਕੇ ਜੀ ਕਿਸੇ ਚੰਗੇ ਸੁਚੱਜੇ ਢੰਗ ਨਾਲ ਹੱਲ ਕੱਢ ਲੈਣਾ ਚਾਹੀਦਾ ਜੀ, ਕਿਉਂਕਿ ਨੌਜਵਾਨਾਂ ਦਾ ਵੀ ਨੁਕਸਾਨ ਨਾ ਹੋਵੇ ਜੀ। ਕਾਰਨ ਕੀ, ਹੁੱਲੜਬਾਜ਼ ਵਿੱਚ ਬੜੇ ਹੁੰਦੇ ਨੇ ਜੀ, ਤੇ ਉਹ ਸਾਰਾ ਸਿਸਟਮ ਵੀ ਕਿਤੇ ਵਿਗੜ ਕੇ ਨਾ ਰਹਿ ਜਾਏ। ਹੁਣ ਬਲਕਿ ਉਹੀ ਗੱਲ ਹੈ ਨਾ, ਹੁਣ ਕਈ ਲੋਕ ਤਾਂ ਕਹਿੰਦੇ ਇਹਨੂੰ ਮਤਲਬ ਗਣਤੰਤਰ ਦਿਵਸ ਪਰੇਡ ਤਾਂ ਕਹੋ ਹੀ ਨਾ। ਜਿਨ੍ਹਾਂ ਲੋਕਾਂ ਨੂੰ ਤਿਰੰਗੇ ਤੋਂ ਜਾਂ ਗਣਤੰਤਰ ਦਿਵਸ ਤੋਂ ਜਾਂ ਭਾਰਤ ਤੋਂ ਨਫ਼ਰਤ ਇੰਨੀ ਹੈ ਨਾ, ਇਹ ਠੀਕ ਹੈ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ, ਸੰਵਿਧਾਨ ਤੋਂ ਅਨਸੈਟਿਸਫਾਈ ਨੇ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਸੰਵਿਧਾਨ ਫਿਰ ਉਹਨਾਂ ਲੋਕਾਂ ਵਾਸਤੇ ਛੱਡ ਦਈਏ। ਸਾਡਾ ਆਪਣਾ ਦੇਸ਼ ਹੈ, ਸਾਡੇ ਇਸ ਦੇਸ਼ ਵਾਸਤੇ ਸਾਡੇ ਗਦਰੀ ਬਾਬਿਆਂ ਨੇ ਕਿੰਨੇ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਨੇ, ਉਹ ਤਾਂ ਕਹਿੰਦੇ ਹੀ ਨੇ ਤੁਸੀਂ ਛੱਡ ਦਿਓ। ਜੇ ਅਸੀਂ ਤੁਸੀਂ ਕਿੰਨੀ ਵਾਰ ਗੱਲ ਕੀਤੀ ਹੈ, ਵੇਖੋ ਹੁਣ ਸਾਡੇ 121 ਚੋਂ 93 ਸਿੱਖ ਜੀ, ਬੱਬਰ ਸਾਰੇ ਸਿੱਖ ਜੀ, ਗਦਰੀ ਬਾਬੇ ਸਾਰੇ ਸਿੱਖ, ਕੂਕੇ ਸਾਰੇ ਸਿੱਖ ਜੀ। ਕਮਾਲ ਹੋ ਗਈ ਜੀ, ਦੇਸ਼ ਨੂੰ ਆਜ਼ਾਦ ਕਰਾਉਣ ਲਈ ਮਰ ਗਏ ਜੀ, ਤੇ ਹੁਣ ਹੱਕ ਛੱਡਣ ਲੱਗੇ ਵੀ ਮਿੰਟ ਲਾਉਂਦੇ ਪਏ ਨੇ ਜੀ। ਉਹਨਾਂ ਨੂੰ ਦੱਸੋ ਇਹਦੇ ਚ ਕਿ ਦੇਸ਼ ਆਜ਼ਾਦ ਕਰਾਉਣ ਚ ਕੀ ਉਹਨਾਂ ਦੇ ਲੇਲੇ ਸਾਂਝੇ ਨੇ ਜੀ? ਕਾਰਨ ਕੀ ਹੈ ਸਰ, ਅਸੀਂ ਆਪਣੇ ਆਪ ਹੀ ਛੱਡੀ ਜਾ ਰਹੇ ਹਾਂ ਜੀ। ਤੇ ਮੂਰਖ ਟੋਲਾ ਜੀ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ, ਰੱਤੀ ਭਰ ਨਹੀਂ ਸਰ ਸੋਚਦੇ ਵੀ ਅਸੀਂ ਕਿਵੇਂ ਜਿਉਣੇ ਆ, ਕਿਵੇਂ ਮਰਦੇ ਆ। ਕਦੀ ਤਾਂ ਸਰ ਅਸੀਂ ਨਾ ਅੱਜ ਤੱਕ ਵੇਖੋ ਮੀਡੀਆ ਨਹੀਂ ਅਸੀਂ ਚੰਗਾ ਚੁਣ ਸਕੇ ਜੀ। ਇੱਕ ਸਰ ਛੋਟੀ ਜਿਹੀ ਬੇਨਤੀ ਹੈ ਵੀ ਆਪਣਾ ਜਿਹੜਾ ਪ੍ਰੋਗਰਾਮ ਹੈ ਸ਼ਾਮ ਨੂੰ ਕਿਸ ਟਾਈਮ ਚੱਲਦਾ ਹੈ ਤੇ ਸਵੇਰੇ ਕਿਸ ਟਾਈਮ ਜੀ? ਸ਼ਾਮ ਨੂੰ ਤਾਂ ਹੁਣ ਤੋਂ ਤਕਰੀਬਨ 49 ਮਿੰਟ ਪਹਿਲਾਂ ਸ਼ੁਰੂ ਕੀਤਾ ਸੀਗਾ ਸਮੇਂ ਵਾਲੇ ਸਾਹਿਬ। ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਹੁੰਦਾ 2 ਘੰਟੇ, ਤੇ ਸਵੇਰੇ 8 ਤੋਂ 10 ਹੁੰਦਾ। ਪਹਿਲਾਂ 7 ਤੋਂ 8 ਆਪਾਂ ਗਲੋਬਲ 'ਤੇ ਹੁੰਦੇ ਹਾਂ TV 'ਤੇ, ਤੇ ਉਸ ਤੋਂ ਬਾਅਦ ਰੇਡੀਓ 'ਤੇ। ਹਾਂਜੀ ਸਰ, ਬੇਨਤੀ ਹੈ ਵੀ ਇਹਦਾ ਦੁਬਾਰਾ ਰਿਪੀਟ ਸੁਣ ਲਈ ਫਿਰ ਕਿੱਥੇ ਜਾਵੇ ਜੀ, ਕੀ ਕਰੇ? ਰਿਪੀਟ YouTube ਹੈਗਾ ਇਹਦਾ, ਮੈਂ ਤੁਹਾਨੂੰ ਲਿੰਕ ਭੇਜ ਦਾਂਗਾ ਸਮੇਂ ਵਾਲੇ ਸਾਹਿਬ, ਹੈ ਨਾ ਜੀ ਸਰ? ਹਾਂ ਠੀਕ ਹੈ। ਹੋਰ ਪਿੰਡਾਂ 'ਚ ਕੀ ਮਾਹੌਲ ਹੈ ਤੁਹਾਡੇ? ਹੁਣ ਤਾਂ ਖੈਰ ਅੱਜ ਤਾਂ ਦਿਨ ਸੋਹਣਾ ਲੰਘ ਗਿਆ, ਉਮੀਦ ਤਾਂ ਐਸੀ ਬੱਦਲਵਾਈ ਹੈ, ਪਰ ਦਿਨ ਸੋਹਣਾ ਰਿਹਾ, ਧੁੱਪ ਸੋਹਣੀ ਰਹੀ, ਫਸਲਾਂ ਲਈ ਤਾਂ ਚੰਗਾ ਹੈ ਮੌਸਮ ਜੀ। ਫਸਲਾਂ ਲਈ ਤਾਂ ਸਰ ਚੰਗਾ ਹੈ ਜੀ। ਵੇਖੋ ਮੈਦਾਨ ਜੀ ਸੰਘਰਸ਼ ਲਈ ਵੀ ਚੰਗਾ ਜੇ ਮੌਸਮ ਸਾਫ਼ ਰਹੇ ਜੀ, ਕਿਉਂਕਿ ਬਹੁਤ ਸਰ ਲੋਕ ਆਖੀ ਜਾਂਦੇ ਨੇ ਵੀ ਚੜ੍ਹਦੀ ਕਲਾ ਚੜ੍ਹਦੀ ਕਲਾ। ਸਰ ਵੇਖੋ ਇੱਕ ਇੱਕ ਟਰਾਲੀ 'ਚ 5-5 7-7 ਬੰਦਿਆਂ ਨੂੰ ਸੌਣਾ ਬੜਾ ਸਾਰਾ ਔਖਾ ਹੈ ਜੀ, ਬਹੁਤ ਮੁਸ਼ਕਿਲ ਹੈ। ਹਾਂਜੀ, ਨਹਾਉਣ ਦਾ, ਟਾਇਲਟ ਜਾਣ ਦਾ ਬੜਾ ਸਾਰਾ ਔਖਾ ਹੈ। ਲੋਕ ਵਿਚਾਰੇ ਕੀ ਕਰਨ ਦੀ ਮਜਬੂਰੀ 'ਚ, ਤੇ ਕਿਤੇ ਬੇਹੂਦਾ ਇਨਸਾਨ ਨੇ ਮੀਟੀ ਬੈਠੇ ਨੇ ਜੀ, ਰੱਤੀ ਭਰ ਕੋਈ ਤਰਸ ਨਹੀਂ ਜੀ। ਕੱਲ ਤੋਮਰ ਸਾਹਿਬ ਕਹਿ ਰਹੇ ਸੀ ਉਹ ਮਾੜੇ ਮੋਟੇ ਕਿਸਾਨ ਪੰਜਾਬ ਦੇ ਹੈਗੇ ਨੇ, ਤੁਹਾਡਾ ਬੇੜਾ ਪੈ ਜੇ ਯਾਰ, ਕਦੀ ਤਾਂ ਮਾੜਾ ਮੋਟਾ
ਸਰ ਵੇਖੋ ਹੁਣ ਇੰਨਾ ਮੀਡੀਆ ਹੁੰਦੇ ਆ ਜੀ, ਇਹ ਝੂਠ ਮਾਰੀ ਜਾ ਰਹੇ ਨੇ ਜੀ। ਤੇ ਜਦੋਂ ਮੀਡੀਆ ਨਹੀਂ ਹੁੰਦਾ ਉਦੋਂ ਸਾਰੇ ਕੀ ਕੁਫਰ ਤੋਲਦੇ ਹੋਣੇ ਨੇ। ਉਦੋਂ ਤਾਂ ਰੱਬ ਹੀ ਰੱਖਾ ਸਮੇਂ ਵਾਲੇ ਸਾਹਿਬ। ਅੱਜ ਮੈਂ ਸਵੇਰੇ ਬਿਆਨ ਪੜ੍ਹ ਰਿਹਾ ਸੀ, ਭਾਜਪਾ ਦੇ ਜਿਹੜੇ ਗੌਤਮ ਸਾਹਿਬ ਨੇ ਨਾ ਮਾਮਲਿਆਂ ਦੇ ਇੰਚਾਰਜ, ਉਹ ਕਹਿੰਦੇ ਤੇ ਅਸ਼ਵਨੀ ਕੁਮਾਰ ਕਹਿੰਦੇ ਜੀ ਪੰਜਾਬ ਦੇ ਵਿੱਚ ਭਾਜਪਾ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਕਹਿੰਦੇ ਆ ਜਿਹੜੀਆਂ ਨਗਰ ਨਿਗਮ ਚੋਣਾਂ ਨੇ ਅਸੀਂ ਧੜੱਲੇ ਨਾਲ ਜਿੱਤਾਂਗੇ। ਪਿੰਡ ਚੋਂ ਬਣਾ ਕੇ ਵਿਖਾ ਦੇਣ ਜੀ ਹੁਣ। ਹੋਰ ਚੋਣਾਂ ਤਾਂ ਜਿੱਤਣੀਆਂ ਕਿਤੇ ਰਹੀਆਂ ਕਿਸੇ ਭਾਰਤੀ ਜਨਤਾ ਪਾਰਟੀ ਵਾਲੇ ਨੂੰ ਕਿਸੇ ਪਿੰਡ ਚ ਅੱਬਲ ਤਾਂ ਕਿਸੇ ਨੇ ਸਾਰੇ ਇਹਨਾਂ ਦੀ ਇਹ ਟਿਕਟ ਭਾਵੇਂ ਮੋਦੀ ਵੀ ਫੜਾਏ, ਮੈਨੂੰ ਨਹੀਂ ਲੱਗਦਾ ਜੀ ਵੀ ਕੋਈ ਕਿਸਾਨ ਫੜ ਲੂਗਾ ਜੀ ਟਿਕਟ। ਕੋਈ ਹਰਜੀਤ ਗਰੇਵਾਲ ਵਰਗੇ ਦਾ ਉੱਠ ਪਏ ਦਾ ਕੋਈ ਕੀ ਹੁਣ ਕਹਿਣਾ ਜੀ, ਉਹ ਭਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਇਸ ਤਰ੍ਹਾਂ ਦੇ ਬੰਦੇ ਕੋਈ ਸਹੀ ਗੱਲ ਹੈ ਉੱਠ ਪੈਣ ਦਾ ਮੈਂ ਕਹਿ ਨਹੀਂ ਸਕਦਾ ਜੀ। ਬਾਕੀ ਸਰ ਜਿਹੜੇ ਕਈ ਹੈਗੇ ਸੀ ਨਾ, ਜਿਵੇਂ ਗਿਆਨੀ ਪਹਿਲਾਂ ਬਿਆਨ ਬੂਨ ਦਿੰਦਾ ਸੀ, ਪੰਡਤ ਚਾਣਕੀਆਂ ਨੇ ਇਹਨਾਂ ਬਾਬਤ ਲਿਖਿਆ ਸੀ ਵੀ ਸ਼ਤਰੂ ਹੋ ਕੇ ਜੋ ਕਰੇ ਮਿੱਤਰਤਾਈ ਕੀ ਬਾਤ ਤੇ ਵਿਸ਼ਵਾਸ ਨਾ ਕੀਜੀਏ ਅੰਤ ਕਰੇ वो ਘਾਤ। ਬਿਲਕੁਲ 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 ਸੱਚ। ਥੈਂਕ ਯੂ ਸਰ, ਮਿਹਰਬਾਨੀ। ਸਰ ਲਖਵਿੰਦਰ ਸਿੰਘ ਸਮੇਂ ਵਾਲੀ ਆਪਣੇ ਨਾਲ ਜੁੜੇ ਸੀ। ਬਹੁਤ ਅਪਡੇਟ ਰਹਿੰਦੇ ਨੇ ਇਹ, ਬਹੁਤ ਤੇਜ਼ ਤਰਾਜ਼ ਸੂਝਵਾਨ ਸਰੋਤੇ ਨੇ, ਪੂਰਾ ਨਿਚੋੜ ਕੱਢ ਦਿੰਦੇ ਨੇ ਵੱਖ-ਵੱਖ ਮਾਧਿਅਮਾਂ 'ਤੇ ਜਾ ਕੇ। ਅਤੇ ਮੌਸਮ ਕਾਫੀ ਮਿਹਰਬਾਨ ਜਿਹੜਾ ਹੈ ਇਸ ਮੁਤਲਕ ਹੋ ਰਿਹਾ। ਅਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅੱਜ ਜਲ੍ਹਿਆਂਵਾਲੇ ਬਾਗ ਦਾ ਜਿਹੜਾ ਇਹ ਨੀਂਹ ਪੱਥਰ ਵੀ ਰੱਖਿਆ। ਅਤੇ ਜਲ੍ਹਿਆਂਵਾਲਾ ਬਾਗ ਜਿਹੜੀ ਜਗ੍ਹਾ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਸਹੁਰਿਆਂ ਨਾਲ ਵੀ ਬਾਗ ਜੁੜਦੇ ਨੇ, ਜੱਲੇ ਸਰਦਾਰ। ਅਤੇ ਇਸ ਦੇ ਨਾਲ ਨਾਲ ਜਿਹੜਾ ਹਾਲਾਂਕਿ ਜਲ੍ਹਿਆਂਵਾਲੇ ਬਾਗ ਦੇ ਵਿੱਚ ਜੋ ਲੋਕ ਦੇਸ਼ ਲਈ ਕੁਰਬਾਨ ਹੋ ਗਏ ਨੇ, ਉਹਨਾਂ ਲੋਕਾਂ ਦੀ ਜਿਹੜੀ ਲਿਸਟ ਹੈ ਨਾ, ਉਹ ਅਜੇ ਤੱਕ ਜਨਤਕ ਨਹੀਂ ਹੋ ਸਕੀ ਕਿ ਕੌਣ ਲੋਕ ਸੀ, ਕਿੰਨੀ ਤਾਦਾਦ ਸੀ। ਆਫੀਸ਼ੀਅਲੀ ਤੌਰ 'ਤੇ ਅਜੇ ਇਹ ਲਿਸਟ ਜਨਤਕ ਨਹੀਂ ਕੀਤੀ ਜਾ ਰਹੀ। ਕੁਝ ਨਾਂ ਅਜੇ ਵੀ ਜਿਹੜੇ ਨੇ ਉਹ ਪਹਿਚਾਣੇ ਨਹੀਂ ਜਾ ਸਕੇ ਜਾਂ ਨਸ਼ਰ ਨਹੀਂ ਹੋ ਰਹੇ ਸਰਕਾਰਾਂ ਵੱਲੋਂ। ਕਈ ਇਸ ਮਾਮਲੇ 'ਚ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਦਿੱਕਤ ਹੈ ਨੇ। ਅਤੇ ਅੱਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉੱਥੇ ਇੱਕ ਸਮਾਰਕ ਦਾ ਨੀਂਹ ਪੱਥਰ ਰੱਖਿਆ। ਉਸ ਦੀ ਵੀ ਅਪਡੇਟ ਤੁਹਾਨੂੰ ਦਿੰਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਜਲ੍ਹਿਆਂਵਾਲੇ ਬਾਗ ਦੇ ਵਿੱਚ ਸ਼ਤਾਬਦੀ ਸਮਾਰਕ ਹੈ, ਉਹ ਚੰਡੀਗੜ੍ਹ ਬੈਠਿਆਂ ਵਰਚੁਅਲੀ ਉਸ ਦਾ ਨੀਂਹ ਪੱਥਰ ਦਾ ਉਦਘਾਟਨ ਵੈੱਬ 'ਤੇ ਕੀਤਾ, ਕਿਉਂਕਿ ਮੌਸਮ ਧੁੰਦ ਵਾਲਾ ਹੋਣ ਕਰਕੇ ਕੈਪਟਨ ਸਾਹਿਬ ਦਾ ਜਹਾਜ਼ ਨਹੀਂ ਸੀ ਪੁੱਜ ਸਕਣਾ। ਚਲੋ ਜੇ ਜਹਾਜ਼ ਜਾਂਦਾ, ਮੈਂ ਖਰਚਾ ਹੀ ਸੀ 2-4 ਲੱਖ ਦਾ, 10 ਲੱਖ ਦਾ ਕੰਮ, 2-4 ਤਾਂ ਕਿੱਥੇ। ਕਪਤਾਨ ਸਾਹਿਬ ਦੇ ਜਾਣ ਨਾਲ ਕੰਮ ਬੰਦ ਹੋ ਜਾਂਦੇ ਨੇ। ਦੇਖੋ ਕਪਤਾਨ ਸਾਹਿਬ ਨੇ ਕੱਲ੍ਹ ਇੱਥੇ ਆਉਣਾ ਪਟਿਆਲੇ, ਅਤੇ ਅੱਜ ਕੁਛ ਮੇਰਾ ਕੰਮ ਸੀ DTO ਆਫਿਸ, ਅਤੇ ਉਹ ਮਤਲਬ ਦਫ਼ਤਰ ਹੀ ਬੰਦ ਹੋ ਗਿਆ। ਸੋ ਵੱਡੇ ਲੋਕਾਂ ਦੇ ਆਉਣ ਦੇ ਨਾਲ ਆਮ ਲੋਕਾਂ ਦੇ ਕੰਮ 'ਚ ਬਹੁਤ ਖਲਲ ਪੈਂਦਾ, ਕਿਉਂਕਿ ਸਿਕਿਉਰਿਟੀ ਰੀਜ਼ਨ ਹੈ। ਜਿਸ ਆਫਿਸ ਦੇ ਵਿੱਚ ਕਪਤਾਨ ਸਾਹਿਬ ਨੇ ਕੱਲ੍ਹ ਨੂੰ ਆਉਣਾ, ਉੱਥੇ ਜਿਹੜਾ RTO ਦਾ ਆਫਿਸ ਸੀਗਾ ਜਾਂ ਹੋਰ ਦਫ਼ਤਰ ਸੀਗੇ, ਉਹ ਅੱਜ ਹੀ ਖਾਲੀ ਕਰਾ ਲਏ ਗਏ। ਤੁਸੀਂ ਵੇਖੋ ਉਹਦੇ 'ਚ ਕਿੰਨੇ ਲੋਕਾਂ ਦਾ ਕੰਮ ਜਿਹੜਾ ਹੈਗਾ ਪ੍ਰਭਾਵਿਤ ਹੋਇਆ। ਸੋ ਇਸ ਕਰਕੇ ਵੱਡੇ ਲੋਕਾਂ ਦੇ ਆਉਣ ਦਾ ਬਹੁਤਾ ਫਾਇਦਾ ਨਹੀਂ ਹੁੰਦਾ, ਨੁਕਸਾਨ ਨਹੀਂ ਹੁੰਦਾ। ਚੰਗਾ ਹੋਇਆ ਕਪਤਾਨ ਸਾਹਿਬ ਨੇ ਔਨਲਾਈਨ ਹੀ ਇਹ ਜਿਹੜਾ ਉਦਘਾਟਨ ਕੀਤਾ ਇਸ ਸਮਾਰਕ ਦਾ। ਅਤੇ ਇਸ ਮੌਕੇ ਉਹਨਾਂ ਨੇ ਇਹ ਵੀ ਆਖਿਆ ਕਿ ਸ਼ਹੀਦੀ ਸਾਕੇ ਦੇ ਵਿੱਚ ਜਿਹੜੇ ਲੋਕ ਸੀ, ਉਹਨਾਂ ਦੀ ਗਿਣਤੀ ਦਾ ਪਤਾ ਲਾਉਣ ਵਾਸਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਇੱਕ ਵਿਸ਼ੇਸ਼ ਚੇਅਰ ਵੀ ਲਾਈ ਗਈ ਹੈ। ਅਤੇ ਇਸ ਕਰਕੇ ਇਹਨਾਂ ਸ਼ਹੀਦਾਂ ਦੇ ਪਿੰਡਾਂ ਦੇ ਵਿੱਚ ਛੋਟੇ ਛੋਟੇ ਯਾਦਗਾਰੀ ਸਮਾਰਕ ਵੀ ਬਣਾਏ ਜਾਣਗੇ। ਸੋ ਕਾਲੇ ਪਾਣੀ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਵੀ ਪੰਜਾਬ ਦੇ ਵਿੱਚ ਇੱਕ ਸਮਾਰਕ ਬਣਾਇਆ ਜਾਏਗਾ। ਸੋ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੇ 28 ਸ਼ਹੀਦੀ ਪਰਿਵਾਰਾਂ ਨੂੰ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਇਹ ਗੱਲ ਕਪਤਾਨ ਸਾਹਿਬ ਨੇ ਆਖੀ ਹੈ। ਆਪ ਦਾ ਸਵਾਗਤ ਸਰ, ਵੈਲਕਮ ਜੀ। ਜੋਗਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਸੌਰੀ ਤੁਹਾਡੀ ਕਾਲ ਕੱਟ ਗਈ ਸੀ, ਕਾਫੀ ਦੇਰ ਹੋਲਡ ਤੇ ਰਹੇ ਤੁਸੀਂ। ਕੀ ਕੋਈ ਗੱਲ ਚਾਹੁੰਦੇ ਹੋ? ਕੋਈ ਗੱਲ ਸਰ, ਟਰੈਕਟਰ ਕਿੰਨੇ ਕੁ ਹੈਗਾ ਜੀ, ਦੱਸ ਸਕਦੇ ਤੇ ਟੋਟਲ ਅੰਦਾਜ਼ਾ? ਲੱਗਦਾ ਅਜੇ ਕੋਈ ਸਪਸ਼ਟ ਨਹੀਂ ਟਰੈਕਟਰ, ਕਿਉਂਕਿ ਅੱਜ ਵੀ ਜਾ ਰਹੇ ਨੇ। ਮੈਨੂੰ ਤਾਂ ਲੱਗਦੀ ਆ ਤਾਦਾਦ 2.5-3 ਲੱਖ ਤੋਂ ਟੱਪ ਜਾਣੀ ਆ ਜਿਸ ਤਰ੍ਹਾਂ। ਅੱਛਾ ਜੀ। ਹਾਂ, ਜਿਸ ਤਰ੍ਹਾਂ ਅੰਦਾਜ਼ੇ ਜਾ ਰਹੇ ਨੇ ਨਾ, ਉੱਤਰਾਖੰਡ ਵਰਗੇ ਸੂਬੇ ਤੋਂ 25-25 ਹਜ਼ਾਰ ਟਰੈਕਟਰ ਜੇ ਆਉਂਦੇ ਨੇ। ਪੰਜਾਬ ਤੋਂ ਤਾਂ 1.5-2 ਲੱਖ ਟਰੈਕਟਰ ਇਕੱਲਾ ਪੰਜਾਬ ਦਾ ਹੋ ਜਾਣਾ। ਹਰਿਆਣੇ ਦਾ ਵੀ ਘੱਟ ਨਹੀਂ ਹੈ, ਠੀਕ ਹੈ ਨਾ। ਸੋ ਇਸ ਕਰਕੇ ਮੈਨੂੰ ਤਾਂ ਲੱਗਦਾ ਕਿ ਜਿਸ ਤਰ੍ਹਾਂ ਲੋਕ ਹੌਸਲੇ 'ਚ ਨੇ, ਤਾਦਾਦ ਤੁਸੀਂ ਵੇਖੋ ਉਸ ਤੋਂ ਵੀ ਲੋਕਾਂ ਨੇ ਕਾਰਾਂ, ਜੀਪਾਂ,
ਪੀਟਰ ਰੇੜੇ ਜੀ ਦੇਖਿਆ ਨਹੀਂ ਉਹ ਪੀਟਰ ਰੇੜੇ ਦਾ ਕਿੱਡਾ ਸੋਹਣਾ ਟਰੈਕਟਰ ਬਣਾਇਆ ਕਿਸੇ ਨੇ, ਹੈ ਨਾ, ਪੀਟਰ ਰੇੜੇ ਦੇ ਜੀ ਜੀ ਇੰਜਨ ਜੀ ਵਾਲਾ ਟਰੈਕਟਰ ਦੀ ਚਾਸੀ ਤੇ, ਮਤਲਬ ਬੱਸਾਂ ਤੱਕ ਦੇ ਜੀ ਕੈਬਨ ਲੈ ਕੇ ਨਾ, ਆਪ ਇੱਕ ਸਮਰਾਲੇ ਤੋਂ ਸੀ, ਮਤਲਬ ਬੱਸ ਦਾ ਪੁਰਾਣਾ ਕੈਬਨ ਲਿਆ, ਉਹ ਟਰਾਲੀ ਦੀ ਚਾਸੀ ਤੇ ਰੱਖ ਦਿੱਤਾ, ਤੇ ਉੱਥੇ ਐਨ ਪੱਕਾ ਇੰਤਜ਼ਾਮ ਕਿ ਬੰਦਾ ਉਹ ਬੱਸ ਟਾਈਪ ਰਹਿਣ ਨੂੰ ਆ, ਪੱਕੇ ਗੱਦੇ ਲੱਗੇ ਨੇ, ਟੈਲੀਵਿਜ਼ਨ ਲੱਗੇ ਨੇ ਵਿੱਚ, ਮਤਲਬ ਇਹ ਕੁਛ ਵੇਖ ਕੇ ਤਾਂ ਜੀ ਜੋਗਿੰਦਰ ਸਿੰਘ ਜੀ ਲੱਗਦਾ ਹੀ ਨਹੀਂ ਕਿ ਪੰਜਾਬ ਦਾ ਕਿਸਾਨ ਗਰੀਬ ਹੈ ਨਾ। ਸਹੀ ਗੱਲ ਹੈ, ਪਰ ਇੱਕ ਗੱਲ ਜੇ ਪੂਰੀ ਦੁਨੀਆ 'ਚ ਧੁੰਮ ਪੈ ਗਈ, ਹਾਂ ਧੁੰਮ ਪੈ ਗਈ ਪੂਰੇ ਵਰਲਡ 'ਚ, ਤੇ ਸਾਰੇ ਨਾਲ ਕੁਛ ਰੂਟ ਘਟਾਏ ਨੇ, ਨਹੀਂ ਸਵੇਰੇ ਰੂਟ ਕੁਛ ਕੋਈ ਹੋਰ ਨਹੀਂ ਨੂੰ ਘਟਾਇਆ, ਕਿਲੋਮੀਟਰ ਰੂਟ ਨਾ ਚੇਂਜ ਕੀਤੇ ਨੇ, ਕਿਉਂਕਿ ਪਹਿਲਾਂ ਕਿਸਾਨ ਕਹਿ ਰਹੇ ਸੀ ਕਿ ਰਿੰਗ ਰੋਡ ਚਾਹੀਦੀ ਹੈ ਸਾਨੂੰ, ਤੇ ਕਿਉਂਕਿ ਰਿੰਗ ਰੋਡ ਉਹ ਤਾਂ ਸ਼ੁਰੂ ਤੋਂ ਰਿੰਗ ਰੋਡ ਕਹਿ ਰਹੇ, ਸ਼ੁਰੂ ਤੋਂ ਹੀ। ਹਾਂ 45 ਕਿਲੋਮੀਟਰ ਏਰੀਆ, ਤੇ ਇੰਨੀ ਤਾਦਾਦ 'ਚ ਰਿੰਗ ਰੋਡ ਤੇ ਆ ਹੀ ਨਹੀਂ ਸੀ ਸਕਣੇ, ਰਿੰਗ ਰੋਡ ਨਹੀਂ ਸਰਕਾਰ ਨੇ ਦਿੱਤੀ, ਤੇ ਰਿੰਗ ਰੋਡ ਦੀ ਮੰਗ ਹੈ ਜਿਹੜੀ ਇਹ ਆਪਣਾ ਸਰਵਣ ਸਿੰਘ ਪੰਧੇਰ ਕਰ ਰਹੇ ਨੇ, ਉਹਨਾਂ ਨਾਲ ਹੀ ਗੱਲ ਹੋ ਰਹੀ ਸੀ ਉਦੋਂ, ਤੇ ਉਹ ਕਹਿੰਦੇ ਅਸੀਂ ਰਿੰਗ ਜੀ ਜੀ ਸੁਣੀ ਗੱਲ ਹੈ, ਹਾਂ ਰਿੰਗ ਰੋਡ ਤੇ ਅਸੀਂ ਜਾਣਾ, ਤੇ ਰਿੰਗ ਰੋਡ ਸਰਕਾਰ ਦੇ ਨਹੀਂ ਰਹੀ ਹੈ ਜੇ, ਕੱਲ੍ਹ ਨੂੰ ਦੇਖੋ ਤਕਰਾਰ ਵੀ ਹੋ ਸਕਦਾ ਜਾਂ ਸਰਕਾਰ ਰਿੰਗ ਰੋਡ ਖੋਲ ਦਿੰਦੀ ਹੈ ਨਾ, ਖੋਲ੍ਹਣੀ ਪੈਣੀ, ਖੋਲ੍ਹੇਗੀ ਸਰ, ਇਹੋ ਜਿਹੀ ਗੱਲ ਕੋਈ ਨਹੀਂ, ਕੀ ਬਣਦਾ। ਚਲੋ ਵਾਹਿਗੁਰੂ ਸੁੱਖ ਰੱਖੇ, ਵਧੀਆ ਕੰਮ ਮੁੱਕ ਜੇ ਗੱਲ ਜੀ। ਥੈਂਕ ਯੂ ਜੋਗਿੰਦਰ ਸਿੰਘ ਜੀ, ਥੈਂਕ ਯੂ। ਇਸ ਵਕਤ ਇੱਕ ਸਰੋਤੇ ਆਪਣੇ ਨਾਲ ਹੋਰ ਜੁੜੇ ਨੇ, ਕਿਉਂਕਿ ਦੇਖੋ ਜੇ ਤਕਰਾਰ ਹੋਣ ਤੋਂ ਬਚਾਅ ਕਰਦਿਆਂ ਰਿੰਗ ਰੋਡ ਖੋਲ੍ਹ ਦਿੱਤਾ, ਤੇ ਫਿਰ ਤੇ ਪੰਧੇਰ ਸਾਹਿਬ ਹੋਰਾਂ ਦੇ ਬੱਲੇ ਬੱਲੇ ਹੋ ਜਾਣੀ ਹੈ, ਹੋਣੀ ਵੀ ਚਾਹੀਦੀ ਹੈ। ਆਪ ਦਾ ਸਵਾਗਤ ਸਰ, ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ, ਜਸਪ੍ਰੀਤ ਬੋਲਦਾ ਜੀ ਮੈਲਬੌਰਨ ਤੋਂ ਜੀ। ਹਾਂਜੀ ਜਸਪ੍ਰੀਤ, ਮੈਲਬੌਰਨ ਤੋਂ, ਕੀ ਹਾਲ ਚਾਲ ਹੈ? ਚੜ੍ਹਦੀ ਕਲਾ ਬਾਈ, ਤੁਸੀਂ ਸੁਣਾਓ ਜੀ? ਬਸ ਵਧੀਆ। ਆਵਾਜ਼ ਥੋੜ੍ਹੀ ਤੁਹਾਡੀ ਡਿਸਟਰਬ ਜੀ ਆ ਰਹੀ ਹੈ ਜਸਪ੍ਰੀਤ, ਦਾ ਸਪੀਕਰ ਲਾਇਆ? ਮੈਂ ਬਲੂਟੁੱਥ ਲਾਇਆ ਹੋਇਆ ਜੀ, ਮੈਂ ਉਹ ਤੇ ਫਰੀਵੇ ਤੇ ਜੀ ਡਰਾਈਵ ਕਰ ਰਿਹਾ। ਅੱਛਾ 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 ਅੱਛਾ, ਚਲੋ ਕੋਈ ਨਹੀਂ, ਗੱਲ ਕਰੋ। ਅੱਛਾ ਤੁਸੀਂ ਆਪਣਾ ਮੈਨੂੰ ਆਡੀਓ ਵੀ ਭੇਜੀ ਸੀ, ਹੈ ਨਾ? ਉਹ ਦੂਜੇ ਜਸਪ੍ਰੀਤ ਨੇ, ਉਹ ਹਾਂ ਹਾਂ ਹਾਂ, ਚਲੋ ਕੀ, ਹਾਂ ਰੋਪੜ ਵਾਲੇ ਜਸਪ੍ਰੀਤ, ਮੋਹਾਲੀ ਵਾਲੇ, ਹਾਂ ਮੋਹਾਲੀ ਰੋਪੜ ਵਾਲੇ। ਕੀ ਕਹਿਣਾ ਚਾਹੁੰਦੇ ਹੋ ਜਸਪ੍ਰੀਤ, ਥਲੀ ਵਾਲਿਓ? ਬਸ ਭਾਜੀ ਕੱਲ ਦੀ ਦਿਨ ਦੀ ਉਡੀਕ ਹੈਗੀ ਹੈ ਜੀ, ਬਹੁਤ ਪੋਲਿਊਸ਼ਨ ਜਿਹਾ ਹੈਗਾ ਜੀ, ਇਹਦੇ ਵਾਸਤੇ ਰੱਬ ਕਰੇ ਸੁੱਕੀ ਕਰਨੀ ਹੋ ਜੀ ਸਾਰਾ ਕੁਝ। ਬਾਕੀ ਜਿਹੜਾ ਆਪਣੇ ਖੇਤੀਬਾੜੀ ਮੰਤਰੀ ਹੈਗੇ ਨੇ ਜੀ, ਮੈਂ ਅੱਜ ਖਬਰ ਪੜ੍ਹ ਰਿਹਾ ਸੀਗਾ ਸਵੇਰੇ ਇਹਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਵਿੱਚ, ਉਹਨਾਂ ਨੇ ਲਿਖਿਆ ਆਇਆ ਸੀ ਕਿ ਕਿਹਾ ਸੀਗਾ, ਜੋ ਉਹਨਾਂ ਨੇ ਕਾਨਫਰੰਸ ਦੇ ਵਿੱਚ ਕਿਹਾ, ਕਹਿੰਦੇ ਜਿਹੜਾ ਕਿਸਾਨੀ ਅੰਦੋਲਨ ਹੈ, ਕਹਿੰਦੇ ਇਹਦੀ ਪਵਿੱਤਰਤਾ ਖਤਮ ਹੋ ਗਈ, ਕਹਿੰਦੇ ਜੀ। ਅੱਛਾ। ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਕਿੰਨੀ ਕੁ ਰਾਜਨੀਤੀ ਦੀ ਪਵਿੱਤਰਤਾ ਕਾਇਮ ਰੱਖੀ ਹੋਈ ਹੈ ਜੀ? ਬਿਲਕੁਲ। ਆਪ ਤਾਂ ਸਾਰੇ ਚੋਰ ਠੱਗ ਇਕੱਠੇ ਕਰਕੇ ਰੱਖੇ ਹੋਏ ਨੇ ਜੀ ਉਹਨਾਂ ਨੇ। 40% ਤਾਂ ਉੱਥੇ ਉਹ ਨੇ ਜਿਨ੍ਹਾਂ ਦੇ ਪਰਚੇ ਹੋਏ ਨੇ, ਜਿਹੜੇ ਪਾਰਲੀਮੈਂਟ 'ਚ ਬੈਠੇ ਨੇ, ਸਭ ਤੋਂ ਜ਼ਿਆਦਾ ਭਾਜਪਾ ਦੇ ਨੇ ਦਾਗੀ। ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਇਹ ਵੀ ਪਤਾ ਲੱਗਾ, ਸੁਣਨ ਦੇ ਵਿੱਚ ਆਇਆ ਕਿ ਅਗਲਾ ਵੀ ਇਹਨਾਂ ਨੇ ਪ੍ਰੋਗਰਾਮ ਲਿਖਿਆ ਹੈਗਾ ਜੀ, ਇਸ ਤੋਂ ਬਾਅਦ ਹੁਣ ਇਹ ਆਪਣਾ ਸੰਸਦ ਵੱਲ ਰੁਖ ਕਰਨਗੇ ਜੀ, ਆਪਣਾ ਪੈਦਲ ਮਾਰਚ ਕਰਨਗੇ ਉੱਧਰ ਨੂੰ। ਹਾਂ ਪੈਦਲ ਮਾਰਚ ਦਾ ਸੰਸਦ ਵੱਲ ਨੂੰ ਡੈਲੀਗੇਸ਼ਨ ਬਣਾ ਕੇ ਹੋ ਜਾਏਗਾ, ਭਾਵੇਂ ਪਹਿਲਾਂ ਲੀਡਰ ਜਾਣ, ਥੋੜ੍ਹੇ ਥੋੜ੍ਹੇ ਕਾਫਲਿਆਂ 'ਚ ਜਾਣ। ਸੋ ਇਸ ਵਾਰੀ ਸੰਕਟ ਕਾਫੀ ਰਹੇਗਾ ਮੋਦੀ ਸਰਕਾਰ ਦੇ। ਇੱਕ ਤਾਂ ਅਰਨਬ ਗੋਸਵਾਮੀ ਦਾ ਮਾਮਲਾ ਹੈ, ਕੋਈ ਕਾਨੂੰਨਾਂ ਦਾ ਮਸਲਾ, ਸੋ ਕਈ ਸਾਰੇ ਮਸਲੇ ਜਿਹੜੇ ਨੇ ਉਹ ਆੜੇ ਆ ਰਹੇ ਨੇ ਜੀ। ਜੀ ਜੀ ਇੱਕ ਭਾਈ ਕਰੋਨਾ ਬਾਰੇ ਦੱਸੋ ਕਿ ਜਿਹੜੇ ਹੁਣ ਕਰੋਨਾ ਦੀ ਜਿਹੜੀ ਇਹਨਾਂ ਨੇ ਆਪਣੀ ਸਵਦੇਸ਼ੀ ਟੀਕਾ ਬਣਾਇਆ ਹੈਗਾ ਏ, ਜੇ ਆਪਾਂ ਕੰਪੇਅਰ ਕਰੀਏ ਹੋਰ ਕੰਟਰੀਜ਼ ਦੇ ਨਾਲ, ਉੱਥੋਂ ਦੇ ਪਹਿਲਾਂ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਆਪਣੇ ਲਵਾਉਂਦੇ ਨੇ, ਤੇ ਹਾਲਾਂ ਤੱਕ ਇਹਨੇ ਆਪਣੇ ਆਪ ਨੂੰ ਨਹੀਂ ਲਵਾਇਆ ਹੈਗਾ। ਚਲੋ ਮੈਂ ਆਫ ਦੀ ਏਅਰ ਦੱਸਦਾ। ਥੈਂਕ ਯੂ ਜਸਪ੍ਰੀਤ, ਥੈਂਕ ਯੂ, ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਸਾਡੇ ਤੇ ਉਹ ਹੈ ਨਾ, ਜਦੋਂ ਤੱਕ ਕੋਈ ਚੀਜ਼ ਲੈਣੀ ਹੈ ਫਿਰ ਤਾਂ ਲੀਡਰ ਕਹਿੰਦਾ ਲੋਕ ਹੋਵੇ ਪਿੱਛੇ ਪੁੱਤ ਹੋਵੇ ਅੱਗੇ, ਜਦੋਂ ਕੁਰਬਾਨੀ ਦੇਣੀ ਹੈ ਫਿਰ ਪੁੱਤ ਹੋਵੇ ਪਿੱਛੇ ਲੋਕ ਹੋਵੇ ਅੱਗੇ। ਹੁਣ ਟੀਕਾ ਲਵਾਉਣ ਨੂੰ ਵੀ ਇਹ ਲਾਣਾ ਅੱਗੇ ਨਹੀਂ ਆ ਰਿਹਾ। ਕਿੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਹੜੀਆਂ ਡਾਕਟਰ ਜਾਂ ਹੋਰ ਬੀਬੀਆਂ ਨੇ, ਮੋਦੀ ਸਾਹਿਬ ਨੂੰ ਵੀ ਕਹਿਣਾ ਪਿਆ ਕਿ ਭਾਈ ਟੀਕਾ ਡਾਕਟਰ ਲਵਾਓ, ਵਾਰੀਅਰ ਲਵਾਓ, ਤਾਂ ਫਿਰ ਜਿਹੜੇ ਲੋਕ ਲਵਾਉਣਗੇ। ਪਰ ਮੋਦੀ ਸਾਹਿਬ ਤੁਸੀਂ ਕਿਉਂ ਨਹੀਂ ਲਵਾਉਂਦੇ? ਤੁਹਾਡਾ ਟੀਕਾ ਮੇਕ ਇਨ ਇੰਡੀਆ, ਤੁਸੀਂ ਕਢਾਓ ਪਹਿਲਾਂ, ਆਪਣੇ ਲੋਧਾ ਲਵਾਓ, ਹੈ ਨਾ। ਆਹ ਖੱਟੜ ਉਹਨਾਂ ਦੇ ਲਵਾਓ, ਸਾਰਿਆਂ ਦੇ ਫੜ ਕੇ, ਹਰਜੀਤ ਗਰੇਵਾਲ ਦੇ ਲਵਾਓ, ਜਨਤਕ, ਹੈ ਨਾ, ਪਬਲਿਕ, ਹੈ ਨਾ। ਅਤੇ ਕੀ ਗੱਲ ਲੋਕਾਂ 'ਤੇ ਹੀ ਤਜਰਬਾ ਕਰਨਾ। ਖੈਰ ਇਸ ਵਕਤ ਆਪਣੇ ਨਾਲ ਬਾਈ ਜੀ ਜੁੜ ਚੁੱਕੇ ਨੇ, ਨੰਬਰ ਮੇਰੇ ਕੋਲ ਸੇਵ ਨਹੀਂ ਹੈ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਨਰ ਹੋ? ਸਤਿ ਸ਼੍ਰੀ ਅਕਾਲ ਬਾਈ ਜੀ, ਅਵਤਾਰ ਬੋਲਦਾ ਜੀ। ਅਵਤਾਰ ਸਿੰਘ US ਤੋਂ? ਹਾਂਜੀ ਹਾਂਜੀ ਹਾਂਜੀ। ਅੱਛਾ, ਬਜ਼ੁਰਗਾਂ ਦੀ ਹੈ ਜੀ। ਮੇਰੇ ਡੈਡੀ ਡੈਡੀ ਦੀ ਫਾਦਰ ਦੀ ਉਹਦੇ ਨਾਲ ਆਏ ਸੀ ਤੁਸੀਂ? ਹੈ ਜੀ।
ਜਦੋਂ ਬਾਦਲ ਦੀ ਕਾਨਫਰੰਸ ਸੀ ਲੁਧਿਆਣੇ ਤੋਂ, ਮੇਰੇ ਡੈਡੀ ਨਾਲ ਉਹਨਾਂ ਨਾਲ ਆਏ ਸੀ ਗੱਡੀ 'ਚ, ਤੁਸੀਂ ਸਰਹੰਦ ਤੱਕ ਮੇਰਾ ਖਿਆਲ। ਮੈਨੂੰ ਯਾਦ ਆ ਰਿਹਾ ਥੋੜਾ ਥੋੜਾ, ਕਈ ਸਾਲ ਹੋ ਗਏ। NRI ਸਮਾਗਮ ਸੀਗਾ ਜਲੰਧਰ। ਮੈਂ ਹਰਦੇਵ ਦਾ, ਤੁਹਾਡੇ ਪਿੰਡ ਵਾਲੇ ਦੀ ਡੈਥ ਹੋ ਗਈ ਪੁਲਿਸ 'ਚ, ਤਾਂ ਉਹਦਾ ਕਜ਼ਨ ਹੈ ਜੀ, ਮਾਸੀ ਦਾ ਮੁੰਡਾ ਜੀ। ਅੱਛਾ 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 ਅੱਛਾ, ਹਾਂਜੀ ਹਰਦੇਵ ਦੀ ਡੈਥ ਹੋ ਗਈ ਜਿਹੜੀ। ਹਾਂ ਹਰਦੇਵ ਦੀ, ਹਰਦੇਵ, ਅੱਛਾ ਹਾਂ ਪੁਰਾਣੇ ਸਰੋਤੇ ਹੋ ਤੁਸੀਂ ਤਾਂ। ਮੇਰਾ ਯਾਰ ਸੀ ਹਰਦੇਵ, ਰੁਖਸਤ ਹੋ ਗਿਆ ਪੁਲਿਸ 'ਚ ਸੀ ਮੁੰਡਾ ਉਹ। ਹਾਂਜੀ 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 ਹਾਂ, ਉਹ ਮਾਸਟਰ ਨਿਰਭੈ ਸਿੰਘ ਜੀ, ਉਹ ਸਾਡੇ ਰਿਸ਼ਤੇਦਾਰ ਨੇ ਜੀ। ਹਾਂ ਨਿਰਭੈ ਸਿੰਘ ਅੰਕਲ ਤੇ ਰਣਜੀਤ ਡੇਪੀ। ਹਰਦੇਵ ਕੇਸਰ ਬਹੁਤ ਮੇਰੇ ਜਮਾਤੀ ਦੋਸਤ ਸੀਗੇ ਦੋਨੋਂ ਹੀ। ਹਾਂਜੀ ਹਰਜੀਤ ਬਹੁਤ ਸਾਊਥ ਆ ਜੀ। ਹਰਜੀਤ, ਹਾਂ ਮੇਰੇ ਵਿਆਹ ਤੋਂ ਦੂਜੇ ਤੀਜੇ ਦਿਨ ਡੈਥ ਹੋਈ ਸੀ ਉਹਦੀ। ਓਕੇ, ਹਾਂ ਮੈਨੂੰ ਯਾਦ ਹੈ। ਹਾਂਜੀ ਹਾਂਜੀ, ਤੇ ਉਹ ਮੈਨੂੰ ਯਾਦ ਬਾਈ ਜੀ, ਮੈਂ ਤਾਂ ਇੱਕ ਕਹਿਣਾ ਪੰਜਾਬ ਦੇ ਲੋਕਾਂ ਨੂੰ, ਸਾਰੇ ਹਰਿਆਣੇ ਦੇ ਕਿਸਾਨਾਂ ਨੂੰ, ਸਾਰਿਆਂ ਨੂੰ ਮੇਰੀ ਤਾਂ ਵਧਾਈ ਹੈ ਇਹ ਵੀ, ਜਿਹੜਾ ਸਭ ਤੋਂ ਪਹਿਲਾਂ ਤਾਂ ਮੋਦੀ ਨੇ ਇਹ ਕੰਮ ਕੀਤਾ ਜੀ ਸਾਡਾ। ਅੱਛਾ, ਦੂਜਾ ਹੱਕ ਦਾ ਜਦ ਇਕੱਠੇ ਹੋ ਗਏ, ਹੱਕ ਤਾਂ ਮਿਲੇ ਜਾਣੇ ਆ। ਹੁਣ ਤਾਂ ਮੈਨੂੰ ਤਾਂ ਲੱਗਦਾ ਜਿਹੜੀ ਕੋਈ ਤਾਕਤ ਹੈ ਰੋਕੂਗੀ। ਇੱਕ ਬਸ ਸ਼ਾਂਤੀ ਬਣਾਏ ਰੱਖੋ। ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਸ਼ਾਂਤੀ ਬਣਾਓ। ਦੇਖੋ ਕਿਤੇ ਜਿੱਤੀ ਬਾਜੀ ਨਾ ਹਾਰ ਜਾਓ, ਕੋਈ ਥੋੜੀ ਛੋਟੀ ਜਿਹੀ ਗਲਤੀ ਵੀ ਲੋਕਾਂ ਨੂੰ ਮਹਿੰਗੀ ਪੈ ਜਾਵੇ, ਆ ਸਾਰਾ ਅੰਦੋਲਨ ਖਰਾਬ ਹੋ ਜਾਵੇ। ਬਾਈ ਜੀ, ਕੋਈ ਜੁਗੇਸ਼ ਜੀ ਨਹੀਂ ਮੁੜ ਕੇ? ਹਾਂਜੀ, ਜੁਗੇਸ਼ ਜੀ ਜਾਪਾਨ ਵਾਲੇ। ਅੱਛਾ, ਨਹੀਂ ਜੁਗੇਸ਼ ਮਿੱਤਰ ਹੈ ਆਪਣੇ, ਆਉਂਦੇ ਰਹਿੰਦੇ ਆ ਉਹ ਵੀ। ਨਹੀਂ, ਉਹਨਾਂ ਨੂੰ ਬੁਲਾਇਓ ਜੀ, ਉਹ ਤਾਂ ਜ਼ਰੂਰੀ ਆ। ਹੁਣ ਉਹਨਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਦਿੱਲੀ 'ਚ ਵੀ ਇਹ ਪੈਸੇ ਭੜਕਾਏ ਵੇ ਲੋਕ ਹੈ। ਜੀ ਨਿਊਜ਼ ਵਾਲਿਆਂ ਨੇ ਖੜੇ ਕਰੇ ਵੇ, ਕੌਣ ਪਤਾ ਤਾਂ ਲੱਗੇ। ਜੁਗੇਸ਼ ਜੀ ਤਾਂ ਮੁੜ ਕੇ ਆਏ ਨਹੀਂ। ਨਹੀਂ ਨਹੀਂ, ਕੋਈ ਨਹੀਂ, ਜੁਗੇਸ਼ ਵੀ ਆਪਣਾ ਦੇਖੋ ਵਿਚਾਰ ਕਰਿਓ ਜੀ। ਅੱਛਾ, ਜੁਗੇਸ਼ ਜੀ ਨੂੰ, ਜੁਗੇਸ਼ ਜੀ ਤਾਂ ਰਜਾਮੰਦ ਹੋ ਜਾਂਦੇ ਨੇ। ਇੱਕ ਦੋ ਹੋਰ ਨੇ ਉਹ ਨਹੀਂ ਰਜਾਮੰਦ ਹੁੰਦੇ। ਉਹ ਕੀ ਨਾ ਉਹਦਾ, ਜਿਹੜਾ ਸ਼ਰਮਾ ਸਾਹਿਬ ਕੈਨੇਡਾ ਵਾਲੇ, ਟੋਰਾਂਟੋ ਵਾਲੇ, ਉਹ ਮੇਰੇ ਮਿੱਤਰ ਨਹੀਂ ਰਜਾਮੰਦ ਹੁੰਦੇ। ਬਾਕੀ ਇਹ ਸਿਆਣੇ ਕਹੇ ਕਰਦੇ, ਨਿੰਦਕ ਜ਼ਰੂਰੀ ਨੇ ਜੀ। ਨਿੰਦਕ ਨਾ ਹੋਣ ਬੰਦਾ ਸਹੀ ਨਹੀਂ ਹੋ ਰਹਿੰਦਾ। ਨਿੰਦਕ ਹੋਣੇ ਚਾਹੀਦੇ। ਹਾਂ, ਆਲੋਚਨਾ ਜਿਹੜੀ ਹੈ ਨਾ ਅਵਤਾਰ ਬਾਈ ਜੀ, ਉਹ ਬਹੁਤ ਜ਼ਰੂਰੀ ਹੈ। ਨਹੀਂ ਤਾਂ ਵਨ ਮੈਨ ਟਰੈਕ ਮੋਦੀ ਸਾਹਿਬ ਵਾਂਗੂ ਚੱਲੀ ਜਾਂਦਾ। ਉਹਨੂੰ ਲੱਗਦਾ ਮੈਂ ਬਹੁਤ ਵਧੀਆ ਕੰਮ ਕਰਦਾ। ਹੁਣ ਇੱਕ ਗੱਲ ਸੋਚਣ ਵਾਲੀ ਹੈ, ਜੇ ਮੋਦੀ ਇੰਨੀ ਅਡਵਾਈਸ ਨਾ ਕਰਦੇ ਤਾਂ ਇਹ ਯੂਨਿਟੀ ਬਣਨੀ ਸੀ ਕਦੇ? ਨਹੀਂ ਬਣਨੀ ਸੀ, ਬਿਲਕੁਲ। ਬਸ ਫਿਰ ਇਹ ਗੱਲ ਹੋਣੀ ਚਾਹੀਦੀ ਹੈ ਜੀ। ਕਈ ਵਾਰੀ ਬੁਰੀਆਂ ਗੱਲਾਂ ਚੋਂ ਵੀ ਤੁਹਾਨੂੰ ਸਿੱਖਣ ਨੂੰ ਮਿਲਦਾ, ਸਮਝਣ ਦੀ ਲੋੜ ਹੈ ਜੀ। ਬਹੁਤ ਵਧੀਆ ਗੱਲ ਹੋਈ ਹੈ, ਮੈਂ ਤਾਂ ਬਹੁਤ ਖੁਸ਼ ਹਾਂ ਇਸ ਗੱਲ ਤੇ। ਜੀ ਜੀ ਜੀ, ਥੈਂਕ ਯੂ ਬਾਈ ਜੀ। ਹਾਂ ਦੇਖੋ, ਮੈਨੂੰ ਮੇਰੇ ਜਾਊਂਗਾ ਜੀ ਤੁਹਾਨੂੰ ਮੈਂ। ਮਿਹਰਬਾਨੀ ਅਵਤਾਰ ਬਾਈ ਜੀ, ਜ਼ਰੂਰ ਮੈਂ ਨੰਬਰ ਸੇਵ ਕਰਦਾ ਤੁਹਾਡਾ। ਬੜੀ ਦੇਰ ਬਾਅਦ ਗੱਲ ਹੋਈ ਹੈ। ਹਾਂ, ਮੈਨੂੰ ਯਾਦ ਕਰਾਤਾ। ਦੇਖੋ ਸਰੋਤੇ ਬਾਈ ਜੀ, ਹਰਵਿੰਦਰ ਸਿੰਗਾਪੁਰ ਵਾਲੇ, ਮੈਨੂੰ ਨਾਮ ਭੁੱਲ ਰਿਹਾ ਸੀਗਾ, ਗਰੀਸ਼ ਸ਼ਰਮਾ। ਉਹ ਕਈ ਰੇਡੀਓ 'ਤੇ ਮੇਰੇ ਨਾਲ ਉਹਨਾਂ ਦੀ ਬਹੁਤ ਖੈਬੜਦੇ ਸੀ ਉਹ ਬਿਨਾਂ ਵਜ੍ਹਾ। ਚਲੋ ਕੋਈ ਨਹੀਂ, ਵਿਚਾਰਧਾਰਾ ਉਹਨਾਂ ਦੀ, ਉਹਨਾਂ ਨੂੰ ਵੀ ਰਾਈਟ ਆ ਆਪਣੀ ਗੱਲ ਕਹਿਣ ਦਾ। ਗਰੀਸ਼ ਸ਼ਰਮਾ ਅਤੇ ਗਰੀਸ਼ ਸ਼ਰਮਾ ਥੋੜ੍ਹਾ ਜਿਹਾ ਘੱਟ ਮੰਨਦੇ ਆ। ਬਾਕੀ ਯੋਗੇਸ਼ ਤਾਂ ਪਹਿਲਾਂ ਵੀ, ਕਿਉਂਕਿ ਆਮ ਆਦਮੀ ਪਾਰਟੀ ਵਕਤ ਵੀ ਨਾ ਤੁਸੀਂ ਵੇਖਿਆ ਹੋਣਾ, ਯੋਗੇਸ਼ ਕਿਉਂਕਿ ਦਿੱਲੀ ਤੋਂ ਆ, ਜ਼ਮੀਨੀ ਇੱਕ ਤਾਂ ਉਹਨੂੰ ਪਤਾ ਸੀਗਾ ਉਹਦਾ, ਹੁਸ਼ਿਆਰਪੁਰ ਤੋਂ ਪਿਛੋਕਾ ਉਹਦਾ। ਅਤੇ ਉਦੋਂ ਜਿਹੜੀਆਂ ਗੱਲਾਂ ਕਹਿੰਦਾ ਸੀ ਨਾ ਯੋਗੇਸ਼, ਉਹ ਉਹਨਾਂ 'ਚ ਦਮ ਵੀ ਸੀਗਾ। ਈਵਨ ਮੈਂ ਵੀ ਕਹਿੰਦਾ ਸੀ ਕਿ ਦੇਖੋ, ਦਿੱਲੀ 'ਚ ਕੇਜਰੀਵਾਲ ਦਾ ਪੈਟਰਨ ਹੋਰ ਹੈ, ਪੰਜਾਬ 'ਚ ਹੋਰ ਹੈ। ਦਿੱਲੀ 'ਚ ਵੀ ਦਿਖਦਾ ਹੋਰ ਹੈ ਅਤੇ ਦੀਂਦਾ ਹੋਰ ਹੈ, ਕਰਦਾ ਹੋਰ ਹੈ। ਦਿੱਲੀ 'ਚ ਹੋਰ ਚੀਜ਼ ਹੈ, ਪੰਜਾਬ ਹੋਰ ਚੀਜ਼ ਹੈ। ਸੋ ਇਹ ਆਪਣਾ ਆਪਣਾ ਨਜ਼ਰੀਆ ਹੁੰਦਾ। ਸੋ ਸਾਨੂੰ ਵੀ ਇੰਨੀ ਫਰਾਖ ਦਿਲੀ ਜਿਹੜੀ ਹੈ ਦਿਖਾਉਣੀ ਚਾਹੀਦੀ ਹੈ। ਅਤੇ ਇਸ ਕਰਕੇ ਰੋਸ ਨਾ ਕੀਜੈ ਉੱਤਰ ਦੀਜੈ, ਅਸੀਂ ਤਾਂ ਉਸ ਫਲਸਫੇ ਦੇ ਧਾਰਨੀ ਹੈ। ਖੈਰ, ਕਿਉਂਕਿ ਅਸੀਂ ਨਾ, ਸਾਡੀ ਬਦਕਿਸਮਤੀ ਹੈ। ਮੈਂ ਕਹਿੰਦਾ ਹੁੰਦਾ ਕਿ ਜਿਹੜਾ ਸਾਨੂੰ ਘਰ ਛੱਡਣੇ ਪੈਂਦੇ ਨੇ ਨਾ, ਮਜਬੂਰਨ ਪ੍ਰਵਾਸ, ਭਾਵੇਂ ਅਸੀਂ ਪ੍ਰਵਾਸ ਜਾ ਕੇ ਬਹੁਤ ਸੁਖੀ ਵੀ ਹਾਂ, ਪਰ ਜਦੋਂ ਪੰਜਾਬ 'ਚੋਂ ਅਸੀਂ ਜਾਂਦੇ ਹਾਂ ਨਾ, ਤਾਂ ਧਾਰ ਨਿਕਲਦੀ ਹੈ ਨਾ। ਬਾਈ ਜੀ ਬਹੁਤ ਸਾਰੇ ਸੁਨੇਹੇ ਆਏ ਨੇ। ਖੈਰ, ਰਿਕਾਰਡਡ ਮੈਸੇਜ ਕੁਛ ਸੀਗਾ, ਮੈਂ ਜ਼ਰੂਰ ਪਲੇਅ ਕਰਾਂਗਾ। ਤੁਸੀਂ ਵੀ ਇੱਦਾਂ ਰਿਕਾਰਡਡ ਮੈਸੇਜ ਜ਼ਰੂਰ ਸੈਂਡ ਕਰਿਆ ਕਰੋ। ਬਾਈ ਜੀ ਜਸਪ੍ਰੀਤ ਮੈਲਬੌਰਨ ਤੋਂ, ਉਹਨਾਂ ਦਾ ਸੁਨੇਹਾ ਸੀਗਾ। ਅਤੇ ਤੁਸੀਂ ਵੀ ਜਿਸ ਤਰ੍ਹਾਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ, ਬਾਅਦ 'ਚ ਰਿਕਾਰਡ ਸੁਣੋਗੇ, ਕਿਉਂਕਿ ਇੰਡੀਅਨ ਟਾਈਮ ਸਵੇਰੇ 8 ਤੋਂ 10 ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ, ਹਫ਼ਤੇ ਦੇ ਵਿੱਚ 6 ਦਿਨ, ਸਵੇਰੇ ਸ਼ਾਮ 2-2 ਘੰਟੇ ਹੁੰਦਾ। ਭਾਰਤੀ ਸਮਾਂ ਸਵੇਰੇ 8 ਤੋਂ 10 ਅਤੇ ਸ਼ਾਮ ਨੂੰ 7 ਤੋਂ 9 ਇੰਡੀਅਨ ਟਾਈਮ।
ਤੇ ਤੁਸੀਂ ਵੀ ਅਗਰ ਕਾਲ ਨਹੀਂ ਮਿਲਦੀ ਤਾਂ ਰਿਕਾਰਡਡ ਮੈਸੇਜ ਛੱਡ ਸਕਦੇ ਹੋ ਤੇ ਤੁਹਾਡੇ ਵਿਚਾਰ ਫਿਰ ਸੇਮ ਪ੍ਰੋਗਰਾਮ ਦੇ ਵਿੱਚ ਜਾਂ ਦੂਸਰੇ ਪ੍ਰੋਗਰਾਮ ਦੇ ਵਿੱਚ ਔਨ 에ਅਰ ਕੀਤੇ ਜਾਣਗੇ। ਆਓ ਸੁਣਦੇ ਹਾਂ ਜਸਪ੍ਰੀਤ ਸਿੰਘ ਮੈਲਬੌਰਨ ਤੋਂ ਕੀ ਕਹਿੰਦੇ ਨੇ। ਹਾਂਜੀ ਸਰ, ਤੁਸੀਂ ਜ਼ਰੂਰ ਰੱਖੇ ਹੋਏ ਗੱਲ ਆਪਣੇ ਦਰਸ਼ਕਾਂ ਦੇ ਸਾਹਮਣੇ। ਹਾਂਜੀ ਸਰ, ਤੁਸੀਂ ਸਤਿ ਸ਼੍ਰੀ ਅਕਾਲ ਸਰ। ਅੱਜ ਮਿਸ ਕਰ ਗਏ ਪ੍ਰੋਗਰਾਮ ਤੁਹਾਡਾ ਲਾਈਵ, ਤੇ ਮੈਂ ਬਸ ਉਹ 'ਤੇ ਆਪਣਾ ਵਿਚਾਰ ਦੱਸਣੇ ਚਾਹੁੰਦਾ ਸੀਗਾ ਜੀ। ਆਪਣੇ ਜਿਹੜਾ ਬਿੱਟੂ ਨਾਲ ਹੋਇਆ, ਮੈਂ ਡਾਕਟਰ ਧਰਮਵੀਰ ਗਾਂਧੀ, ਸੁਖਪਾਲ ਖਹਿਰਾ ਅਤੇ ਪ੍ਰਸ਼ਾਂਤ ਭੂਸ਼ਣ, ਇਹਨਾਂ ਦੇ ਸਭ ਦੇ ਆਪਾਂ ਰਿਸਪੈਕਟ ਕਰਦੇ ਹਾਂ ਜੀ, ਪਰ ਮੈਨੂੰ ਉਹਨਾਂ ਨੇ ਪ੍ਰੋਟੈਸਟਰਾਂ ਦੇ ਉੱਪਰ ਹੀ ਲਾ ਰਹੇ ਨੇ ਕਿ ਬਹੁਤ ਗਲਤ ਹੈ। ਇਹ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਜੀ ਕਿ ਇਹ ਹੋਣਾ ਹੀ ਹੋਣਾ ਹੈਗਾ। ਇੰਨੇ ਰਸ਼ ਦੇ ਵਿੱਚ ਜੇ ਤੁਸੀਂ ਆਪਦੀ ਸੰਸਦ ਬੁਲਾ ਰਹੇ ਹੋਗੇ ਅਤੇ ਉੱਥੇ ਤੁਸੀਂ ਸਭ ਨੂੰ ਇਨਵਾਈਟ ਕਰ ਰਹੇ ਹੋਗੇ, ਕੋਈ ਵੀ ਹੈਗੇ, ਕਾਂਗਰਸੀ ਹੈ, ਅਕਾਲੀ ਹੈ, ਕੋਈ ਵੀ ਹੈ। ਪਤਾ ਸੀਗਾ ਕਿ ਹੋਊਗਾ ਹੀ, ਵਿਰੋਧ ਹੋਣਾ ਗਾ, ਕਿਸੇ ਵੀ ਹੱਦ ਤੱਕ ਹੋ ਸਕਦਾ ਕਿਉਂਕਿ ਇਕੱਠ ਇੰਨਾ ਜ਼ਿਆਦਾ ਹੈਗਾ। ਅਤੇ ਮੈਂ ਇਹਨਾਂ ਨੂੰ ਪ੍ਰਬੰਧਕਾਂ ਨੂੰ, ਜਿਨ੍ਹਾਂ ਨੇ ਇਹ ਸੰਸਦ ਸੱਦੀ ਸੀ, ਉਹਨਾਂ ਦੀ ਜ਼ਿੰਮੇਵਾਰੀ ਜ਼ਿਆਦਾ ਹੈ ਜਾਂ ਪ੍ਰੋਟੈਸਟਰਾਂ ਦੀ ਜ਼ਿੰਮੇਵਾਰੀ ਹੈਗੀ, ਇਸ 'ਤੇ ਮੈਨੂੰ ਨਹੀਂ ਚੰਗੀ ਲੱਗੀ ਇਹਨਾਂ ਦੀ ਗੱਲ। ਉਹ ਖੁਦ ਜਿਹੜੇ ਔਰਗਨਾਈਜ਼ਰ ਨੇਗੇ, ਉਹਨਾਂ ਦਾ ਬਣਦਾ ਹੈਗਾ ਵੀ ਇਸ ਇੰਨੇ ਇਕੱਠ ਦੇ ਵਿੱਚ ਅਸੀਂ ਆਪਣੀ ਜੇ ਸੰਸਦ ਰੱਖਣੀ ਹੈ ਕਿ ਥੋੜ੍ਹੀ ਦੂਰ ਰੱਖ ਲਓ। ਜੇ ਤੁਸੀਂ ਲੀਡਰਾਂ ਨੂੰ ਬੁਲਾਉਣਾ ਹੀ ਹੈਗਾ ਤਾਂ ਥੋੜ੍ਹੀ ਦੂਰ ਰੱਖ ਲਓ। ਗਾਂਧੀ ਸਾਹਿਬ ਉਰੇ ਸਾਰੇ ਨਿਖੇਧੀ ਕਰ ਰਹੇ ਕਿ ਚਲੋ ਹੋਣੀ ਵੀ ਚਾਹੀਦੀ ਹੈਗੀ, ਪਰ ਹੋਣੀ ਚਾਹੀਦੀ ਹੈ, ਪਰ ਇਹ ਤਾਂ ਇਹਨਾਂ ਨੂੰ ਪਤਾ ਸੀਗਾ ਵੀ ਹੋਊਗਾ ਹੀ ਹੋਊਗਾ ਇੱਦਾਂ। ਉਹ ਤਾਂ ਆਮ ਤੋਂ ਆਮ ਬੰਦੇ ਨੂੰ ਪਤਾ ਹੈਗਾ ਵੀ ਜੇ ਇੰਨੇ ਰਸ਼ ਦੇ ਵਿੱਚ ਅਸੀਂ ਇਨਵਾਈਟ ਕਰਾਂਗੇ ਅਤੇ ਉਹਨਾਂ ਨੇ ਆਉਣਾ ਵੀ ਹੈਗਾ, ਕੋਈ ਪਬਲਿਸਿਟੀ ਸਟੰਟ ਲਈ ਆਊਗਾ, ਕੋਈ ਕਾਸੇ ਲਈ ਆਊਗਾ। ਵਿਰੋਧ ਹੋਣਾ ਲਾਜ਼ਮੀ ਸੀਗਾ, ਅਤੇ ਵਿਰੋਧ ਦਾ ਕੋਈ ਮਾਪਦੰਡ ਤਾਂ ਦੇਖ ਨਹੀਂ ਸਕਦੇ ਆਪਾਂ ਇੰਨੇ ਰੋਹ ਦੇ ਵਿੱਚ ਕੀ ਹੋ ਸਕਦਾ ਹੈਗਾ। ਕੁਛ ਵੀ ਹੋ ਸਕਦਾ ਸੀਗਾ ਜੀ ਉੱਥੇ। ਇਹ ਮੇਰੇ ਵਿਚਾਰ ਨੇਗੇ ਕਿ ਸਿਰਫ ਇਹ ਕਹਿ ਦੇਣਾ ਕਿ ਲੋਕਾਂ ਦੀ ਗਲਤੀ ਹੈਗੀ, ਲੋਕਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸੀਗਾ। ਤੁਸੀਂ ਇੰਨੇ ਰੋਹ ਨੂੰ ਕਿਵੇਂ ਰੋਕ ਸਕਦੇ ਹੋਗੇ? ਧੰਨਵਾਦ ਟਵਾਨਾ ਜੀ। ਸੋ ਇਹ ਸੀ ਰਿਕਾਰਡਡ ਸੁਨੇਹਾ ਬਾਈ ਜੀ ਜਸਪ੍ਰੀਤ ਸਿੰਘ ਮੈਲਬੌਰਨ ਤੋਂ। ਜਸਪ੍ਰੀਤ ਕਈ ਮਿੱਤਰ ਨੇ ਆਸਟ੍ਰੇਲੀਆ ਤੋਂ, ਇੱਕ ਮੋਹਾਲੀ ਵਾਲੇ ਨੇ, ਪਟਿਆਲੇ ਤੋਂ ਵੀ ਹੈ ਇੱਕ ਜਸਪ੍ਰੀਤ ਗਰੇਵਾਲ ਐਂਡ ਅਤੇ ਆਓ ਅਮਰਿੰਦਰ ਗਿੱਲ ਨੂੰ ਸੁਣਦੇ ਹਾਂ, ਇਸ ਤੋਂ ਬਾਅਦ ਆਪ ਦਾ ਸਵਾਗਤ ਰਹੇਗਾ। ਜ਼ਿੰਦਗੀ ਦੇ ਰੰਗਾਂ ਅਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਤੁਸੀਂ ਜੁੜੇ ਹੋ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। ਗੁੱਤ 'ਚ ਲਾਹੌਰ ਗੁੰਦਣ ਦੀ ਗੱਲ ਹੈ, ਪਰ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਗੋਂਦਾਂ ਵੀ ਗੁੰਦੀਆਂ ਜਾ ਰਹੀਆਂ ਨੇ। ਉਹਨਾਂ ਗੋਂਦਾਂ ਗੁੱਥੀਆਂ ਨੂੰ ਸੁਲਝਾਉਣ ਦੇ ਵਾਸਤੇ ਇਸ ਵਕਤ ਐਡਵੋਕੇਟ ਸੁਰਿੰਦਰ ਸਿੰਘ, ਜੋ ਵਕਾਲਤ ਨਾਲ ਵਾਬਸਤਾ ਨੇ, ਰਾਜਨੀਤਿਕ ਮਾਮਲਿਆਂ ਦੇ ਮਾਹਰ ਨੇ, ਸੋ ਆਪਣਾ ਜੂੜਾ ਆਪ ਗੁੰਦਣਾ ਚਾਹੀਦਾ, ਆਪਣੀ ਗੁੱਤ ਆਪ ਗੁੰਦਣੀ ਚਾਹੀਦੀ ਹੈ। ਪਰ ਗੋਂਦ ਕਈ ਵਾਰੀ ਬੰਦਾ ਦੂਜਿਆਂ ਤੋਂ ਗੁੰਦਵਾ ਪੈਂਦਾ ਅਤੇ ਫਿਰ ਮਜੀਠੀਆਂ ਪੱਟਣ ਵਾਲੀ ਗੱਲ ਹੋ ਜਾਂਦੀ ਹੈ। ਸੋ ਦਿੱਲੀ ਦੇ ਅੰਦੋਲਨ ਦੇ ਵਿੱਚ ਬਹੁਤ ਕੁਝ ਅਜਿਹਾ ਟੇਢਾ ਵਾਪਰ ਰਿਹਾ, ਪਰਦੇ ਦੇ ਪਿੱਛੇ ਵਾਪਰ ਰਿਹਾ। ਸੋ ਉਹਨਾਂ ਦੀਆਂ ਜਾਣਕਾਰੀਆਂ ਸੁਰਿੰਦਰ ਸਿੰਘ ਹੋਰਾਂ ਤੋਂ ਲੈਂਦੇ ਹਾਂ। ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਗੁਰਫਤਿਹ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ। ਕਿੱਧਰ ਨੂੰ ਜਾ ਰਿਹਾ ਮੋਰਚਾ? ਕਈ ਮਾੜੀਆਂ ਚੰਗੀਆਂ ਖਬਰਾਂ ਆਈ ਜਾਂਦੀਆਂ ਪਰਦੇ ਦੇ ਪਿੱਛੋਂ ਵੀ ਤੇ ਸਾਹਮਣਿਓਂ ਵੀ ਜੀ। ਟਵਾਣਾ ਸਾਹਿਬ, ਜਿੱਥੋਂ ਤੱਕ ਟਰੈਕਟਰ ਮਾਰਚ, ਜਿਹੜਾ ਮਤਲਬ ਗਣਤੰਤਰ ਟਰੈਕਟਰ ਮਾਰਚ ਕਿਸਾਨਾਂ ਦਾ ਕਿਹਾ ਸੀਗਾ, ਉਹਦੀ ਪਰਮਿਸ਼ਨ ਤਾਂ ਜਿਹੜੀ ਸੀਗੀ ਉਹ ਦਿੱਲੀ ਪੁਲਿਸ ਤੋਂ ਇਹਨਾਂ ਨੂੰ ਮਿਲ ਗਈ ਸੀਗੀ, ਔਰ ਕੁੱਲ 3 ਰੂਟਾਂ ਦੀ ਮਿਲੀ ਆ। 3 ਰੂਟ ਜਿਹੜੇ ਨੇ ਉਹ, ਇੱਕ ਗਾਜੀਪੁਰ ਵਾਲਾ ਜਿਹਨੂੰ ਗਾਜ਼ੀਆਬਾਦ ਵਾਲਾ ਕਿਹਾ ਜਾਂਦਾ, ਦੂਸਰਾ ਰੂਟ ਜਿਹੜਾ ਸੀਗਾ ਉਹ ਸਿੰਘੂ ਬਾਰਡਰ ਵਾਲਾ, ਤੇ ਤੀਸਰਾ ਜਿਹੜਾ ਟਿਕਰੀ ਵਾਲਾ ਸੀ। ਤਿੰਨਾਂ ਦੇ ਉੱਤੇ ਕੁੱਲ ਜਿਹੜਾ ਸੀਗਾ 9 ਪੁਆਇੰਟਾਂ ਤੋਂ ਐਂਟਰੀ ਮਿਲਣੀ ਆ। ਠੀਕ ਹੈ, ਉਹ ਉਹਨਾਂ ਨੇ ਰੂਟ ਤੈਅ ਕਰ ਦਿੱਤੇ। ਹੁਣ ਪ੍ਰੋਬਲਮ ਕਿੱਥੇ ਆ ਕੇ ਖੜੀ ਹੋ ਗਈ ਕਿ ਕਿਸਾਨ ਆਪਣੇ ਹਿਸਾਬ ਨਾਲ ਲੱਗੇ ਹੋਏ। ਕਿਸਾਨਾਂ ਨੇ ਨਾਲ ਦੀ ਨਾਲ ਇੱਕ ਹੋਰ ਨਵਾਂ ਜਿਹੜਾ ਐਲਾਨ ਕਰ ਦਿੱਤਾ ਕਿ 1 ਫਰਵਰੀ ਨੂੰ ਅਸੀਂ ਸੰਸਦ ਵੱਲ ਮਾਰਚ ਕਰਾਂਗੇ। ਉਹ ਵੀ ਪੈਦਲ ਮਾਰਚ ਦਾ ਵੀ ਉਹਨਾਂ ਨੇ ਐਲਾਨ ਕਰਤਾ। ਪਰ ਇਸੇ ਦੇ ਦਰਮਿਆਨ ਕੀ ਹੋਇਆ ਕਿ ਇੱਕ ਜਥੇਬੰਦੀ ਜਿਹੜੀ
ਜਿਸ ਤਰ੍ਹਾਂ ਪਹਿਲਾਂ ਇਹ 32 ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਸੀ, ਉਹਨਾਂ ਚੋਂ ਜੋਗਿੰਦਰ ਸਿੰਘ ਉਗਰਾਹਾਂ ਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਿਹੜੀ ਸੀ ਉਹ ਇਹਨਾਂ ਨਾਲ ਮਿਲ ਕੇ ਤੇ ਚੱਲਦੀ ਸੀ, ਪਰ ਉਹਦੇ ਟਿਕਰੀ ਬਾਰਡਰ ਤੇ 6 ਸਟੇਜਾਂ ਆਪਣੀਆਂ ਅਲੱਗ ਲੱਗੀਆਂ ਹੋਈਆਂ ਨੇ। ਇਸੇ ਤਰ੍ਹਾਂ ਸਿੰਘੂ ਬਾਰਡਰ ਦੇ ਉੱਪਰ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੀ, ਜਿਹਦਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ, ਉਹਨਾਂ ਦੀ ਸਟੇਜ ਵੀ ਇਹਨਾਂ ਤੋਂ ਅਲੱਗ ਆ। ਬਾਕੀ 30 ਜਥੇਬੰਦੀਆਂ ਤੇ ਜਿਹੜਾ ਸੰਯੁਕਤ ਮੋਰਚਾ ਵਾ ਪੂਰੇ ਭਾਰਤ ਦਾ, ਉਹਨਾਂ ਦੀ ਜਿਹੜੀ ਆ ਉਹ ਇੱਕ ਸਟੇਜ ਘਟੀ ਆ। ਹੁਣ ਅੱਜ ਸਵੇਰੇ ਉਹਨਾਂ ਨੇ ਸਟੇਟਮੈਂਟ ਦੇ ਦਿੱਤੀ ਸਰਵਣ ਸਿੰਘ ਪੰਧੇਰ ਨੇ ਕਿ ਅਸੀਂ ਇਸ ਜਿਹੜਾ ਰੂਟ ਪਲਾਨ ਮਿਲਿਆ ਇਹਦੇ ਨਾਲ ਅਸੀਂ ਸਹਿਮਤ ਨਹੀਂ, ਕਿਉਂਕਿ ਅਸੀਂ ਮੀਟਿੰਗ 'ਚ ਸ਼ਾਮਲ ਸੀ, ਅਸੀਂ ਜਥੇਬੰਦੀਆਂ ਦੀ ਉਸ ਵੇਲੇ ਜਿਹੜਾ ਸੀਗਾ ਸਤਿਕਾਰ ਕੀਤਾ, ਅਸੀਂ ਤਾਂ ਨਹੀਂ ਬੋਲੇ ਕਿ ਚਲੋ ਜਿਹੜਾ ਰੂਟ ਮਿਲ ਗਿਆ ਠੀਕ ਆ, ਪਰ ਕਿਉਂਕਿ ਗੱਲ ਜਿਹੜੀ ਸ਼ੁਰੂਆਤ ਹੋਈ ਸੀ ਉਹ ਰਿੰਗ ਰੋਡ ਦੀ ਹੋਈ ਸੀ ਤੇ ਅਸੀਂ ਤਾਂ ਰਿੰਗ ਰੋਡ ਦੀ ਫੇਵਰ 'ਚ ਆ। ਉਸ ਦੇ ਬਾਅਦ ਕੁਝ ਖਾਲਿਸਤਾਨੀ ਵਿਚਾਰਧਾਰਾ ਵਾਲੇ ਲੋਕ ਜਿਹੜੇ ਸੀ ਉਹ ਐਂਟਰ ਹੋ ਗਏ। ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਐਂਟਰੀ ਜਿਹੜੀ ਮਾਰੀ ਸੀਗੀ ਉਹ ਮਾਰੀ ਆ ਸੁਖਪ੍ਰੀਤ ਸਿੰਘ ਉਦੋਕੇ ਨੇ, ਜਿਹੜਾ ਕਹਿੰਦਾ ਕਿ ਬਹੁਤ ਵੱਡਾ ਵਿਦਵਾਨ ਆ ਤੇ ਨਾਲ ਡਾਕਟਰ ਵੀ ਲਾਉਂਦਾ। ਮੈਨੂੰ ਤਾਂ ਪਤਾ ਨਹੀਂ ਵੀ ਡਾਕਟਰ ਹੈਗਾ ਜਾਂ ਨਹੀਂ ਹੈਗਾ, ਤੇ ਕਹਾਣੀਆਂ ਬਣਾ ਕੇ ਛੱਡਣੀਆਂ ਆਉਂਦੀਆਂ ਨੇ। ਔਰ ਕਹਾਣੀ ਜਿਹੜੀ ਇਹ ਆ ਕਿ ਉਹ ਕਹਿੰਦੇ ਆ ਭਗਤ ਸਿੰਘ ਪੈਦਾ ਹੋਵੇ ਲੇਕਿਨ ਗੁਆਂਢੀ ਦੇ ਘਰ ਪੈਦਾ ਹੋਵੇ, ਸਾਡੇ ਘਰ ਨਾ ਪੈਦਾ ਹੋਵੇ। ਊਧਮ ਸਿੰਘ ਵੀ ਚਾਹੀਦਾ, ਪਰ ਊਧਮ ਸਿੰਘ ਗੁਆਂਢੀਆਂ ਦੇ ਘਰੇ ਚਾਹੀਦਾ, ਸਾਡੇ ਆਪਣੇ ਘਰ ਨਹੀਂ ਚਾਹੀਏ, ਕਿਉਂਕਿ ਸਾਡਾ ਕੰਮ ਆ ਸਿਰਫ ਸਪੀਚ ਕਰਨਾ, ਸਪੀਚ ਕਰਕੇ ਲੋਕਾਂ ਨੂੰ ਭੜਕਾਉਣਾ ਤੇ ਭੜਕਾ ਕੇ ਬਗਾਨੇ ਪੁੱਤ ਜਿਹੜੇ ਉਹ ਮਰਵਾਉਣੇ ਆ, ਤੇ ਸਾਡਾ ਆਪਣੇ ਜਿਹੜੇ ਉਹ ਭਾਵੇਂ ਵਿਦੇਸ਼ 'ਚ ਵਸਦੇ ਹੋਣ, ਸਾਡਾ ਘਰ ਸਹੀ ਸਲਾਮਤ ਚਾਹੀਦਾ। ਉਹਦੇ ਬਾਅਦ ਇਹਨਾਂ ਨੇ ਉਹ ਰੂਟ ਜਿਹੜਾ ਸੀ ਉਹਨੂੰ ਕੈਂਸਲ ਦਾ ਕਹਿਤਾ ਵੀ ਅਸੀਂ ਉਸ ਰੂਟ ਨਾਲ ਸਹਿਮਤ ਨਹੀਂ। ਹੁਣ ਉਹਦੇ ਬਾਅਦ ਜਿਹੜਾ ਲੇਟੈਸਟ ਵਾਪਰਿਆ ਉਹ ਵਾਪਰਿਆ ਜਿਹੜਾ ਸੰਯੁਕਤ ਮੋਰਚੇ ਨਾਲ ਸੁਰਿੰਦਰ ਸਿੰਘ ਜੀ ਨਿਬੇੜਦੇ ਜਾਈਏ। ਜਿਹੜੀ ਮੀਟਿੰਗ ਹੋਈ ਹੈ ਪੁਲਿਸ ਦੇ ਨਾਲ, ਦਿੱਲੀ ਪੁਲਿਸ ਦੇ ਨਾਲ, ਉਹਦੇ 'ਚ ਇਹਨਾਂ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਸੀ। ਇਹਨਾਂ ਦੀ ਅੱਗੋਂ ਫਰਦਰ ਕਮੇਟੀਆਂ ਸੀ ਜਿਹੜੀਆਂ ਉੱਥੋਂ ਯੈਸ ਕਰਕੇ ਆਈਆਂ ਨੇ। ਉਹਦੇ ਵਿੱਚ ਸਰਵਣ ਸਿੰਘ ਪੰਧੇਰ ਹੋਰਾਂ ਦੀ ਵੀ ਸੀਗੀ। ਉਹ ਕਮੇਟੀਆਂ ਸਾਰਿਆਂ ਦੀਆਂ ਸੀ ਜਿਨ੍ਹਾਂ ਨੇ ਪੁਲਿਸ ਨਾਲ ਗੱਲ ਕੀਤੀ ਹੈ। ਉੱਥੇ ਉਦੋਂ ਨਹੀਂ ਸਟੇਟਮੈਂਟ ਆਈ, ਇੰਨੇ ਘੰਟੇ ਬਾਅਦ ਸਟੇਟਮੈਂਟ ਆਉਣਾ, ਦੂਜੇ ਦਿਨ ਆਉਣਾ। ਕੀ ਸਵਾਲ ਖੜੇ ਕਰਦਾ? ਮੈਂ ਟਵਾਣਾ ਸਾਹਿਬ ਇਹੀ ਤਾਂ ਸਵਾਲ ਖੜੇ ਹੁੰਦੇ ਨੇ ਕਿ ਦੇਖੋ ਆ ਕੇ ਸਰਵਣ ਸਿੰਘ ਪੰਧੇਰ ਦੀ ਪਹਿਲੀ ਸਟੇਟਮੈਂਟ ਜਿਹੜੀ ਉਹ ਬੜੀ ਲਾਈਟਲੀ ਸੀ ਕਿ ਦੇਖੋ ਬਾਕੀ ਅਸੀਂ ਜਿਹੜਾ ਮਾਰਚ, ਜਿਹੜਾ ਟਰੈਕਟਰ ਮਾਰਚ ਸਾਰੀਆਂ ਜਥੇਬੰਦੀਆਂ ਰਲ ਕੇ ਕਰਨ ਲੱਗੀਆਂ, ਅਸੀਂ ਉਹਦੇ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰਾਂਗੇ, ਅਸੀਂ ਉਸ ਮੋਰਚੇ ਨੂੰ ਤੋੜਨ ਦੀ ਕੋਈ ਯਤਨ ਨਹੀਂ ਕਰਾਂਗੇ। ਇੱਕ ਬੰਨੇ ਤੇ ਇਹ ਕਹਿੰਦੇ ਨੇ, ਤੇ ਦੂਸਰੇ ਬੰਨੇ ਕਹਿੰਦੇ ਨੇ ਕਿ ਅਸੀਂ ਇਹ ਤਾਂ ਕਿਹਾ ਸੀਗਾ ਕਿ ਅਸੀਂ ਤਾਂ ਜਾਣਾ ਜਿਹੜਾ ਉਹ ਰਿੰਗ ਰੋਡ ਤੇ ਜਾਣਾ ਸੀ। ਭਾਈ ਜਾਂ ਤਾਂ ਉਦੋਂ ਹੀ ਕਬੂਲ ਨਾ ਕਰਦੇ, ਠੀਕ ਆ। ਹੁਣ ਰਿੰਗ ਰੋਡ ਤੇ ਜਾਣਾ ਤੇ ਕੀ 26 ਜਨਵਰੀ ਦੇ ਦਿਨ ਤੁਸੀਂ ਇੱਕ ਪਰੇਡ ਦੇ ਲਈ ਜੇ ਆਪਦਾ 500-700 ਬੰਦਾ ਉੱਥੇ ਦਿੱਲੀ ਪੁਲਿਸ ਨਾਲ ਖੈਬੜ ਕੇ ਮਰਵਾ ਕੇ ਪੂਰਾ ਸੰਘਰਸ਼ ਖਤਮ ਕਰਕੇ ਘਰ ਨੂੰ ਮੋੜ ਆਉਂਗੇ ਤੇ ਉਹ ਚੰਗਾ, ਕਿ ਜਾਂ ਜਿਹੜਾ ਰੂਟ ਮਿਲਿਆ ਇੱਕ ਜਗ੍ਹਾ ਤੇ ਤੈਨੂੰ 103 ਕਿਲੋਮੀਟਰ ਦਾ ਮਿਲਿਆ, ਇੱਕ ਜਗ੍ਹਾ ਤੇ ਤੈਨੂੰ 46 ਕਿਲੋਮੀਟਰ ਦਾ ਮਿਲਿਆ, ਇੱਕ ਜਗ੍ਹਾ ਤੇ ਤੈਨੂੰ 110 ਕਿਲੋਮੀਟਰ ਤੋਂ ਵੱਧ ਦਾ ਮਿਲਿਆ, ਏਡੇ ਲੰਬੇ ਰੂਟ ਮਿਲੇ ਨੇ। ਫਿਰ ਤੁਹਾਡੇ ਕੋਲ ਟਰੈਕਟਰ ਜਿਹੜਾ ਉਹ ਤੁਹਾਡੀ ਮੰਗ ਤੋਂ ਵੱਧ ਹੋ ਗਿਆ, ਜਿੰਨੀ ਤੁਸੀਂ ਉਮੀਦ ਰੱਖੀ ਸੀ ਉਸ ਤੋਂ ਵੱਧ ਹੋ ਗਿਆ। ਹੁਣ ਸਵਾਲ ਖੜੇ ਹੋ ਗਏ ਕਿ ਜਦੋਂ ਇੰਨਾ ਕੁਝ ਹੋ ਗਿਆ, ਫਿਰ ਦਿੱਲੀ ਪੁਲਿਸ ਨੇ ਇਜਾਜ਼ਤ ਦੇ ਦਿੱਤੀ ਕਿ ਜੇ ਤੁਹਾਡੀ 26 ਤਰੀਕ ਨੂੰ ਪੂਰੀ ਪਰੇਡ ਨਹੀਂ ਹੁੰਦੀ, 27 ਤੱਕ ਵੀ ਕੰਟੀਨਿਊ ਰੱਖੋ, 28 ਤੱਕ ਵੀ ਕੰਟੀਨਿਊ ਰੱਖੋ, ਮਤਲਬ 3 ਦਿਨ ਤੱਕ ਤੁਸੀਂ ਕਰ ਲਓ। ਇਹਨਾਂ ਨੇ ਬਣਾਇਆ ਕਿ ਚਲੋ ਰੂਟੀਨ 'ਚ ਤੁਰੇ ਚੱਲਾਂਗੇ ਤਾਂ ਆਈ ਚੱਲਾਂਗੇ, ਆ ਕੇ ਦੁਬਾਰਾ ਆਪੋ ਆਪਣੀ ਜਗ੍ਹਾ ਤੇ ਜਿੱਥੋਂ ਟਰੈਕਟਰ ਚੱਲੇ ਉੱਥੇ ਰੁਕ ਜਾਣਗੇ। ਹੁਣ ਟਵਾਣਾ ਸਾਹਿਬ ਟਰੈਕਟਰ ਜਿਹੜੇ ਨੇ ਇੱਕ ਬੰਨੇ ਤਾਂ ਕਰਨਾਲ ਤੱਕ ਜਾਮ ਲੱਗ ਗਿਆ, ਦੂਸਰੇ ਬੰਨੇ ਜਿਹੜਾ ਉਹ ਜੀਂਦ ਵੀ ਕ੍ਰਾਸ ਕਰ ਚੁੱਕਿਆ ਪਿੱਛੇ, ਹੁਣ ਖਨੌਰੀ ਤੱਕ ਜਿਹੜਾ ਉਹ ਜਾਮ ਲੱਗਣ ਦੀ ਜਿਹੜੀ ਨੌਬਤ ਆ ਚੁੱਕੀ ਹੈ, ਇੰਨਾ ਟਰੈਕਟਰ ਇਕੱਠਾ ਹੋ ਗਿਆ। ਹੁਣ ਗੱਲ ਇਹ ਸੀਗੀ ਕਿ ਜਿਹੜਾ ਲੇਟੈਸਟ ਹੁਣ ਇਸ ਵਕਤ ਵਾਪਰ ਰਿਹਾ ਉਹ ਵਾਪਰ ਰਿਹਾ ਕਿ ਜਿਹੜੀ ਸੰਯੁਕਤ ਮੋਰਚੇ ਦੀ ਸਟੇਜ ਸੀ ਉਹਦੇ ਉੱਤੇ ਕਬਜ਼ਾ ਕੀਤਾ ਹੋਇਆ ਇਸ ਵੇਲੇ, ਜੋ ਲੇਟੈਸਟ ਚੱਲ ਰਿਹਾ, ਕਬਜ਼ਾ ਕੀਤਾ ਗਿਆ ਨੌਜਵਾਨਾਂ ਵੱਲੋਂ। ਲੱਖਾ ਸਿਧਾਣਾ ਬੈਕ ਤੇ ਆ, ਪਹਿਲਾਂ ਨਹੀਂ ਆਇਆ, ਲੇਕਿਨ ਬੜੇ ਗੇਮ ਦੇ ਨਾਲ, ਕਿਉਂਕਿ ਆਪਾਂ ਰਾਜਨੀਤੀ ਨੂੰ ਸਮਝਣ ਵਾਲੇ ਲੋਕ, ਆਪਾਂ ਨੂੰ ਪਤਾ ਉਹ ਕਿਹਨਾਂ ਨੇ ਸਟੇਜ ਤੇ ਚੜਾਏ ਕਿਹਨੇ ਨਹੀਂ ਚੜਾਏ, ਕੁਛ ਥੱਲੇ ਨੇ, ਕੋ ਹੜਦੋਂਗ ਉੱਤੇ ਮਚਾਇਆ ਹੋਇਆ, ਕੋ ਨਿਹੰਗ ਸਿੰਘ ਵੀ ਸਟੇਜ ਤੇ ਕਬਜ਼ਾ ਕਰਕੇ ਬੈਠੇ ਆ। ਦੇਖੋ ਆਪਾਂ ਪਹਿਲਾਂ ਤੋਂ ਇਤਰਾਜ਼ ਕਰਦੇ ਸੀ ਵੀ ਨਿਹੰਗ ਸਿੰਘਾਂ ਦਾ ਕਿਸਾਨੀ ਸੰਘਰਸ਼ ਨਾਲ ਲੈਣ ਦੇਣ, ਇਹਨਾਂ ਨੂੰ ਨਹੀਂ ਬੈਠਣਾ ਚਾਹੀਦਾ। ਹੁਣ ਸਟੇਜ ਤੇ ਜਿਹੜਾ ਕਬਜ਼ਾ ਕੀਤਾ ਉਹ 'ਚ ਨਿਹੰਗ ਸਿੰਘ ਵੀ ਬੈਠੇ ਆ, ਦੇਖੋ ਹਾਲਤ ਕੀ ਆ। ਔਰ ਜਿਹੜੇ ਨੌਜਵਾਨ ਨੇ ਉਹ ਕਹਿ ਰਹੇ ਆ ਕਿ ਕਿਸਾਨ ਆਗੂ ਇੱਥੇ ਆਉਣ, ਸਾਨੂੰ ਦੱਸਣ, ਨਹੀਂ ਤਾਂ ਅਸੀਂ ਤਾਂ ਭਾਈ ਰਿੰਗ ਰੋਡ ਜਾਣਾ, ਅਸੀਂ ਤਾਂ ਰਿੰਗ ਰੋਡ ਦੇ ਉੱਤੇ ਪਰੇਡ ਕਰਨੀ ਆ, ਭਾਵੇਂ ਅਸੀਂ ਮਰੀਏ ਚਾਹੇ ਜੋ ਮਰਜੀ ਹੋਈਏ। ਜਿਹੜਾ ਉੱਥੇ ਵਿਚਾਰਾ ਸਟੇਟ ਸੈਕਟਰੀ ਉਹ ਮਿਹਨਤਾਂ ਕਰਦਾ, ਉਹਦੀ ਸੁਣੀ ਨਹੀਂ ਜਾ ਰਹੀ।
ਫਿਰ ਇਸ ਤੋਂ ਅਗਲੀ ਗੱਲ, ਲੱਖਾ ਸਿਧਾਣਾ ਬੜੀ ਗੇਮ ਦੇ ਨਾਲ ਆਇਆ ਕਿ ਅਸੀਂ ਲੱਖਾ ਸਿਧਾਣਾ ਬਾਈ ਆ ਗਏ, ਅਸੀਂ ਉਹਨਾਂ ਨੂੰ ਮਿਹਨਤਾਂ ਕਰਦੇ ਹਾਂ, ਤੁਸੀਂ ਆਓ ਸਟੇਜ ਤੇ, ਪੂਰਾ ਡਰਾਮਾ ਕੀਤਾ ਗਿਆ। ਫਿਰ ਲੱਖੇ ਸਿਧਾਣੇ ਨੇ ਕਿਹਾ ਦੇਖੋ ਆਪਾਂ ਕੋਈ ਵੀ ਹੰਗਾਮਾ ਨਹੀਂ ਕਰਨਾ, ਆਪਾਂ ਸੰਘਰਸ਼ ਤੋੜਨਾ ਨਹੀਂ, ਸੰਘਰਸ਼ ਚਲਾਉਣਾ। ਪਰ ਇੱਕ ਗੱਲ ਦੱਸੋ, ਜਦੋਂ ਸਰਵਣ ਸਿੰਘ ਪੰਧੇਰ ਤੇ ਸਤਨਾਮ ਸਿੰਘ ਪੰਨੂ ਉਹ ਉਹਨਾਂ ਨੇ ਮੋਹਰੇ ਲੱਗਣਾ, ਜਿੱਥੋਂ ਦੀ ਆਪਾਂ ਨੂੰ ਰੂਟ ਮਿਲਿਆ ਉਹ ਉਸ ਰੂਟ ਦੀ ਅਗਵਾਈ ਉਹਨਾਂ ਨੇ ਕਰਨੀ ਆ, ਤੇ ਫਿਰ ਆਪਾਂ ਇੱਥੇ ਕਿਉਂ ਬੈਠੇ ਆ? ਜਿੱਧਰ ਜੇ ਉਹਨਾਂ ਰਿੰਗ ਰੋਡ ਜਾਣਾ ਆਪਾਂ ਉਹਨਾਂ ਦੇ ਮਗਰ ਟਰੈਕਟਰ ਲਾ ਲਓ, ਆਪਾਂ ਸਾਰੇ ਰਿੰਗ ਰੋਡ ਚੱਲੀਏ। ਮਤਲਬ ਮੁੱਕ ਦੀ ਗੱਲ ਇਹ ਆ ਕਿ ਅੱਜ ਇਸ ਸੰਘਰਸ਼ ਪੂਰੇ ਨੂੰ ਜਿਹੜਾ ਉਹ ਸਾਬੋਤਾਜ ਕਰਨ ਦੇ ਲਈ, ਜਿਹਦਾ ਆਪਾਂ ਪਹਿਲਾਂ ਤੋਂ ਜਦੋਂ ਇਹ 5 ਜੂਨ ਤੋਂ ਚੱਲਿਆ ਸੀ ਸਾਰਾ ਕੁਝ, ਟਵਾਣਾ ਸਾਹਿਬ ਆਪਾਂ ਉਦਣ ਤੋਂ ਕਹਿੰਦੇ ਸੀ ਇਹਦੇ 'ਚ ਏਜੰਸੀਆਂ ਆਪਣੇ ਬੰਦੇ ਘਸੋੜ ਰਹੀਆਂ ਨੇ ਔਰ ਏਜੰਸੀਆਂ ਨੇ ਇਹਦਾ ਪੱਠਾ ਬਿਠਾਉਣ ਦੀ ਪੂਰੀ ਤਾਣੀ ਹੋਈ ਆ, ਔਰ ਉੱਥੋਂ ਤੱਕ ਅੱਜ ਜਿਹੜੀ ਹਾਲਾਤ ਪਹੁੰਚ ਗਈ। ਹੁਣ ਅੱਜ ਰਾਤ ਦੇਖਣਾ ਹੋਏਗਾ ਕਿ ਕੀ ਕਿਸਾਨ ਜਥੇਬੰਦੀਆਂ ਇਹਨੂੰ ਰੋਕ ਪਾਉਂਦੀਆਂ, ਇਹ ਪੂਰਾ ਜਿਹੜਾ ਵਿਦਰੋਹ ਖੜਾ ਹੋਇਆ, ਕਿ ਜਾਂ ਸਵੇਰ ਤੱਕ ਇਸੇ ਤਰ੍ਹਾਂ ਰਹਿੰਦਾ, ਸਵੇਰ ਤੱਕ ਮੰਡੀਰ ਆਪੋ ਆ ਮੁਹਾਰੇ ਚੱਲਦੀ। ਕਿਸਾਨਾਂ ਨੇ ਕਿਹਾ ਕਿ ਜਿਹੜੀਆਂ ਝਾਕੀਆਂ ਵਾਲੀਆਂ ਟਰਾਲੀਆਂ ਨੇ ਕੇਵਲ ਉਹਨਾਂ ਨੂੰ ਇਜਾਜ਼ਤ ਆ, ਬਾਕੀ ਟਰੈਕਟਰ ਆ। ਹੁਣ ਸਟੇਜ ਤੋਂ ਉੱਤੋਂ ਨੌਜਵਾਨ ਬੋਲ ਰਹੇ ਆ ਕਿ ਅਸੀਂ ਕਿਸੇ ਦੇ ਪਿਓ ਦੇ ਬੱਜੇ ਨਹੀਂ, ਅਸੀਂ ਟਰਾਲੀ ਭਰ ਕੇ ਲਿਆਂਦੀ, ਅਸੀਂ ਟਰਾਲੀਆਂ ਭਰ ਕੇ ਹੀ ਲੈ ਕੇ ਜਾਣਾ ਅੰਦਰ, ਅਸੀਂ ਆਪਣਾ ਰਾਸ਼ਨ ਪਾਣੀ ਨਾਲ ਆ, ਅਸੀਂ ਰਾਸ਼ਨ ਪਾਣੀ ਵੀ ਨਾਲ ਲੈ ਕੇ ਜਾਣਾ। ਉਹਨਾਂ ਕਿਹਾ ਕਿ ਲੰਗਰ ਤਿਆਰ ਆ, ਤੁਸੀਂ ਲੰਗਰ ਆਪੋ ਆਪਣਾ ਨਾਲ ਲੈ ਲਓ, ਜਿਹੜੇ 5-5 4-4 ਜਣੇ ਬੈਠੋਗੇ ਚਲੋ। ਹੁਣ ਉਹ ਕਹਿੰਦੇ ਜੀ ਅਸੀਂ ਤੇ ਕੇਸਰੀ ਨਿਸ਼ਾਨ ਸਾਹਿਬ ਮੋਹਰੇ ਚਲਾਉਣਾ, ਚਲੋ ਉਹਦੀ ਵੀ ਤੁਹਾਨੂੰ ਕੋਈ ਰੋਕਦਾ ਨਹੀਂ। ਅਸੀਂ ਜਿਹੜਾ ਤਿਰੰਗਾ ਅਸੀਂ ਉਹ ਨਹੀਂ ਲਾਉਣਾ, ਜੇ ਤਿਰੰਗਾ ਨਹੀਂ ਲਾਉਣਾ ਫਿਰ 26 ਜਨਵਰੀ ਦੀ ਪਰੇਡ ਕਾਹਦੀ ਆ ਭਾਈ? ਫਿਰ ਤਾਂ ਤੁਸੀਂ ਜਾ ਕੇ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕਰ ਲਓ, ਬਾਕੀ ਗੱਦੇ ਲੈ ਲਓ ਤੇ ਜਾ ਕੇ ਤੁਸੀਂ ਪਾਰਲੀਮੈਂਟ ਦੇ ਅੰਦਰ ਵੜ। ਸੁਰਿੰਦਰ ਜੀ, ਜੇ ਕੋਈ ਨਹੀਂ ਵੀ ਲਾਉਂਦਾ, ਉਹ ਵੀ ਕੋਈ ਏਦਾਂ ਪਰਮਿਟ ਨਹੀਂ ਹੈਗਾ ਵੀ ਭਾਈ ਤੇਰੇ ਲੱਗਿਆ ਲਾਜ਼ਮੀ ਹੈ, ਨਹੀਂ ਲਾਉਣਾ ਨਾ ਲਾਓ। ਉਹ ਮਤਲਬ ਇਹ ਹੈ ਕਿ ਮਤਲਬ ਕੋਈ ਜਿਹੜਾ ਕੇਸਰੀ ਨਿਸ਼ਾਨ ਆ ਉਹ ਵੀ ਵੰਡਿਆ ਜਾ ਰਿਹਾ, ਕੋਈ ਦਿੱਕਤ ਨਹੀਂ। ਗੱਲ ਤੇ ਜਿਹੜਾ ਆਬਜੈਕਸ਼ਨੇਬਲ ਚੀਜ਼ਾਂ ਨੇ ਨਾ, ਕਿ ਖਾਲਿਸਤਾਨ ਦਾ ਝੰਡਾ ਜਾਂ ਕੋਈ ਹੋਰ ਝੰਡਾ ਜਿਹੜਾ ਪੋਲੀਟੀਕਲ ਪਾਰਟੀ ਦਾ, ਖਾਸ ਕਰਕੇ ਉਹਨਾਂ ਨੇ ਪੋਲੀਟੀਕਲ ਪਾਰਟੀਆਂ ਦੇ ਝੰਡੇ ਬੈਨ ਕੀਤੇ ਨੇ, ਖਾਲਸਾਈ ਝੰਡੇ ਬੈਨ ਨਹੀਂ ਕੀਤੇ। ਖਾਲਸਾਈ ਝੰਡੇ ਲੋਕ ਲਾਈ ਫਿਰਦੇ ਨੇ, ਲਾਉਣਗੇ ਵੀ, ਕੋਈ ਦਿੱਕਤ ਨਹੀਂ ਹੈ। ਹਿੰਦੂ ਧਰਮਾਂ ਵਾਲੇ ਆਪਣਾ ਸਤਿਕਾਰਤ ਫਲੈਗ ਲਾ ਲੈਂਦੇ ਨੇ, ਇਸਲਾਮ ਵਾਲੇ ਵੀ ਹੈਦਰੀ ਝੰਡਾ ਲਾ ਲੈਂਦੇ ਨੇ। ਸੋ ਇਸ ਦੌਰਾਨ ਇਹ ਜਿਹੜਾ ਕਾਰਨ ਹੈ ਨਾ ਕਿ ਕੁਛ ਹੈਂਡਲ ਨੇ, ਕੁਛ ਲੋਕ ਨੇ ਜਿਨ੍ਹਾਂ ਨੂੰ ਪਹਿਲਾਂ ਗੁਰਨਾਮ ਸਿੰਘ ਚੰਡੂਨੀ ਹੀਰੋ ਲੱਗਿਆ ਸੀਗਾ ਥੋੜ੍ਹੇ ਪਲ ਵਾਸਤੇ, ਕਿ ਗੁਰਨਾਮ ਸਿੰਘ ਚੰਡੂਨੀ ਨੇ RSS ਵਾਲੇ ਸ਼ਿਵ ਕੱਕਾ ਦਾ ਵਿਰੋਧ ਕੀਤਾ, ਚੰਡੂਨੀ ਨੂੰ ਰੱਦ ਕੀਤਾ। ਇਹਨਾਂ ਜਦੋਂ ਫੁੱਟ ਪੈਣ ਲੱਗੀ ਤੇ ਉਹ ਜਥੇਦਾਰ ਬਣ ਗਿਆ ਇੱਕਦਮ ਗੁਰਨਾਮ ਸਿੰਘ ਤੋਂ, ਹਾਲਾਂਕਿ ਉਹ ਉਸੇ ਆਮ ਆਦਮੀ ਪਾਰਟੀ ਦਾ, ਉਹਦੀ ਵਾਈਫ ਟਿਕਟ ਲੜੀ ਹੈ ਜਿਹੜੀ ਆਮ ਆਦਮੀ ਪਾਰਟੀ ਨੂੰ ਇਹ ਲੋਕ ਵਿਰੋਧ ਕਰਦੇ ਸੀਗੇ। ਅਤੇ ਉਹ ਵੀ ਫੁਟੇਜ ਦਿੱਤੀਆਂ ਪਈਆਂ ਨੇ ਕਿਵੇਂ ਵਿਰੋਧ ਚੰਡੂਨੀ ਅਤੇ ਉਹਦੇ ਪਰਿਵਾਰ ਦਾ ਕੀਤਾ ਸੀ ਜਦੋਂ ਇਲੈਕਸ਼ਨ ਲੜਿਆ ਸੀਗਾ ਉਹ। ਪਰ ਹੁਣ ਉਹਦੀ ਜਗ੍ਹਾ ਸਰਵਣ ਸਿੰਘ ਪੰਧੇਰ ਹੋਰੀ, ਇਹਨਾਂ ਨੂੰ ਲੱਗਦਾ ਕਿ ਇਹ ਕੈਸ਼ ਕੀਤੇ ਜਾ ਸਕਦੇ ਨੇ। ਅਤੇ ਇੱਥੋਂ ਤੱਕ ਕਿ ਗਣਤੰਤਰ ਦਿਵਸ ਜਿਹੜਾ ਕਿਸਾਨ ਪਰੇਡ ਹੈ, ਕਿਉਂਕਿ ਮੋਦੀ ਸਾਹਿਬ ਦੇ ਅਖੌਤੀ ਰਾਸ਼ਟਰਵਾਦ ਨੂੰ ਇਸ ਅਸਲੀ ਰਾਸ਼ਟਰਵਾਦ ਦੇ ਨਾਲ ਹੀ ਝੰਬਿਆ ਜਾ ਸਕਦਾ, ਪਰ ਇਹਦੀ ਬਜਾਏ ਹੁਣ ਇਸ ਨੂੰ ਰੋਸ ਪਰੇਡ ਕਹਿ ਕੇ ਪ੍ਰਚਾਰਨਾ ਜਾਂ ਰੋਸ ਮਾਰਚ ਕਹਿਣਾ ਕਿ ਗਣਤੰਤਰ ਪਰੇਡ ਨਹੀਂ। ਠੀਕ ਹੈ, ਇਸ ਮੁਲਕ ਦੇ ਸੰਵਿਧਾਨ ਨੇ ਤੁਹਾਨੂੰ ਤੁਹਾਡਾ ਰਾਈਟ ਨਹੀਂ ਦਿੱਤਾ, ਇਨਜਸਟਿਸ ਹੋਇਆ ਹੋ ਸਕਦਾ ਕਿਸੇ ਨਾਲ, ਪਰ ਜੇ ਤੁਸੀਂ ਆਪਣੇ ਆਪ ਆਪਣਾ ਮੁਲਕ ਛੱਡੀ ਜਾਂਦੇ ਹੋ, ਆਪਣੀ ਧਰਤੀ ਗੁਰੂਆਂ ਫਕੀਰਾਂ ਦੀ ਛੱਡੀ ਜਾਂਦੇ ਹੋ, ਖਾਸ ਕਰਕੇ ਉਹ ਜਿਹੜੀਆਂ ਧਿਰਾਂ ਨੇ ਉਹ ਹੁਣ ਇਸ ਨੂੰ ਰੋਸ ਮਾਰਚ ਦੇ ਰੂਪ ਦੇ ਵਿੱਚ ਜ਼ਿਆਦਾ ਪੇਸ਼ ਕਰਦੀਆਂ ਨੇ। ਕੀ ਇਹ ਚੀਜ਼ਾਂ ਕੋਈ ਇਸ ਸੰਘਰਸ਼ ਨੂੰ ਢਾਹ ਲਾਉਣਗੀਆਂ ਜਾਂ ਇਹ ਵਕਤੀ ਚੀਜ਼ਾਂ ਨੇ? ਕਿਸਾਨਾਂ ਨੇ ਵੱਡੇ ਵੱਡੇ ਮੋਰਚੇ, ਕਿਉਂਕਿ ਗੁਰਨਾਮ ਸਿੰਘ ਚੰਡੂਨੀ ਇੱਕ ਵੱਡੀ ਹੈਸੀਅਤ ਸੀ, ਉਹਨਾਂ ਨੇ ਉਸ 'ਤੇ ਵੀ ਐਕਸ਼ਨ ਕਰ ਦਿੱਤਾ ਕਿ ਇਹਨੇ ਪੋਲੀਟੀਕਲ ਲੋਕਾਂ ਦੇ ਨਾਲ ਮੰਚ ਸਾਂਝਾ ਕੀਤਾ। ਹਾਲਾਂਕਿ ਉਹਨਾਂ ਨੂੰ ਢਾਹ ਬਹੁਤ ਵੱਡੀ ਲੱਗ ਸੀ, ਪਰ ਉਹਨਾਂ ਨੇ ਐਕਸ਼ਨ ਲਿਆ ਇੱਕ ਵਾਰੀ ਚੰਡੂਨੀ ਸਾਹਿਬ 'ਤੇ। ਅਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਇਹਨਾਂ ਦੀ ਸਟੇਜ 'ਤੇ ਜੇ ਕਿਸੇ ਨੇ ਕਬਜ਼ਾ ਕੀਤਾ, ਇਹਦੇ ਨਾਲ ਕੋਈ ਸੰਘਰਸ਼ ਨੂੰ ਢਾਹ ਲੱਗੇਗੀ ਜੀ। ਮੈਂ ਟਵਾਣਾ ਸਾਹਿਬ ਮੈਂ ਪੂਰਾ ਸੁਣ ਨਹੀਂ ਪਾਇਆ ਕਿਉਂਕਿ ਵਿੱਚ ਸਿਗਨਲ ਕੱਟਦਾ ਰਿਹਾ, ਪਰ ਮੈਂ ਇੱਕ ਗੱਲ ਆ ਕਿ ਦੇਖੋ ਇਸ ਵੇਲੇ ਤਾਂ ਪ੍ਰੈਜ਼ੈਂਟ ਕਬਜ਼ਾ ਕੀਤਾ ਹੋਇਆ, ਜਿਹੜੀ ਉੱਥੋਂ ਦੀ ਹਾਲਾਤ ਬਣੀ ਪਈ ਆ, ਠੀਕ ਹੈ। ਇਹ ਆਪੋ ਆਪਣਾ ਜਿਹੜਾ ਇਹਨਾਂ ਕੋਲੇ ਮੈਪ ਆ, ਉਹ ਮੈਪ ਹੈਗਾ, ਉਹਦੇ ਵਾਲਾ ਇਹ ਦਿਖਾ ਰਹੇ ਨੇ ਕਿ ਅਸੀਂ ਭਾਈ ਰਿੰਗ ਰੋਡ ਤੇ ਜਾਣਾ। ਹੁਣ ਸਵਾਲ ਤਾਂ ਇਹ ਸੀ ਕਿ ਤੁਹਾਡੀ ਪਰੇਡ ਵੀ ਹੋ ਜਾਂਦੀ, ਇੱਕ ਬੰਨੇ ਭਾਰਤ ਦਾ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਤਿਰੰਗਾ ਝੰਡਾ ਲਹਿਰਾ ਰਿਹਾ, ਤੁਸੀਂ ਜਿਹੜੇ ਮਰਜ਼ੀ ਝੰਡੇ ਲੈ ਕੇ ਚਲੇ ਜਾਓ, ਇਹ ਨਹੀਂ ਉਹਦੇ ਚ, ਮੈਂ ਉਹ ਗੱਲ ਕਰੈਕਟ ਕਰ ਦਿਆਂ ਕਿ ਇਹ ਨਹੀਂ ਉੱਥੇ ਕਿਹਾ ਗਿਆ ਸੀ, ਇਹ ਸਿਰਫ ਕਿਸਾਨ ਜਥੇਬੰਦੀਆਂ ਵੱਲੋਂ ਸੀ ਵੀ ਇੱਕ ਕਿਸਾਨ ਜਥੇਬੰਦੀ ਦਾ ਕਿਸਾਨਾਂ ਦਾ ਝੰਡਾ ਤੇ ਇੱਕ ਤਿਰੰਗਾ ਲਾ ਕੇ ਆਪਾਂ ਪਰੇਡ ਜਿਹੜੀ ਆ ਉਹ ਕਰਾਂਗੇ।
ਗੱਲ ਤਾਂ ਆ ਸੀ। ਚਲੋ ਜੀ ਕੇਸਰੀ ਨਿਸ਼ਾਨ ਸਾਹਿਬ ਆ, ਉਹਦਾ ਨਹੀਂ ਰੌਲਾ ਕੋਈ ਵੀ। ਰੌਲਾ ਤਾਂ ਇਹ ਆ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਤੁਸੀਂ ਰੂਟ ਪਲਾਨ ਲਿਆ, ਜਿਹੜਾ ਤੁਹਾਡੀ ਸਹਿਮਤੀ ਬਣੀ, ਅਸੀਂ ਉਹਦੇ ਤੇ ਨਹੀਂ ਜਾਣਾ, ਅਸੀਂ ਤਾਂ ਰਿੰਗ ਰੋਡ ਤੇ ਕਰਨੀ ਆ। ਹੁਣ ਰਿੰਗ ਰੋਡ ਤੇ ਐਂਟਰੀ ਨਹੀਂ, ਜੇ ਐਂਟਰੀ ਨਹੀਂ ਤੇ ਕੀ ਤੁਸੀਂ ਉੱਥੇ ਮਾਰ ਧਾੜ ਕਰੋਗੇ? ਮਾਰ ਧਾੜ ਕਰੋਗੇ ਤੇ ਸੰਘਰਸ਼ ਤੋੜ ਕੇ ਤੁਸੀਂ ਘਰਾਂ ਨੂੰ ਜਾਓਗੇ? ਕੀ ਕਰੋਗੇ? ਕਾਹਦੇ ਵਾਸਤੇ ਹੋਏ ਹੋ? ਟਵਾਣਾ ਸਾਹਿਬ, ਗੱਲ ਇਹ ਆ ਕਿ 2-4 ਬੰਦੇ ਮੋਹਰੀ ਹੁੰਦੇ ਆ ਜਿਨ੍ਹਾਂ ਨੂੰ ਖਰੀਦਿਆ ਜਾਂਦਾ ਏਜੰਸੀਆਂ ਵੱਲੋਂ, ਉਹ ਮੋਹਰੀ ਲਾ ਕੇ ਬਾਕੀ ਜਿਹੜੇ ਆ ਉਸ ਵੇਲੇ ਹਜੂਮ ਮਗਰ ਲੱਗ ਜਾਂਦਾ। ਮੈਂ ਇਹਦੀ ਇੱਕ ਉਦਾਹਰਨ ਦਿਆਂਗਾ। ਮੰਜੀ ਸਾਹਿਬ ਹਾਲ ਦੀਵਾਨ ਦੇ ਵਿੱਚ ਮੈਂ ਧਰਮਯੁੱਧ ਮੋਰਚੇ 'ਚ ਜਿਹੜੀ ਚੀਜ਼ ਅੱਖੀਂ ਦੇਖੀ ਹੋਈ ਆ ਉਹ ਬਿਆਨ ਕਰਦਿਆਂ, ਇੱਕ ਸਟੇਜ ਆ, ਸਟੇਜ ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬੋਲੇ ਕਿ ਸਾਨੂੰ ਆਪਣੇ ਦੇਸ਼ ਤੋਂ ਇਲਾਵਾ ਸਾਡਾ ਗੁਜ਼ਾਰਾ ਨਹੀਂ ਹੈ, ਸਾਨੂੰ ਕੇਂਦਰ ਸਰਕਾਰ ਵਾਰ-ਵਾਰ ਕੁਚਲ ਰਹੀ ਆ। ਤੇ ਸਾਰੇ ਲੋਕਾਂ ਨੇ ਬੋਲੇ ਸੋਨੇਹਾਲ ਕਹਿ ਕੇ ਤੇ ਹੱਥ ਜਿਹੜੇ ਖੜੇ ਕਰਤੇ ਕਿ ਸਾਨੂੰ ਆਪਣਾ ਦੇਸ਼ ਚਾਹੀਦਾ। ਠੀਕ ਹੈ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਟੇਜ ਤੋਂ ਥੱਲੇ ਗਿਆ ਤੇ ਦੁਬਾਰਾ ਹਰਚੰਦ ਸਿੰਘ ਲੌਂਗੋਵਾਲ, ਮੋਰਚਾ ਡਿਕਟੇਟਰ ਵੀ ਸੀ, ਅਕਾਲੀ ਦਲ ਦਾ ਪ੍ਰਧਾਨ ਵੀ ਸੀ, ਸਿਰਫ 5 ਮਿੰਟ ਦਾ ਦੋਨਾਂ ਦੇ ਵਿੱਚ ਫਰਕ ਪਿਆ। ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਾਨੂੰ ਕੋਈ ਖਾਲਿਸਤਾਨ ਨਹੀਂ ਚਾਹੀਦਾ, ਕੋਈ ਵੱਖਰਾ ਦੇਸ਼ ਨਹੀਂ ਚਾਹੀਦਾ, ਅਸੀਂ ਇਸੇ ਭਾਰਤ ਦੇ ਵਿੱਚ ਆ ਤਾਂ ਭਾਰਤ 'ਚ ਰਹਿਣਾ, ਤੇ ਜਿੰਨੇ ਵੀ ਭਾਰਤ 'ਚ ਰਹਿਣਾ ਚਾਹੁੰਦੇ ਹੱਥ ਖੜੋ, ਤੇ ਸਾਰਿਆਂ ਨੇ ਫੇਰ ਹੱਥ ਖੜੇ ਕਰ ਦਿੱਤੇ। ਮਤਲਬ ਇਹ ਸਾਡੀ ਉੱਥੇ ਹਾਲਾਤ ਆ। ਜਦੋਂ ਅਸੀਂ ਉੱਥੇ ਹਜੂਮ 'ਚ ਬੈਠੇ ਹੁੰਦੇ ਉਦੋਂ ਅਸੀਂ ਭੇਡਾਂ ਬੱਕਰੀਆਂ ਹੁੰਦੇ ਆ, ਸਾਹਮਣੇ ਵਾਲਾ ਜੋ ਕਹਿੰਦਾ ਸਾਡਾ ਕੰਮ ਹੱਥ ਖੜੇ ਕਰਨਾ ਵਾ। ਇਹੀ ਕੁਛ ਹੁਣ ਹੋ ਰਿਹਾ ਵਾ। ਠੀਕ ਹੈ, ਜਿਹੜੇ ਲੋਕਾਂ ਦੀ ਜ਼ਮੀਨ ਜਿਹੜੀ ਖਿਸਕ ਚੁੱਕੀ ਆ, ਤੁਸੀਂ ਦੇਖੋ ਚਾਹੇ ਉਹ ਦੀਪ ਸਿੱਧੂ ਆ, ਦੀਪ ਸਿੱਧੂ ਨੂੰ ਅਗਲਿਆਂ ਨੇ ਸਟੇਜ ਤੇ ਨਹੀਂ ਚੜ੍ਹਨ ਦਿੱਤਾ। ਇੱਕ ਦਿਨ ਜਿਹੜਾ ਸੀਗਾ ਉਦੋਕੇ ਨੂੰ ਉਹਨਾਂ ਨੇ ਚੜ੍ਹਨ ਦਿੱਤਾ ਸੀ, ਉਦੋਕੇ ਨੇ ਉਹਨਾਂ ਦੀ ਸਟੇਜ ਤੇ ਹੀ ਉਹਨਾਂ ਦੀ ਪੂਰੀ ਮਿੱਟੀ ਪੱਟੀ ਸੀ, ਅਗਲਿਆਂ ਨੇ ਦੁਬਾਰਾ ਕਿਨਾਰਾ ਕਰ ਲਿਆ। ਉਸ ਤੋਂ ਬਾਅਦ ਇਹ ਸਰਵਣ ਸਿੰਘ ਪੰਧੇਰ ਤੇ ਸਤਨਾਮ ਸਿੰਘ ਪੰਨੂ ਵਾਲੀ ਸਟੇਜ ਤੋਂ ਬੋਲਦਾ ਰਿਹਾ। ਹੁਣ ਗੱਲ ਸੁਣੋ, ਕਹਿੰਦੇ ਮੈਂ ਸਿੱਖ ਪ੍ਰਚਾਰਕ ਆ ਬੜਾ ਵੱਡਾ, ਆਪਣੇ ਇਤਿਹਾਸ ਦੀ ਗੱਲ ਕਰਦਾ, ਮੈਂ ਬਹੁਤ ਗੁਣੀ ਗਿਆਨੀ ਆ। ਇੱਕ ਬੰਨੇ ਤੁਸੀਂ ਇਤਿਹਾਸ ਦੀ ਗੱਲ ਕਰਦੇ ਹੋ, ਤੁਸੀਂ ਸਿੱਖ ਸਟੇਟ ਦੀ ਗੱਲ ਕਰਦੇ ਹੋ, ਔਰ ਦੂਸਰੇ ਬੰਨੇ ਜਿਹਨਾਂ ਦੀ ਸਟੇਜ ਤੋਂ ਬੋਲ ਰਿਹਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਉਹ ਨਕਸਲਾਈਟ ਨੇ। ਠੀਕ ਹੈ, ਤੁਹਾਡੇ ਤੇ ਉਹਨਾਂ ਦੇ ਵਿਚਾਰ ਕਿਵੇਂ ਰਲ ਗਏ? ਵੱਡੀ ਗੱਲ ਤਾਂ ਇਹ ਆ। ਘੱਟੋ ਘੱਟ ਇਹਨਾਂ ਤਾਂ ਸੋਚ ਲੈਣਾ ਚਾਹੀਦਾ। ਮਤਲਬ ਜਿੱਥੋਂ ਤੁਹਾਨੂੰ ਰੋਟੀਆਂ ਸੇਕਣ ਨੂੰ ਮਿਲਦੀਆਂ ਨੇ, ਤੁਹਾਡਾ ਉਸ ਔਰਤ ਵਾਲਾ ਹਾਲ ਆ ਕਿ ਜਿਹੜੀ ਸਾਰਾ ਦਿਨ ਘੁੰਮ ਕੇ ਪਿੰਡ 'ਚ ਦੇਖਦੀ ਹੈ ਕਿ ਭਾਈ ਕਿਹਦਾ ਤੰਦੂਰ ਤਪਿਆ ਹੋਇਆ, ਤੇ ਜਾ ਕੇ ਫਟਾਫਟ ਆਪਣੀ ਪਰਾਤ ਚੱਕੀ ਤੇ ਉੱਥੇ ਰੋਟੀਆਂ ਲਾ ਕੇ ਘਰ ਨੂੰ ਵਾਪਸ ਆ ਗਈ। ਇਹਨਾਂ ਦਾ ਕੰਮ ਇਹ ਆ। ਮਤਲਬ ਪਹਿਲੇ ਦਿਨ ਤੋਂ ਇਹ ਲੋਕ ਜਿਹੜੇ ਆ ਇਹਦੇ 'ਚ ਘੁਸੇ ਬੈਠੇ ਆ, ਔਰ ਕਿਤੇ ਨਾ ਕਿਤੇ ਸੰਘਰਸ਼ ਜਿਹੜਾ ਉਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ। ਹੁਣ ਦੇਖਣਾ ਤੇ ਇਹ ਆ ਕਿ ਅੱਜ ਦੀ ਰਾਤ ਤੇ ਕੱਲ ਸਵੇਰੇ ਜਿਸ ਵੇਲੇ ਮਾਰਚ ਜਿਹੜਾ ਇਹ ਸਟਾਰਟ ਹੋਣਾ, ਉਸ ਵੇਲੇ ਕੀ ਵਾਪਰਦਾ, ਕੀ ਇਹ ਨੌਜਵਾਨ ਜਿਹੜੇ ਆ ਇਹ ਇਸੇ ਤਰ੍ਹਾਂ ਹੱਲਾ ਗੁੱਲਾ ਕਰਨਗੇ ਕਿ ਜਾਂ ਪੀਸਫੁਲੀ ਚੱਲਣਗੇ? ਕਿਉਂਕਿ ਉਹਨਾਂ ਨੇ ਕਿਤੇ ਸਟੇਜ ਦੇ ਉੱਤੋਂ ਇਹ ਵੀ ਕਿਹਾ ਕਿ ਜਿਹੜੇ ਆ ਇਹਨਾਂ ਨੂੰ ਕੂਪਨ ਜਾਰੀ ਕਰ ਦਿਓ ਕਿ ਕਿਹੜਾ ਟਰੈਕਟਰ ਕਿਹੜੀ ਲਾਈਨ 'ਚ ਲੱਗੂ, ਕਿਹੜਾ ਕਿਹੜੀ 'ਚ ਨਹੀਂ ਲੱਗੂ। ਉਹਦਾ ਵੀ ਨੌਜਵਾਨਾਂ ਵਿਰੋਧ ਕੀਤਾ ਕਿ ਅਸੀਂ ਆ ਗਏ, ਅਸੀਂ ਤਾਂ ਆਪਣੀ ਮਰਜ਼ੀ ਨਾਲ ਜਾਵਾਂਗੇ, ਅਸੀਂ ਕਿਸੇ ਦੇ ਪਿਓ ਦੇ ਬੱਧੇ ਨਹੀਂ, ਅਸੀਂ ਆਪਣਾ ਤੇਲ ਫੂਕ ਕੇ ਆਏ ਆ, ਅਸੀਂ ਆਪਣੀ ਮਰਜ਼ੀ ਨਾਲ ਲਾਈਨ 'ਚ ਲੱਗਣਾ, ਕਿਹੜੀ ਲਾਈਨ 'ਚ ਲੱਗਣਾ, ਕਿਹੜੇ ਰੂਟ ਤੇ ਜਾਣਾ, ਉਹ ਸਾਡੀ ਮਰਜ਼ੀ। ਮਤਲਬ ਇਹ ਸਾਰਾ ਕੁਝ ਆਪ ਘੜੀ ਵੀ ਕੰਟੀਨਿਊ ਜਿਹੜਾ ਉੱਥੇ ਟਵਾਣਾ ਸਾਹਿਬ ਚੱਲ ਰਿਹਾ ਵਾ। ਕਿਤੇ ਨਾ ਕਿਤੇ ਜਿਹੜਾ ਕੇਂਦਰ ਸਰਕਾਰ ਚਾਹੁੰਦੀ ਸੀ, ਤੁਸੀਂ ਦੇਖੋ ਵੀ ਇੱਕ ਬੰਨੇ ਇਹ ਚੱਲ ਰਿਹਾ, ਦੂਸਰੇ ਬੰਨੇ ਜਿਹੜਾ ਐਗਰੀਕਲਚਰ ਮਿਨਿਸਟਰ ਆ ਉਹ ਲਾਈਵ ਹੋ ਕੇ ਕਹਿ ਰਿਹਾ ਕਿ ਦੇਖੋ ਇਹ ਜਿਹੜੀ ਕਿਸਾਨਾਂ ਵਾਲੀ ਪਰੇਡ ਆ, ਅਸੀਂ ਠੀਕ ਆ ਇਹਨਾਂ ਨੂੰ ਰੂਟ ਦੇਤਾ, ਇਹਦੇ ਨਾਲ ਸਾਨੂੰ 26 ਜਨਵਰੀ ਤੇ ਕੋਈ ਫਰਕ ਨਹੀਂ ਪੈਣਾ। ਸਾਡੇ ਜਿਹੜੀ 26 ਜਨਵਰੀ ਦੀ ਦੂਸਰਾ ਗਣਤੰਤਰ ਦਿਵਸ ਆ ਉਹ ਭਾਰਤ ਸਰਕਾਰ ਧੂਮਧਾਮ ਨਾਲ ਮਨਾਏਗੀ। ਦੂਸਰੀ ਰਹੀ ਗੱਲ, ਇਸ ਪ੍ਰੈਸ਼ਰ ਥੱਲੇ ਅਸੀਂ ਕਾਨੂੰਨ ਕੋਈ ਵਾਪਸ ਨਹੀਂ ਕਰਨੇ, ਅਸੀਂ ਜੋ ਉਹਨਾਂ ਨੂੰ ਫਾਈਨਲ ਕਹਿਣਾ ਅਸੀਂ ਕਹਿ ਦਿੱਤਾ। ਜੇ ਉਹਨਾਂ ਦੀ ਮਰਜ਼ੀ ਹੋਈ ਤੇ ਉਹ ਆ ਕੇ ਸਾਡੇ ਨਾਲ ਦੁਬਾਰਾ ਗੱਲ ਕਰ ਲੈਣ। ਅਸੀਂ 1.5 ਸਾਲ ਲਈ ਜਿਹੜਾ ਇਹਨਾਂ ਨੂੰ ਪੋਸਟਪੋਨ ਕਰਨ ਲਈ ਕਿਹਾ ਸੀਗਾ ਕਿ ਇਹਨਾਂ ਨੂੰ ਅਸੀਂ ਅੱਗੇ ਸਸਪੈਂਡ ਕਰ ਦਿੰਨੇ ਆ, 1.5 ਸਾਲ ਬਾਅਦ ਇਹਦੇ ਤੇ ਵਿਚਾਰ ਕਰ ਲਾਂਗੇ। ਜੇ ਉਹਦੇ ਲਈ ਸਹਿਮਤ ਆ ਠੀਕ ਆ, ਨਹੀਂ ਤਾਂ ਉਹਨਾਂ ਦੀ ਮਰਜ਼ੀ ਜੋ ਮਰਜ਼ੀ ਕਰਨ, ਪਰ ਅਸੀਂ ਉਹਨਾਂ ਨੂੰ ਜਿੱਥੋਂ ਤੱਕ ਇਜਾਜ਼ਤ ਦਿੱਤੀ ਆ ਉੱਥੋਂ ਤੱਕ ਪਰੇਡ ਹੋਏਗੀ, ਉਸ ਤੋਂ ਅੱਗੇ ਕਿਸੇ ਨੂੰ ਇਜਾਜ਼ਤ ਨਹੀਂ। ਮਤਲਬ ਤੁਸੀਂ ਦੇਖੋ ਕੇਂਦਰ ਸਰਕਾਰ ਦੀਆਂ ਚਾਲਾਂ ਜਿਹੜੀਆਂ ਉਹ ਕਿਸ ਬੰਨੇ ਨੂੰ ਜਿਹੜੀਆਂ ਉਹ ਲੈ ਕੇ ਜਾ ਰਹੀਆਂ। ਮੇਰੀ ਗੱਲਬਾਤ ਸੁਰਿੰਦਰ ਸਿੰਘ ਜੀ ਹੁਣੇ ਹੋਈ ਸੀ, ਸਰਵਣ ਸਿੰਘ ਪੰਧੇਰ ਹੋਰਾਂ ਨਾਲ ਔਨ ਦ ਏਅਰ ਹੋਈ ਸੀ। ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਦੇਖੋ ਅਸੀਂ ਆਪਣੀ ਆਖਰੀ ਪ੍ਰਪੋਜ਼ਲ ਦੇ ਆਏ ਕਿ ਅਸੀਂ ਰਿੰਗ ਰੋਡ 'ਤੇ ਜਾਣਾ ਹੀ ਜਾਣਾ। ਹੁਣ ਸਰਕਾਰ ਰਾਤੋਂ ਰਾਤ ਜਾਂ ਸਵੇਰ ਤੱਕ ਕੀ ਫੈਸਲਾ ਕਰਦੀ ਹੈ, ਬੈਰੀਕੇਡ ਪਿੱਛੇ ਹਟਾਉਂਦੀ ਹੈ, ਸਾਨੂੰ ਪਾਸ ਦਿੰਦੀ ਹੈ ਲੰਘਣ ਨੂੰ ਜਾਂ ਨਹੀਂ, ਪਰ ਅਸੀਂ ਉੱਥੇ ਵੜਨਾ ਹੀ ਵੜਨਾ। ਟਕਰਾਅ ਹੋ ਸਕਦਾ ਕਿਉਂਕਿ ਇਹ ਜਥੇਬੰਦੀ ਨੇ ਪੰਜਾਬ 'ਚ ਵੀ ਕੈਪਟਨ ਸਰਕਾਰ ਦਾ
ਜਿਹੜਾ ਫੈਸਲਾ ਨਾ ਮੰਨਦੇ ਆ ਬਾਕੀ ਜਥੇਬੰਦੀਆਂ ਤੋਂ ਅਲੱਗ ਆਪਣਾ ਰੇਲ ਰੋਕੋ ਕਾਇਮ ਰੱਖਿਆ ਹੋਇਆ ਅਜੇ ਵੀ। ਅਤੇ ਇਸ ਕਰਕੇ ਪੰਜਾਬ 'ਚ ਸਥਿਤੀ ਹੋਰ ਸੀ। ਪੰਜਾਬ 'ਚ ਕੈਪਟਨ ਸਰਕਾਰ ਸਿੱਧਾ ਪੰਗਾ ਨਹੀਂ ਲੈਣਾ ਚਾਹੁੰਦੀ ਕਿਸਾਨਾਂ ਦੇ ਨਾਲ, ਉਹਨੂੰ ਰਾਸ ਆ ਰਿਹਾ ਕਿਸਾਨ ਅੰਦੋਲਨ। ਦੂਜੇ ਬੰਨੇ ਸੈਂਟਰ ਸਰਕਾਰ ਇੱਕ ਮਿੱਥੀ ਹੋਈ ਹੱਦ ਜਦੋਂ ਪ੍ਰਪੋਜ਼ਲ ਆ ਗਈ ਜਾਂ ਤਾਂ ਤੁਸੀਂ ਉਦੋਂ ਹੀ ਰਿਜੈਕਟ ਕਰਕੇ ਬਾਹਰ ਆ ਜਾਓ, ਪਰ ਇੰਨੇ ਘੰਟੇ ਬਾਅਦ ਰਿਜੈਕਟ ਕਰਨਾ। ਅਤੇ ਹੁਣ ਅਜੇ ਤਾਂ ਪੂਰੇ ਮੀਡੀਆ 'ਚ ਇਹ ਗੱਲ ਚਲੋ ਆ ਗਈ ਹੈ, ਸੋਸ਼ਲ ਸਾਈਟਸ 'ਤੇ ਕੱਲ੍ਹ ਨੂੰ ਪ੍ਰਿੰਟ 'ਚ ਵੀ ਆ ਜਾਣੀ ਆ, ਅਤੇ ਉਦੋਂ ਨੂੰ ਇਹ ਟਕਰਾਅ ਹੋ ਸਕਦਾ। ਦੂਜਾ ਇੱਕ ਤਾਂ ਇਹ ਸਵਾਲ ਕਿ ਸਥਿਤੀ ਕੀ ਬਣ ਸਕਦੀ ਹੈ। ਇਹਨਾਂ ਦਾ ਫੈਸਲਾ ਡਿਲੇ ਸੀ, ਉਦੋਂ ਹੀ ਮਨਾ ਕਰ ਦਿੰਦੇ, ਗੱਲਬਾਤ 'ਚ ਹੀ ਗੱਲ ਹੋਰ ਹੋਣੀ ਸੀਗੀ। ਦੂਜਾ ਜਿਹੜਾ ਹੈਗਾ ਕਿ ਨਰਿੰਦਰ ਤੋਮਰ ਦੀ ਇਹ ਦੂਜੀ ਬਿਆਨਬਾਜ਼ੀ ਹੈ। ਪਹਿਲਾਂ ਵੀਡੀਓ ਆਈ ਹੈ, ਦੂਜੀ ਬਿਆਨਬਾਜ਼ੀ ਕਿ ਅਸੀਂ ਜੋ ਦੇਣਾ ਸੀ ਉਸ ਤੋਂ ਵੱਧ ਅਸੀਂ ਕਹਿ ਕੇ ਆ ਗਏ ਹਾਂ, ਬੈਸਟ ਪ੍ਰਪੋਜ਼ਲ ਅਸੀਂ ਦੇ ਆਏ ਹਾਂ, ਇਸ ਤੋਂ ਵੱਧ ਕੁਛ ਨਹੀਂ ਹੋਣ ਵਾਲਾ। ਪਰ ਜਿਵੇਂ ਇਸ ਅੰਦੋਲਨ ਨੂੰ ਸਪੋਰਟ ਮਿਲੀ ਹੈ, ਪ੍ਰਧਾਨ ਮੰਤਰੀ ਦੇ ਬਨਾਰਸੀ ਹਲਕੇ ਦੇ ਵਿੱਚ 20,000 ਤੋਂ ਵੱਧ ਕਿਸਾਨ ਇਕੱਠੇ ਹੋਏ ਹੋਏ ਨੇ ਚੰਦੌਲੀ ਦੇ ਵਿੱਚ, ਅਤੇ ਇੱਧਰ ਮਹਾਰਾਸ਼ਟਰ ਦੇ ਵਿੱਚ ਵੱਡੀ ਰੈਲੀ ਅੱਜ ਹੋਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਉਂ-ਜਿਉਂ ਠੰਡ ਘਟ ਰਹੀ ਹੈ, ਕਿਸਾਨ ਅੰਦੋਲਨ ਦੀ ਗਰਮੀ ਵੱਧ ਰਹੀ ਹੈ। ਇਸ ਦੌਰਾਨ ਜਿੰਨੀ ਇਸ ਅੰਦੋਲਨ ਨੂੰ, ਇਸ ਕਿਸਾਨ ਪਰੇਡ ਨਾਲ ਸਫਲਤਾ ਮਿਲਣੀ ਆ, ਕਈ ਲੱਖ 2-3 ਲੱਖ ਟਰੈਕਟਰ ਤਾਂ ਪੱਕਾ ਹੀ ਹੈ, ਉਹਦੇ ਨਾਲ ਇਹ ਇੰਟਰਨੈਸ਼ਨਲ ਪੱਧਰ 'ਤੇ ਚਰਚਿਤ ਹੋਣਾ ਅਤੇ ਮੋਦੀ ਸਰਕਾਰ ਨੂੰ ਅੰਦਰੋਂ ਅੰਦਰੀ 'ਤੇ ਮੰਨਣਾ ਪੈਣਾ। ਇਹ ਆਖਰੀ ਗਿੱਦੜ ਭਵਕੀ ਹੈ ਜਿਹੜੀ ਤੋਮਰ ਸਾਹਿਬ ਮਾਰ ਰਹੇ ਨੇ। ਇਸ ਪਰੇਡ ਦੀ ਸਫਲਤਾ, ਇਸ ਅੰਦੋਲਨ ਦੀ ਸਫਲਤਾ ਬਣੇਗੀ ਕਿ ਨਹੀਂ? ਜੀ ਟਵਾਣਾ ਸਾਹਿਬ, ਪਹਿਲੀ ਗੱਲ ਤਾਂ ਇਹ ਆ ਕਿ ਦੇਖੋ, ਜਿੱਥੋਂ ਤੱਕ ਸਰਵਣ ਸਿੰਘ ਪੰਧੇਰ ਠੀਕ ਆ, ਉਹ ਪੰਜਾਬ 'ਚ ਅੜੇ ਸੀਗੇ, ਅੜ ਕੇ ਉਹ ਟਰੈਕਾਂ ਤੇ ਬੈਠੇ ਰਹੇ। ਉਹਨਾਂ ਨੇ ਬਾਕੀ ਕਿਸਾਨ ਜਥੇਬੰਦੀਆਂ ਦੀ ਵੀ ਜਿਹੜੀ ਉਹ ਗੱਲ ਨਹੀਂ ਮੰਨੀ, ਔਰ ਦਿੱਲੀ ਵੀ ਉਹ ਬਾਕੀ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ 1 ਮਹੀਨਾ ਬਾਅਦ ਦੇ ਵਿੱਚ ਗਏ ਨੇ, ਔਰ ਬਹੁਤ ਵੱਡਾ ਇਕੱਠ ਲੈ ਕੇ ਗਏ ਨੇ। ਇਹਦੇ 'ਚ ਕੋਈ ਦੋ ਰਹਿਆ ਨਹੀਂ। ਹੁਣ ਗੱਲ ਤਾਂ ਟਵਾਣਾ ਸਾਹਿਬ ਇਹ ਆ ਕਿ ਜਿਹੜਾ ਤੁਹਾਡਾ ਟਰੈਕਟਰ ਮਾਰਚ ਸੀ, ਉਹ ਟਰੈਕਟਰ ਮਾਰਚ ਜਿਹੜੀ ਤੁਸੀਂ ਕਿਸਾਨ ਪਰੇਡ ਕਹਿ ਰਹੇ ਹੋ, ਜੇ ਉਹ ਸਕਸੈਸਫੁਲ ਹੁੰਦੀ ਆ, ਸ਼ਾਂਤਮਈ ਹੁੰਦੀ ਆ, ਉਹ ਤੁਸੀਂ ਇੰਟਰਨੈਸ਼ਨਲ ਲੈਵਲ ਤੱਕ ਜਾਣੀ ਆ। ਮੈਂ ਪਹਿਲਾਂ ਕਹਿ ਚੁੱਕਿਆ ਕਿ 26 ਤਰੀਕ ਦੀ ਛੁੱਟੀ ਆ, 27 ਤਰੀਕ ਨੂੰ ਜਦੋਂ ਪੇਪਰ ਪ੍ਰਿੰਟ ਹੋਏਗਾ, 28 ਨੂੰ ਸਵੇਰੇ ਜਦੋਂ ਨਿਊਜ਼ ਪੇਪਰ ਲੋਕਾਂ ਦੇ ਹੱਥ 'ਚ ਹੋਏਗਾ, ਇੱਕ ਬੰਨੇ ਭਾਰਤ ਦਾ ਪ੍ਰਧਾਨ ਮੰਤਰੀ ਗਣਤੰਤਰ ਦਿਵਸ ਦੀ ਪਰੇਡ ਜਿਹੜੀ ਆ ਉਹ ਤੋਂ ਸਲਾਮੀ ਲੈ ਰਿਹਾ ਹੋਏਗਾ, ਤੇ ਦੂਸਰੇ ਬੰਨੇ ਜਿਹੜੀ ਆ ਉਹ ਕਿਸਾਨਾਂ ਦੀ ਪਰੇਡ ਜਿਹੜੀ ਆ ਪੈਰਲ 2 ਨਿਊਜ਼ ਲੱਗੀਆਂ ਹੋਣਗੀਆਂ, ਉਹ ਵੀ ਫਰੰਟ ਪੇਜ ਕਵਰ ਕੀਤਾ ਹੋਏਗਾ। ਇਸ ਤੋਂ ਵੱਡੀ ਕਵਰੇਜ ਤੁਹਾਨੂੰ ਕਿੱਥੇ ਮਿਲਣੀ ਹੈ? ਇਹ ਬੇਵਕੂਫੀ ਵਾਲਾ ਫੈਸਲਾ ਲੈ ਰਹੇ ਨੇ। ਜੇ ਕਹਿ ਰਹੇ ਕਿ ਅਸੀਂ ਟੱਕਰਾਂਗੇ, ਉਹ ਭਾਈ ਉੱਥੋਂ ਫਿਰ ਉਹ ਜਿੱਦਾਂ ਟੱਕਰਦੇ ਉਦਾਂ ਟੱਕਰਨਗੇ, ਤੇ ਫਿਰ ਤੁਹਾਡਾ ਸੰਘਰਸ਼ ਜਿਹੜਾ ਇਹਦਾ ਐਂਡ ਆ, ਫਿਰ ਘਰ ਨੂੰ ਤੁਰ ਜਿਓ, ਆ ਕੇ ਭਾਈ ਬੈਠ ਜਿਓ। ਤੁਸੀਂ ਸੋਚਦੇ ਹੋ ਵੀ ਕੈਪਟਨ ਤੁਹਾਡੇ ਤੋਂ ਡਰਿਆ, ਕੈਪਟਨ ਨਹੀਂ ਸੀ ਡਰਿਆ। ਜੇਕਰ ਕੈਪਟਨ ਦੀ ਜਗ੍ਹਾ ਇੱਥੇ ਬੀਜੇਪੀ ਜਾਂ ਅਕਾਲੀ ਦਲ ਹੁੰਦਾ ਤੇ ਕੇਂਦਰ ਦੇ ਵਿੱਚ ਜਿਹੜੀ ਸੀ ਉਹ ਇਹ ਬਿੱਲ ਲਾਗੂ ਕਰਦੀ, ਤੇ ਉਹਨਾਂ ਨੇ ਵੀ ਇਸ ਸੰਘਰਸ਼ ਦੀ ਸਪੋਰਟ ਕਰਨੀ ਸੀ। ਕੈਪਟਨ ਨੂੰ ਇਹ ਕਰਦਾ ਸੀ, ਕੈਪਟਨ ਨੂੰ ਪਤਾ ਸੀ ਕਿ ਬੀਜੇਪੀ ਨੇ ਲਾਗੂ ਕੀਤੇ ਨੇ, ਬੀਜੇਪੀ ਨੂੰ ਘੇਰਨ ਦਾ ਸੌਖਾ ਤਰੀਕਾ ਕਿ ਮੈਂ ਇਹਨਾਂ ਦੇ ਵਿੰਗੇ ਟੇਢੇ ਤਰੀਕੇ ਨਾਲ ਇਹਨਾਂ ਦੀ ਸਪੋਰਟ ਕਰੀ ਜਾਵਾਂ ਤੇ ਉਹਦਾ ਮੈਨੂੰ ਬੈਨੀਫਿਟ ਮਿਲੇ, ਕਿਉਂਕਿ ਕੈਪਟਨ ਸਾਹਿਬ ਨੇ ਇੰਨੇ ਕੁ ਵਾਅਦੇ ਲੋਕਾਂ ਨਾਲ ਕੀਤੇ ਹੋਏ ਸੀ। ਕੋ ਵਾਅਦੇ ਪੂਰੇ ਕਰਨ ਦੇ ਲਈ ਇਹਨਾਂ ਹੀ ਕਿਸਾਨ ਜਥੇਬੰਦੀਆਂ ਨੇ ਕੈਪਟਨ ਸਰਕਾਰ ਨੂੰ ਘੇਰਨਾ ਸੀ ਤੇ ਕੈਪਟਨ ਦੇ ਨੱਕ 'ਚ ਦਮ ਕਰਨਾ ਸੀ, ਜਿਹੜਾ ਅੱਜ ਦਿੱਲੀ ਜਾ ਕੇ ਭਾਰਤ ਸਰਕਾਰ ਦੇ ਨੱਕ 'ਚ ਦਮ ਜਿਹੜਾ ਕਿਸਾਨਾਂ ਨੇ ਕੀਤਾ ਹੋਇਆ। ਤੇ ਕੈਪਟਨ ਸਾਹਿਬ ਨੂੰ ਸ਼ੂਟ ਕਰਕੇ ਸਭ ਕੁਝ, ਕਿਉਂਕਿ ਕਿਸਾਨ ਲੰਬੇ ਸਮੇਂ ਲਈ ਜਾ ਕੇ ਦਿੱਲੀ ਬੈਠ ਗਏ। ਹੁਣ ਜੇ ਇਸ ਬੇਵਕੂਫੀ ਦੇ ਵਿੱਚ ਕੋਈ ਹਵੀ ਨਬੀ ਹੋ ਗਈ, ਨੁਕਸਾਨ ਹੋ ਗਿਆ, ਉਹਦੀ ਭਰਪਾਈ ਕਿੱਦਾਂ ਹੋਏਗੀ? ਮੈਨੂੰ ਨਹੀਂ ਲੱਗਦਾ ਕਿ ਸਰਵਣ ਸਿੰਘ ਪੰਧੇਰ ਜਿਹੜਾ, ਕਿਉਂਕਿ ਸਤਨਾਮ ਸਿੰਘ ਪੰਨੂ ਭਾਵੇਂ ਪ੍ਰਧਾਨ ਨੇ, ਪਰ ਹੋਲੀ ਸੋਲੀ ਜੋ ਕਾਰਵਾਈ ਆ ਉਹ ਸਾਰੀ ਸਰਵਣ ਸਿੰਘ ਪੰਧੇਰ ਦੇ ਰਾਹੀਂ ਚੱਲਦੀ ਆ। ਤੇ ਸਰਵਣ ਸਿੰਘ ਪੰਧੇਰ ਜੇ ਸੁਣੇਗਾ ਤਾਂ ਐਂਡ ਤੇ ਜਾ ਕੇ ਕੱਲੇ ਜੋਗਿੰਦਰ ਸਿੰਘ ਉਗਰਾਹਾਂ ਦੀ ਸੁਣੇਗਾ, ਕਿਉਂਕਿ ਜਦੋਂ ਜੋਗਿੰਦਰ ਸਿੰਘ ਉਗਰਾਹਾਂ ਕਹਿੰਦੇ ਆ ਤੇ ਫਿਰ ਉਹ ਹੁੰਦਾ। ਅਦਰਵਾਈਜ਼ ਬਾਕੀ 30 ਜਥੇਬੰਦੀਆਂ ਦੀ, ਉਹ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ ਦੀ ਕੋਈ ਵੀ ਗੱਲ ਨਹੀਂ ਸੁਣਦਾ, ਕਿਉਂਕਿ ਦੋਨੋਂ ਜਥੇਬੰਦੀਆਂ, ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਜਿਹੜੀ ਇਹ ਸਰਵਣ ਸਿੰਘ ਪੰਧੇਰ ਵਾਲੀ, ਦੋਵਾਂ ਦੀ ਆਈਡੀਓਲੋਜੀ ਸੇਮ ਆ, ਤੇ ਇਸ ਕਰਕੇ ਉਹਨਾਂ ਨਾਲ ਇਹਨਾਂ ਦੀ ਰਾਏ ਰਲਦੀ ਆ, ਤੇ ਉਹਨਾਂ ਦੀ ਸੁਣ ਕੇ ਹੋ ਸਕਦਾ ਕਿ ਇਦਾਂ ਦਾ ਰਾਤ ਕੋਈ ਹੱਲ ਨਿਕਲ ਆਵੇ। ਪਰ ਗੱਲ ਤੇ ਹੈ, ਜੇ ਸਰਵਣ ਸਿੰਘ ਪੰਧੇਰ ਨੂੰ ਇਹ ਰਿੰਗ ਰੋਡ ਤੋਂ ਬਾਹਰ ਜਿਹੜਾ ਰੂਟ ਮਿਲਿਆ, ਜੇ ਇਹਨਾਂ ਨੂੰ ਉਹ ਮਨਜ਼ੂਰ ਨਹੀਂ, ਤਾਂ ਫਿਰ ਭਾਈ ਜੋਗਿੰਦਰ ਸਿੰਘ ਉਗਰਾਹਾਂ ਨੇ ਕਿੱਦਾਂ ਮਨਜ਼ੂਰ ਕਰ ਲਿਆ? ਉਹਨੂੰ ਵੀ ਤੇ 110 ਕਿਲੋਮੀਟਰ ਦਾ ਮਿਲਿਆ, ਉਹਨਾਂ ਵੀ ਤਾਂ ਮਨਜ਼ੂਰ ਕੀਤਾ। ਔਰ ਉਹਨਾਂ ਦੀ ਕਿਸਾਨ ਜਥੇਬੰਦੀ ਸਭ ਤੋਂ ਤਕੜੀ ਆ, ਮਾਲਵੇ ਦੇ ਵਿੱਚ ਉਹਨਾਂ ਦੀ ਪੈਰਲਲ ਸਰਕਾਰ ਜਿਹੜੀ ਉਹ ਚੱਲਦੀ ਆ। ਬਿਲਕੁਲ, ਉਹ ਤਾਂ ਉਹਨਾਂ ਦੀ ਜਥੇਬੰਦੀ ਦਾ ਕਿਸਾਨ ਦੀ ਮੌਤ ਹੁੰਦੀ ਆ ਤੇ ਮੁਆਵਜ਼ਾ ਡਬਲ ਲੈਂਦੇ ਨੇ, ਤੇ ਬਾਕੀ ਜਥੇਬੰਦੀਆਂ ਜਿਹੜਾ ਪੈਰਵਾਈ ਨਹੀਂ ਕਰ ਸਕਦੀਆਂ, ਨਾ ਰਾਜੇਵਾਲ ਨਾ ਦੂਸਰੇ,
ਉਹਨਾਂ ਦੇ ਪੀੜਤ ਕਿਸਾਨ, ਮ੍ਰਿਤਕ ਕਿਸਾਨਾਂ ਨੂੰ ਮੁਆਵਜ਼ਾ ਅੱਧਾ ਹੀ ਮਿਲਦਾ। ਇਹ ਤਾਂ ਤੁਸੀਂ ਵੇਖ ਹੀ ਲਿਆ, ਬਰਿਆਂ ਪਿੰਡ ਦੀ ਬੇਬੇ ਤੇਜ ਕੌਰ ਦਾ ਇਹਨਾਂ ਨੇ 10 ਲੱਖ ਲਿਆ, ਦੂਜਿਆਂ ਨੂੰ 2.5 ਮਸਾਂ ਮਿਲਿਆ। ਅਤੇ ਇਹਦੇ 'ਚ ਇੱਕ ਹੋਰ ਹੈ ਕਿ ਇਹਨਾਂ ਦੀ ਕਿਸਾਨਾਂ ਦੀ ਵੀ ਇਹ ਰਣਨੀਤੀ ਹੈ ਸ਼ਾਇਦ, ਜੋ ਕਿ ਵੇਖਦੇ ਨੇ ਵੀ ਕਿ ਕਿੱਥੇ ਖੜੀ ਹੈ ਸਰਕਾਰ। ਜੇ ਸਰਕਾਰ ਦਬਾਅ ਦੇ ਵਿੱਚ ਆ ਜਾਂਦੀ ਹੈ ਨਾ, ਜੇ ਇੱਕ ਨਾਕੇ 'ਤੇ ਇਸ ਤਰ੍ਹਾਂ ਤਣਾ ਤਣੀ ਹੋ ਜਾਂਦੀ ਹੈ, ਅਤੇ ਫਿਰ ਸਰਕਾਰ ਦੀ ਵੀ ਸਾਖ ਨੂੰ ਖੋਰਾ ਤਾਂ ਲੱਗੇਗਾ। ਇਸ ਕਰਕੇ ਸਰਕਾਰ ਵੀ ਰਿਸਕ ਲੈਣ ਦੇ ਮੂਡ 'ਚ ਨਹੀਂ ਹੈ। ਬਾਰਡਰ ਤੋੜਨਾ ਕਿਸਾਨਾਂ ਲਈ ਕੋਈ ਵੱਡੀ ਗੱਲ ਨਹੀਂ ਹੈ, ਬਾਰਡਰ ਤੋੜਿਆ ਵੀ ਜਾ ਸਕਦਾ। ਦਿੱਲੀ ਪੁਲਿਸ ਅੱਗੇ ਨਹੀਂ ਆਏਗੀ। ਜੇ ਇਹ ਬਾਰਡਰ ਤੋੜਦਿਆਂ ਪੈਦਲ ਮਾਰਚ ਵੀ ਵਿੱਢ ਦਿੰਦੇ ਨੇ ਤਾਂ ਵੀ ਇਹ ਇਹਨਾਂ ਦੀ ਜਥੇਬੰਦੀ ਦੀ ਜਿੱਤ ਹੀ ਹੋਵੇਗੀ ਕਿ 10, 20, 50 ਕਿਲੋਮੀਟਰ, 40 ਕਿਲੋਮੀਟਰ ਅਸੀਂ ਪੈਦਲ ਹੀ ਚੱਲਦੇ ਹਾਂ ਜਿੰਨਾ ਕੁ ਜਾਇਆ ਜਾਊਗਾ। ਸੋ ਇਸ ਕਰਕੇ ਫੋਰਸ ਨੂੰ ਇੰਨਾ ਰੋਕਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਫੋਰਸ ਇੱਕ ਤਾਂ ਇਹ ਜਿਹੜੇ 3 ਰੂਟ ਮੇਨ ਨੇ ਅਤੇ 9 ਸਬ ਰੂਟ ਨੇ, ਇਸ ਕਰਕੇ ਕੋਈ 5 ਕਹੀ ਜਾਂਦਾ, ਕੋਈ 7 ਕਹੀ ਜਾਂਦਾ, ਕਨਫਿਊਜ਼ਨ ਹੈ। ਅਤੇ ਉੱਥੇ ਜਿਹੜਾ 250-300 ਕਿਲੋਮੀਟਰ ਤੋਂ ਵੱਧ ਏਰੀਆ ਬਣਦਾ, ਪੁਲਿਸ ਉੱਥੇ ਵੀ ਤੈਨਾਤ ਹੈ। ਇਹ ਨਹੀਂ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿਸਾਨਾਂ 'ਤੇ, ਉਹਨਾਂ ਨੂੰ ਵਿਸ਼ਵਾਸ ਨਹੀਂ। ਉਹਨਾਂ ਨੂੰ ਲੱਗਦਾ ਕਿ ਕਿਸਾਨ ਮਿੱਥੇ ਹੋਏ ਰੂਟ ਤੋੜ ਕੇ ਦਿੱਲੀ 'ਚ ਵੀ ਵੜ ਸਕਦੇ ਨੇ। ਸੋ ਸਾਰੀ ਫੋਰਸ ਤਾਂ ਉਹਨਾਂ ਰੂਟਾਂ 'ਤੇ ਖਿੰਡ ਗਈ ਹੈ। ਹੁਣ ਰਿੰਗ ਰੋਡ ਦੀ ਹਿਫਾਜ਼ਤ ਵਾਸਤੇ ਪੁਲਿਸ ਅੱਧੀ ਤੋਂ ਵੀ ਘੱਟ ਰਹਿ ਗਈ ਹੈ। ਜਦੋਂ ਇਹਨਾਂ ਨੇ ਐਲਾਨ ਕਰ ਦਿੱਤਾ, ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਇਸ ਸਟੇਟਮੈਂਟ ਦੇ ਨਾਲ। ਇਹ ਵੀ ਹੋ ਸਕਦਾ ਕਿ ਸਵੇਰ ਤੱਕ ਇਹ ਉਗਰਾਹਾਂ ਸਾਹਿਬ ਦੀ ਜਾਂ ਦੂਜਿਆਂ ਦੀ ਗੱਲ ਮੰਨ ਲੈਣ, ਕਿਉਂਕਿ ਦੋਨੇ ਬੋਲਡ ਜਥੇਬੰਦੀਆਂ ਨੇ ਅਤੇ ਦੋਨਾਂ ਨਾਲ ਇਕੱਠ ਵੀ ਬਹੁਤ ਜ਼ਿਆਦਾ ਹੈ, ਭਾਵੇਂ ਪੰਧੇਰ ਸਾਹਿਬ ਹੋਰਾਂ ਦੀ ਹੈ, ਭਾਵੇਂ ਉਗਰਾਹਾਂ ਹੋਰਾਂ ਦੀ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਦੂਜਾ, ਤੁਹਾਡੇ ਤਾਂ ਇਹ ਤੁਸੀਂ ਇਹ ਚੀਜ਼ਾਂ ਸਾਰੀਆਂ ਆਪਣੇ ਹੱਡੀ ਹੰਡਾਈਆਂ ਨੇ। ਨਾਲ ਦੇ ਹੀ ਮੁੰਡੇ ਸੀ ਜਿਹੜੇ ਕੋਈ ਕਿਤੇ ਗਿਆ, ਕੋਈ ਕਿਤੇ ਗਿਆ। ਬਲਵੰਤ ਸਿੰਘ ਰਾਜੋਆਣਾ ਜੇਲ੍ਹ 'ਚ ਬੰਦ ਹੈ। ਇਸ ਦੀ ਸਜ਼ਾ ਸੀ ਜਿਹੜੀ ਮੌਤ ਦੀ ਸਜ਼ਾ ਬਦਲਣ ਵਾਲੀ ਜਿਹੜੀ ਪਟੀਸ਼ਨ ਸੀ, ਉਸ 'ਤੇ ਬੋਬੜੇ ਸਾਹਿਬ ਨੇ ਉਦੋਂ ਸਮਾਂ ਦਿੱਤਾ ਸੀ ਕਿ 26 ਜਨਵਰੀ ਸ਼ੁਭ ਦਿਨ ਹੈ। 2 ਵਾਰੀ ਇਹ ਗੱਲ ਕੋਟ ਕੀਤੀ ਸੀ ਕਿ ਭਾਰਤ ਸਰਕਾਰ ਰਾਜੋਆਣਾ ਦੇ ਮਾਮਲੇ 'ਚ ਆਪਣਾ ਫੈਸਲਾ ਸਪਸ਼ਟ ਕਰੇ ਕਿ ਉਸ ਨੂੰ ਫਾਂਸੀ ਦੇਣਾ ਚਾਹੁੰਦੇ ਨੇ ਜਾਂ ਮਾफ़ੀ ਦੇਣਾ ਚਾਹੁੰਦੇ ਨੇ, ਕਿਉਂਕਿ ਰਾਜੋਆਣਾ ਵੀ ਪੋਲੀਟੀਕਲ ਤੌਰ 'ਤੇ ਕਈ ਰੰਗ ਬਦਲਿਆ, ਇਹਦੇ 'ਚ ਕੋਈ ਦੋਰਾਵਾਂ ਨਹੀਂ ਹੈ। ਪੰਜਾਬ ਦੇ ਵਿੱਚ ਉਹਦੀ ਭੈਣ ਜਿਹੜੀ ਹੈ, ਮੂੰਹ ਬੋਲੀ ਭੈਣ, ਇਲੈਕਸ਼ਨ ਵੀ ਲੜੀ ਹੈ। ਅਤੇ ਭਾਰਤੀ ਜਨਤਾ ਪਾਰਟੀ ਜਾਂ ਹੋਰ ਜਿਹੜੇ ਸਾਰੇ ਸਾਰੋਕਾਰ ਨੇ, ਸਿਆਸੀ ਤੌਰ 'ਤੇ ਕਈ ਗੱਲਾਂ ਉੱਠ ਵੀ ਰਹੀਆਂ ਨੇ। ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ 'ਚ ਫਿਰ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਤੋਂ। ਕੇਂਦਰ ਸਰਕਾਰ ਨੇ, ਮੋਦੀ ਸਰਕਾਰ ਨੇ 3 ਹਫ਼ਤੇ ਦਾ ਸਮਾਂ ਲਿਆ, ਪਰ ਚੀਫ ਜਸਟਿਸ ਨੇ 2 ਹਫ਼ਤੇ ਦਾ ਸਮਾਂ ਦਿੱਤਾ, ਹੈ ਨਾ। ਅਤੇ ਇਹ ਵੀ ਆਖਿਆ ਸੀ ਕਿ ਜਦੋਂ ਅਸੀਂ 26 ਜਨਵਰੀ ਕਿਹਾ ਸੀ ਕਿ ਸ਼ੁਭ ਦਿਨ ਆ, ਕੋਈ ਅਨਾਊਂਸ ਕਰ ਦਿਓ, ਕਿਉਂਕਿ ਇਹ 26 ਜਨਵਰੀ ਗਣਤੰਤਰ ਦਿਵਸ 'ਤੇ ਬਹੁਤ ਸਾਰੇ ਕੈਦੀਆਂ ਦੀ ਉਚੇਚੀ ਰਿਹਾਈ ਵੀ ਹੁੰਦੀ ਹੈ। ਪਰ ਇਸ ਦੌਰਾਨ 25 ਸਾਲ ਤੋਂ ਬੰਦ ਬੇਅੰਤ ਸਿੰਘ ਮਰਡਰ ਕੇਸ ਸੰਬੰਧਿਤ ਦੇ ਵਿੱਚ ਇਹ ਰਾਜੋਆਣਾ ਦਾ ਮਾਮਲਾ ਬੀਜੇਪੀ ਸਰਕਾਰ ਵੱਲੋਂ ਡਿਲੇ ਕਰਨਾ, ਕੀ ਇਹ ਕੈਸ਼ ਨਹੀਂ ਸੀ ਕਰ ਰਹੇ ਹੁਣ, ਜਾਂ ਕਾਰਨ ਕੀ ਹੈ ਰਾਜੋਆਣਾ ਕੇਸ 'ਤੇ ਮੋਦੀ ਸਰਕਾਰ ਦਾ? ਜੀ ਟਵਾਣਾ ਸਾਹਿਬ, ਗੱਲ ਤੇ ਆ ਕਿ ਦੇਖੋ, ਜੇਕਰ ਗੱਲ ਤਾਂ ਰਾਸ਼ਟਰਪਤੀ ਦੀ ਆ, ਰਾਸ਼ਟਰਪਤੀ ਤਾਂ ਰਬੜ ਸਟੈਂਪ ਆ। ਰਾਸ਼ਟਰਪਤੀ ਨੇ ਉਹੀ ਕਰਨਾ ਜੋ ਹੋਮ ਡਿਪਾਰਟਮੈਂਟ ਉਹਨਾਂ ਨੂੰ ਰეკਮੈਂਡ ਕਰੇਗਾ। ਕੇਸ ਬੇਸਿਕਲੀ ਹੋਮ ਡਿਪਾਰਟਮੈਂਟ ਕੋਲ ਆ। ਹੋਮ ਡਿਪਾਰਟਮੈਂਟ ਨੇ ਸਿਫਾਰਿਸ਼ ਕਰਨੀ ਹੈ ਕਿ ਕੀ ਉਹਨਾਂ ਨੂੰ ਜਿਹੜਾ ਫਾਂਸੀ ਦੀ ਸਜ਼ਾ ਹੋਈ ਆ ਉਹਨੂੰ ਉਮਰ ਕੈਦ ਦੇ ਵਿੱਚ ਕਮਿਊਟ ਕਰਨਾ ਜਾਂ ਨਹੀਂ ਕਰਨਾ, ਇਹ ਉਹਨਾਂ ਤੇ ਆ। ਜੋ ਫੈਸਲਾ ਕਰਨਗੇ ਰਾਸ਼ਟਰਪਤੀ ਐਜ਼ ਇਟ ਇਜ਼ ਉਹਨੂੰ ਜਿਹੜਾ ਅਸੈਪਟ ਕਰ ਲਵੇਗਾ ਤੇ ਉਹੀ ਆਰਡਰ ਜਿਹੜੇ ਆ ਉਹ ਫਾਈਨਲ ਮੰਨੇ ਜਾਣਗੇ। ਹੁਣ ਵਾਰ-ਵਾਰ ਸੁਪਰੀਮ ਕੋਰਟ ਕਹਿ ਰਹੀ ਆ, ਲੇਕਿਨ ਅਜੇ ਤੱਕ ਉੱਤੇ ਫੈਸਲਾ ਨਹੀਂ ਹੋਇਆ, ਕਿਉਂਕਿ ਜਦੋਂ 550 ਸਾਲਾਂ ਸੀ ਉਸ ਵੇਲੇ, ਅੱਜ ਤੋਂ 1 ਸਾਲ ਪਹਿਲਾਂ, 1 ਸਾਲ ਕੀ 1.25 ਸਾਲ ਹੀ ਹੋ ਚੱਲਿਆ ਤਕਰੀਬਨ, ਕਿ ਉਸ ਵੇਲੇ ਭਾਰਤ ਸਰਕਾਰ ਨੇ ਕਿਹਾ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਅਸੀਂ ਰਿਹਾ ਕਰ ਰਹੇ ਹਾਂ ਤੇ ਜਿਹੜਾ ਬਲਵੰਤ ਸਿੰਘ ਰਾਜੋਆਣਾ ਇਹਦੀ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਉਮਰ ਕੈਦ ਦੇ ਵਿੱਚ ਜਿਹੜੀ ਆ ਉਹ ਕਮਿਊਟ ਕਰ ਰਹੇ ਆ। ਉਸ ਵੇਲੇ ਇਹ ਸੀਗਾ, ਇਹਨਾਂ ਨੇ ਪੰਜਾਬ ਸਰਕਾਰ ਨੂੰ ਲਿਖਤੀ ਵੀ ਦਿੱਤਾ ਸੀ ਉਸ ਵੇਲੇ, ਲੇਕਿਨ ਕੀਤੀ ਨਹੀਂ। ਕੀ ਕਾਰਨ ਸੀ? ਉਹ ਰੁਕ ਗਈ। ਹੁਣ ਜੇਕਰ ਇਹ ਸਜ਼ਾ ਜਿਹੜੀ ਆ ਉਮਰ ਕੈਦ ਦੇ ਵਿੱਚ ਕਮਿਊਟ ਕਰ ਦਿੰਦੇ ਨੇ ਤਾਂ ਫੇਰ ਤਾਂ ਠੀਕ ਆ, ਜੇ ਨਹੀਂ ਕਰਦੇ ਤਾਂ ਫੇਰ ਜੇ ਚੁੱਪ ਵੀ ਰਹਿੰਦੇ ਨੇ, ਇਹ ਉਦੋਂ ਤੱਕ ਫੈਸਲਾ ਨਹੀਂ ਸੁਣਾਉਂਦੇ, ਤਾਂ ਜਿਹੜਾ 9 ਤਰੀਕ ਦਿੱਤੀ ਗਈ, 2 ਹਫ਼ਤੇ ਦਾ ਸਮਾਂ ਦਿੱਤਾ ਗਿਆ, 9 ਫਰਵਰੀ ਬਣਦੀ ਆ ਉਦੋਂ, ਤੇ 9 ਫਰਵਰੀ ਨੂੰ ਫਿਰ ਅਲਟੀਮੇਟਲੀ ਸੁਪਰੀਮ ਕੋਰਟ ਨੂੰ ਜਿਹੜੀ ਉਹਨਾਂ ਦੀ ਫਾਂਸੀ ਦੀ ਆਰਡਰ ਨੇ ਉਹੀ ਜਿਹੜੇ ਉਹ ਐਜ਼ ਇਟ ਇਜ਼ ਜਿਹੜੇ ਆ ਉਹ ਸੈਸ਼ਨ ਕੋਰਟ ਜਿਹੜੀ ਆ ਉਹਨੂੰ ਆਪਣੇ ਨੂੰ ਚੰਡੀਗੜ੍ਹ ਜਿਹੜੀ ਆ ਉਹਨੂੰ ਭੇਜਣੇ ਪੈਣਗੇ, ਤੇ ਜਿਹੜਾ ਉੱਥੇ ਡਿਊਟੀ ਮੈਜਿਸਟ੍ਰੇਟ ਆ ਉਹਨੂੰ ਉਹਦੇ ਜਿਹੜੇ ਆ ਡੈਥ ਵਾਰੰਟ ਜਿਹੜੇ ਆ ਉਹਨਾਂ ਦੇ ਉੱਤੇ ਜਿਹੜੇ ਆ ਉਹ ਸਿਗਨੇਚਰ ਕਰਨੇ ਪੈਣਗੇ, ਤੇ ਉਹਦੀ ਡੇਟ ਜਿਹੜੀ ਆ ਸੁਪਰਡੈਂਟ ਦੇ ਨਾਲ ਮਿਲ ਕੇ ਨੀਅਤ ਜਿਹੜੀ ਉਹ ਕਰਨੀ ਪੈਗੀ। ਪਰ ਟਵਾਣਾ ਸਾਹਿਬ, ਇਹਦੇ ਚ 2-3 ਜਿਹੜੇ ਆ ਉਹ ਟੈਕਨੀਕਲ ਪੁਆਇੰਟ ਆ ਜਿਨ੍ਹਾਂ ਦੇ ਉੱਤੇ ਆ ਕੇ ਕੇਸ ਫਸਦਾ। ਪਹਿਲੀ ਗੱਲ ਤੇ ਆ
ਜਿੱਥੋਂ ਤੱਕ ਬਲਵੰਤ ਸਿੰਘ ਰਾਜੋਆਣਾ ਦਾ ਸਵਾਲ ਆ, ਇਹਨਾਂ ਨੇ ਇਸ ਕੇਸ 'ਚ ਕਨਫੈਸ਼ਨ ਕੀਤੀ ਹੋਈ ਆ ਕਿ ਮੈਂ ਉਹਨੂੰ ਮਾਰਿਆ, ਮੈਂ ਇਸ ਕੇਸ ਦੇ ਵਿੱਚ ਸ਼ਾਮਲ ਸੀ। ਉਹਦੇ ਵਿੱਚ ਸਜ਼ਾ ਹੋ ਗਈ। ਉਹਦੇ ਬਾਅਦ ਇਹਨਾਂ ਨੂੰ ਕਿਹਾ ਕਿ ਤੁਸੀਂ ਹਾਈ ਕੋਰਟ ਅਪੀਲ ਪਾ ਦਿਓ, ਇਹਨਾਂ ਨਹੀਂ ਪਾਈ। ਫਿਰ ਸੁਪਰੀਮ ਕੋਰਟ ਦੇ ਲਈ ਬਕਾਇਦਾ ਰਿਕੁਐਸਟ ਆਈ ਕਿ ਤੁਸੀਂ ਸੁਪਰੀਮ ਕੋਰਟ ਅਪੀਲ ਪਾਓ। ਉਹ ਕਹਿੰਦੇ ਮੈਂ ਪਾਉਣੀ ਨਹੀਂ, ਇਹ ਪਹਿਲਾ ਕੇਸ ਆ। ਜੇ ਇਹਨਾਂ ਦੀ ਉਮਰ ਕੈਦ ਦੇ ਵਿੱਚ ਇਹ ਸਜ਼ਾ ਜਿਹੜੀ ਹੈ ਕਮਿਊਟ ਹੁੰਦੀ ਆ ਤਾਂ ਇਹ ਸਮਝੋ ਕਿ ਇਹ ਪਹਿਲਾ ਕੇਸ ਹੋਊਗਾ ਭਾਰਤ 'ਚ ਕਿ ਕਨਫੈਸ਼ਨ ਕੀਤੀ ਹੋਈ ਜਿਹੜੀ ਆ ਉਸ ਕੇਸ ਦੇ ਵਿੱਚ ਉਹਦੀ ਸਜ਼ਾ ਜਿਹੜੀ ਉਹ ਘੱਟ ਕੀਤੀ ਗਈ ਆ, ਪਹਿਲਾ ਕੇਸ। ਦੂਸਰੀ ਗੱਲ ਜਿਹੜਾ ਇਹਦੇ ਵਿੱਚ ਅਗਲਾ ਟੈਕਨੀਕਲ ਪੁਆਇੰਟ ਉਹ ਇਹ ਆ ਕਿ ਇੱਕ ਕੇਸ ਦੇ ਵਿੱਚ ਜਿਹੜੇ ਦੋ ਬੰਦੇ ਇਕੱਠੇ ਹੋਣ ਤੇ ਉਹ ਜੇ ਸਜ਼ਾ ਜਾਫਤਾ ਹੋਣ ਤੇ ਉਹਨਾਂ ਨੂੰ ਜੇ ਫਾਂਸੀ ਦੇਣੀ ਹੋਵੇ ਤੇ ਦੋਨਾਂ ਨੂੰ ਇਕੱਠਿਆਂ ਨੂੰ ਦੇਣੀ ਪੈਂਦੀ ਆ, ਇਕੱਲੇ ਨੂੰ ਨਹੀਂ ਦਿੱਤੀ ਜਾ ਸਕਦੀ। ਉਹ ਇਹਦੇ 'ਚ ਦੂਸਰਾ ਕੇਸ ਜਿਹੜਾ ਜੁੜਦਾ ਜਗਤਾਰ ਸਿੰਘ ਹਵਾਰਾ ਦਾ। ਜਗਤਾਰ ਸਿੰਘ ਹਵਾਰਾ ਜਿਹੜੇ ਨੇ ਉਹਨਾਂ ਨੂੰ ਸੈਸ਼ਨ ਕੋਰਟ ਵੱਲੋਂ ਜਿਹੜੀ ਸੀ, ਉਦੋਂ ਸਪੈਸ਼ਲ ਕੋਰਟ ਸੀ ਬੜੈਲ ਜੇਲ੍ਹ 'ਚ ਲੱਗਦੀ, ਉਹਨਾਂ ਵੱਲੋਂ ਫਾਂਸੀ ਦੀ ਸਜ਼ਾ ਦਿੱਤੀ ਗਈ। ਹਾਈ ਕੋਰਟ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਸੀ ਉਮਰ ਕੈਦ ਦੇ ਵਿੱਚ ਜਿਹੜੀ ਸੀਗੀ ਉਹ ਬਦਲ ਦਿੱਤੀ। ਉਹਦੇ ਬਾਅਦ CBI, ਕਿਉਂਕਿ ਕੇਸ CBI ਦਾ ਸੀ, CBI ਨੇ ਇਸ ਕੇਸ ਨੂੰ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਹੋਇਆ। ਜਿੰਨੀ ਦੇਰ ਤੱਕ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਆਉਂਦਾ ਓਨੀ ਦੇਰ ਤੱਕ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ। ਹੁਣ ਇਹ ਟੈਕਨੀਕਲ ਪੁਆਇੰਟ ਜਿਹੜੇ ਉਹ ਫਸ ਰਹੇ ਨੇ। ਰਹੀ ਗੱਲ ਕਿ ਭਾਰਤ ਸਰਕਾਰ ਜਿਹੜੀ ਆ ਉਹ ਇਹਨੂੰ ਕੈਸ਼ ਕਰ ਰਹੀ ਆ ਕਿ ਨਹੀਂ ਕਰ ਰਹੀ ਆ, ਅਜੇ ਤੱਕ ਕੁਝ ਕਲੀਅਰ ਨਾ ਕਿਤੇ ਏਦਾਂ ਦੀ ਇਨਫੋਰਮੇਸ਼ਨ ਨਿਕਲ ਕੇ ਆਈ ਆ। ਹੋ ਸਕਦਾ ਉਹਨਾਂ ਦਾ ਇਹ ਹੋਵੇ ਕਿ ਇਹਦੀ ਉਮਰ ਕੈਦ ਜਿਹੜੀ ਆ, ਉਮਰ ਕੈਦ ਦੇ ਵਿੱਚ ਇਸ ਦੀ ਸਜ਼ਾ ਜਿਹੜੀ ਇਹਨੂੰ ਬਦਲ ਦਿੱਤਾ ਜਾਵੇ ਤੇ ਸਾਨੂੰ ਜਿਹੜੀ ਆ ਸਿੱਖਾਂ ਦੀ ਸਹਿਮਤੀ ਮਿਲ ਜਾਵੇ। ਪਰ ਜਿਸ ਤਰ੍ਹਾਂ ਹਜੂਮ ਪੂਰੇ ਦਾ ਪੂਰਾ ਪੰਜਾਬ ਤੋਂ ਉੱਠ ਕੇ ਦਿੱਲੀ ਵੱਲ ਨੂੰ ਜਿਹੜਾ ਵਹੀਰਾ ਕੱਤ ਚੁੱਕਿਆ, ਸ਼ਾਇਦ ਉਹਨਾਂ ਨੂੰ ਇਹਦੇ ਚੋਂ ਘੱਟ ਲੱਗਦੀ। ਇਹ ਵੀ ਹੋ ਸਕਦਾ ਕਿ ਉਹ ਇਹਦੇ ਤੇ ਕੋਈ ਫੈਸਲਾ ਨਾ ਲੈਣ। ਸੁਪਰੀਮ ਕੋਰਟ ਜਿਹੜੀ ਆ ਉਹ ਇਹਦੇ ਤੇ ਫੈਸਲਾ ਲੈ ਲਵੇ ਕਿ ਭਾਈ ਜੇ ਭਾਰਤ ਸਰਕਾਰ ਫੈਸਲਾ ਨਹੀਂ ਲੈਂਦੀ ਤੇ ਇਹਦੀ ਸਜ਼ਾ ਜਿਹੜੀ ਪਹਿਲੀ ਬਹਾਲ ਜਿਹੜੀ ਆ ਉਹ ਇਸੇ ਤਰ੍ਹਾਂ ਬਹਾਲ ਰਹੇਗੀ। ਤਾਂ ਫਿਰ ਜਦੋਂ ਇੱਕਦਮ ਪੰਜਾਬ 'ਚ ਭਾਂਬੜ ਮਚੇਗਾ ਤੇ ਜਿਹੜੀ ਦਿੱਲੀ ਦੇ ਵਿੱਚ ਬਹੁਤਾਤ ਨੌਜਵਾਨ ਬੈਠਾ ਉਹ ਪੰਜਾਬ ਵੱਲ ਨੂੰ ਹੀਰਾ ਘੱਤ ਲਏਗਾ। ਇਹ ਵੀ ਉਹਨਾਂ ਦੀ ਇੱਕ ਗੇਮ ਹੋ ਸਕਦੀ ਆ ਕਿ ਕੋਈ ਏਦਾਂ ਦੀ ਗੇਮ ਚਲਾ ਦਿਓ ਤਾਂ ਕਿ ਇੱਥੋਂ ਸੰਘਰਸ਼ ਜਿਹੜਾ ਉਹਦੇ 'ਚੋਂ ਬਹੁਤਾਤ ਨੌਜਵਾਨ ਜਿਹੜੇ ਆ ਉਹ ਪੰਜਾਬ ਵੱਲ ਨੂੰ ਕੂਚ ਕਰ ਜਾਣ। ਬਿਲਕੁਲ, ਇੱਥੋਂ ਇਕੱਠ ਘਟਾਉਣਾ ਚਾਹੁੰਦੇ ਆ। ਕਪਤਾਨ ਸਾਹਿਬ ਸਕੂਲ ਖੋਲ੍ਹੀ ਜਾਂਦੇ ਆ, ਕਾਲਜ ਖੋਲ੍ਹੀ ਜਾਂਦੇ ਆ। ਤੇ ਇਹਦੇ 'ਚ ਇਹ ਆ ਕਿਉਂਕਿ ਪਹਿਲਾਂ ਵੀ ਜਦੋਂ ਰਾਜੋਆਣਾ ਨੂੰ ਫਾਂਸੀ ਲਾਉਣ ਹੋਈ ਸੀ, ਕਿਵੇਂ ਪਟਿਆਲਾ ਘੇਰ ਲਿਆ ਸੀ ਸਾਰੇ ਪੰਜਾਬ ਨੇ ਆ ਕੇ, ਕੇਸਰੀ ਝੰਡੀਆਂ ਨਾਲ ਪੂਰਾ ਪੰਜਾਬ ਰੰਗਿਆ ਗਿਆ ਸੀ ਤੇ ਜਸਪਾਲ ਸਿੰਘ ਨੂੰ ਜਾਨ ਦੇਣੀ ਪਈ ਸੀ। ਉਸ ਨੌਜਵਾਨ ਨੂੰ ਜਿਸ ਤਰ੍ਹਾਂ ਉਹ ਅੱਗੇ ਅਗਰੈਸਿਵ ਹੋ ਕੇ ਆਇਆ ਸੀ, ਪੁਲਿਸ ਨੇ ਗੋਲੀ ਮਾਰ ਕੇ ਉਸ ਨੂੰ ਮਾਰਿਆ ਸੀ, ਕਤਲ ਕੀਤਾ ਸੀ। ਤੇ ਇੱਦਾਂ ਦੇ ਕਿੰਨੇ ਪੁੱਤ ਮਰਦੇ ਨੇ। ਰਾਜੋਆਣਾ ਨੂੰ ਭਾਵੇਂ ਕੁਛ ਨਹੀਂ ਸੀ ਹੋਇਆ। ਲਖਵਿੰਦਰ ਸਿੰਘ ਜੌਹਲ ਜਿਹੜੇ ਨੇ ਜਾਖਲ ਜਿਹੜੇ ਰਿਜ਼ਾਈਨ ਕਰ ਗਏ ਨੇ, ਉਦੋਂ ਜੇਲਰ ਸੀ ਜੇਲ੍ਹ ਦੇ, ਉਹ ਪਟਿਆਲਾ ਜੇਲ੍ਹ ਦੇ ਜਾਖੜ ਸਾਹਿਬ ਲਖਵਿੰਦਰ ਸਿੰਘ ਜਿਹੜੇ ਪਿੱਛੇ ਜਿਹੇ ਰਿਜ਼ਾਈਨ ਕਰ ਗਏ ਨੇ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ। ਸੋ ਸਰਕਾਰਾਂ ਕੈਸ਼ ਕਰਦੀਆਂ ਨੇ ਕਿਉਂਕਿ ਅੱਜ ਦੀ ਤਾਰੀਖ ਦੇ ਵਿੱਚ ਮੋਦੀ ਸਰਕਾਰ ਜੇ ਇਹਨਾਂ ਦੀ ਸਜ਼ਾ ਮਾਫੀ ਕਰਦੀ ਹੈ, ਉਲਟਾ ਅਸਰ ਪਏਗਾ ਪੰਜਾਬ ਦੇ ਵਿੱਚ। ਇਹਨਾਂ ਨੂੰ ਸਿੱਖ ਸਹਿਮਤੀ ਨਹੀਂ ਮਿਲਣੀ, ਉਲਟਾ ਜਿਹੜੀ ਐਂਟੀ ਖਾਲਿਸਤਾਨ ਲੌਬੀ ਹੈ ਉਹ ਵੀ ਮੋਦੀ ਸਰਕਾਰ ਤੋਂ ਨਾਰਾਜ਼ ਹੋਣੀ ਹੈ ਰਾਜੋਆਣਾ ਦੀ ਸਜ਼ਾ ਮਾਫੀ ਤੇ। ਇਸ ਕਰਕੇ ਰਾਜੋਆਣਾ ਦੀ ਸਜ਼ਾ ਮਾਫੀ ਵੀ ਸਿਆਸੀ ਦਾਅ ਪੇਚ ਉਲਝ ਗਈ ਹੈ। ਭਾਵੇਂ ਕਿ ਸੁਪਰੀਮ ਕੋਰਟ ਨੇ 2 ਹਫ਼ਤੇ ਦਾ ਸਮਾਂ ਦਿੱਤਾ, ਪਰ ਮੈਨੂੰ ਲੱਗਦਾ ਜਿੰਨਾ ਚਿਰ ਇਹ ਅੰਦੋਲਨ ਤਣ ਪਤਣ ਨਹੀਂ ਲੱਗਦਾ ਓਨੀ ਦੇਰ ਰਾਜੋਆਣਾ ਦਾ ਮਾਮਲਾ ਵੀ ਲਟਕਦਾ ਰਹੇਗਾ, ਠੰਡੇ ਵਸਤੇ ਰਹੇਗਾ। ਤੇ ਬਹੁਤ ਬਹੁਤ ਧੰਨਵਾਦ ਸਾਹਿਬ ਸੁਰਿੰਦਰ ਸਿੰਘ ਜੀ, ਤੁਸੀਂ ਬੇਸ਼ਕੀਮਤੀ ਜਾਣਕਾਰੀਆਂ ਸਾਂਝੀਆਂ ਕੀਤੀਆਂ। ਕੋਈ ਹੋਰ ਅਪਡੇਟ ਜਾਂਦੇ ਜਾਂਦੇ ਤਾਂ ਦੇ ਜੋ ਜੀ। ਬਸ ਮਿਹਰਬਾਨੀ ਟਵਾਣਾ ਸਾਹਿਬ, ਮਿਹਰਬਾਨੀ ਜੀ। ਥੈਂਕ ਯੂ ਸੁਰਿੰਦਰ ਸਿੰਘ ਜੀ। ਸੋ ਰਾਜਨੀਤਿਕ ਮਾਮਲਿਆਂ ਦੇ ਮਾਹਰ ਐਡਵੋਕੇਟ ਸੁਰਿੰਦਰ ਸਿੰਘ, ਜਿਨ੍ਹਾਂ ਨੇ ਸਿੱਖ ਸੰਘਰਸ਼ ਨੂੰ ਬਹੁਤ ਨੇੜਿਓਂ ਵੇਖਿਆ, ਪੜ੍ਹਿਆ, ਹੰਢਾਇਆ, ਆਪਣੇ ਨਾਲ ਜੁੜੇ ਸਨ। ਸੋ ਬਿਲਕੁਲ ਗਾਹੇ ਬਗਾਹੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਭਾਵੇਂ ਰਾਜੋਆਣਾ ਦਾ ਮਾਮਲਾ ਹੋਵੇ ਜਾਂ ਕੁਝ ਨੌਜਵਾਨ ਜਿਸ ਤਰ੍ਹਾਂ ਅਗਰੈਸਿਵ ਹੋਏ ਨੇ। ਤੇ ਅੱਜ ਜਿਸ ਤਰ੍ਹਾਂ ਸਟੇਜ ਤੋਂ ਬੱਬੂ ਮਾਨ ਵੀ ਬੋਲਿਆ ਤੇ ਉਹਦੇ 'ਚ ਕਿਤੇ ਨਾ ਕਿਤੇ ਜਿਹੜੀ ਜਵਾਨੀ ਹੈ, ਜਿਸ ਤਰ੍ਹਾਂ ਇਸ ਯੂਨੀਅਨਾਂ ਦੀ ਕਿਸਾਨ ਮੋਰਚੇ ਦੀ ਸਟੇਜ ਤੋਂ ਬੱਬੂ ਮਾਨ ਬੋਲਿਆ, ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਜਵਾਨੀ ਨੂੰ ਨਾਲ ਜੋੜਦੀਆਂ ਨੇ। ਇਹਦੇ 'ਚ ਕੋਈ ਦੁਰਾਵਾਂ ਨਹੀਂ ਹੈ। ਤੇ ਇਸ ਦੇ ਨਾਲ ਨਾਲ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਲਾਈਨਾਂ ਇਸ ਵਕਤ ਖੁੱਲ੍ਹੀਆਂ ਨੇ। ਕੁਛ ਹੋਰ ਸਿਆਸਤ ਵਿਰਾਸਤ ਦੀਆਂ ਗੱਲਾਂ ਵੀ ਸਾਂਝੀਆਂ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਕਾਲ ਕਰਨ ਵਾਸਤੇ ਸਾਡਾ ਇੰਡੀਆ ਸਟੂਡੀਓ ਦਾ ਨੰਬਰ ਹੈ 9876309655। ਉਸ 'ਤੇ ਵੀ ਆਪ ਜੀ ਕਾਲ ਕਰ ਸਕਦੇ ਹੋ। ਐਂਡ 1-2 ਬੋਲ ਤੁਹਾਨੂੰ ਸੁਣਾਉਂਦੇ ਹਾਂ ਅਤੇ ਉਸ ਤੋਂ ਬਾਅਦ ਆਪ ਦਾ ਸਵਾਗਤ ਰਹੇਗਾ। ਇਸ ਵਕਫੇ ਤੋਂ ਬਾਅਦ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਜੇ ਤੁਸੀਂ ਅਮਰੀਕਾ ਦੇ ਵਿੱਚ ਸੁਣਨਾ
ਤਾਂ ਕਾਲ ਟੂ ਲਿਸਨ ਨੰਬਰ ਹੈ 667-930-9260 'ਤੇ ਵੀ ਕਾਲ ਆਪ ਜੀ ਕਰ ਸਕਦੇ ਹੋ, ਯਾਨੀ ਕਿ 667-930-9260 'ਤੇ ਕਾਲ ਕਰਕੇ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਜਾਂ ਸਾਡੀਆਂ ਜਿਹੜੀ ਵੈਬਸਾਈਟ ਹੈ tivanaradio.com ਉਸ 'ਤੇ ਵੀ ਆਪ ਇਸ ਪ੍ਰੋਗਰਾਮ ਦਾ ਲੁਤਫ ਲੈ ਸਕਦੇ ਹੋ। ਕੋਈ ਸਾਂਝ ਸੁਨੇਹਾ ਹੋਵੇ ਤਾਂ ਵੀ ਸੰਪਰਕ ਤੋਂ ਈਮੇਲ, ਫੋਨ ਨੰਬਰ ਲੈ ਸਕਦੇ ਹੋ। ਐਪਸ ਨੇ ਜਿਹੜੀਆਂ ਉਹ ਵੀ ਤੁਹਾਨੂੰ ਟਿਵਾਣਾ ਰੇਡੀਓ ਦੇ ਪੇਜ ਤੋਂ ਮਿਲ ਜਾਣਗੀਆਂ, ਵੈਬਸਾਈਟ ਤੋਂ। ਸਾਡੇ ਰਿਪੀਟ ਪ੍ਰੋਗਰਾਮ ਤੁਸੀਂ ਜੇ ਸੁਣਨੇ ਹੋਣ ਤਾਂ ਫਿਰ YouTube 'ਤੇ ਟਿਵਾਣਾ ਰੇਡੀਓ ਦਾ YouTube ਪੇਜ ਹੈ, ਉਸ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ। ਅਤੇ ਕੁਝ ਬੋਲ ਸੁਣਾਉਂਦੇ ਤੁਹਾਨੂੰ, ਅਤੇ ਕੁਝ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਕਿ ਪ੍ਰੈਗਨੈਂਸੀ ਵੀ ਇੱਕ ਕਾਰਨ ਬਣ ਗਈ ਹੈ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪ੍ਰੈਗਨੈਂਸੀ ਨੂੰ ਵੀ ਕੈਸ਼ ਕਰਦੇ ਨੇ, ਉਹਦਾ ਵੀ ਮੁੱਲ ਵੱਟਦੇ ਨੇ। ਖਬਰ ਬੜੀ ਭਾਵੇਂ ਅਜੀਬ ਹੈ, ਜਦੋਂ ਪੈਰਾਂ ਭਾਰ ਹੋਈ ਹੁੰਦੀ ਹੈ ਕੋਈ ਸੁਆਣੀ, ਅਤੇ ਉਦੋਂ ਵੀ ਵੱਡੇ ਲੋਕਾਂ ਦੇ ਖਜ਼ਾਨੇ ਭਾਰੂ ਹੋ ਜਾਂਦੇ ਨੇ। ਪੈਰ ਤਾਂ ਭਾਰੀ ਹੁੰਦੇ ਨੇ, ਨਾਲੇ ਪੈਸਿਆਂ ਵਾਲੀ ਬੋਝੀ ਵੀ ਭਾਰੂ ਹੋ ਜਾਂਦੀ ਹੈ, ਯਾਨੀ ਕਿ ਪੈਰ ਭਾਰੀ ਹੋਣ ਦਾ ਵੀ ਹੈ ਜਿਹੜਾ ਮੁੱਲ ਵੱਟਦੇ ਨੇ। ਇਸ ਵਕਤ ਬਲਵੰਤ ਸਿੰਘ ਢਿੱਲੋਂ ਬਾਈ ਜੀ ਆਪਣੇ ਨਾਲ ਜੁੜੇ ਨੇ ਰਾਏਕੋਟ ਤੋਂ। ਢਿੱਲੋਂ ਸਾਹਿਬ ਨਾਲ ਸਾਂਝ ਪਾਉਂਦੇ ਹਾਂ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ। ਇੱਕ ਸੈਕਿੰਡ ਹੋਲਡ ਰੱਖਿਓ। ਅਤੇ ਗੱਲਬਾਤ ਆਪਣੀ ਹੋ ਰਹੀ ਹੈ ਰਾਏਕੋਟ ਤੋਂ ਬਲਵੰਤ ਸਿੰਘ ਢਿੱਲੋਂ ਹੋਰਾਂ ਦੇ ਨਾਲ। ਅਤੇ ਤੁਸੀਂ ਕੋਈ ਗੱਲ ਕਰਨੀ ਹੋਵੇ ਤਾਂ 98-763-09655 'ਤੇ ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ। ਹੈਲੋ, ਲਾਈਨ ਮੇਰੇ ਖਿਆਲ ਕੱਟ ਗਈ, ਮੈਂ ਪਿਕ ਨਹੀਂ ਕਰ ਪਾਇਆ ਟਾਈਮ। ਢਿੱਲੋਂ ਸਾਹਿਬ ਆਵਾਜ਼ ਆ ਰਹੀ ਹੈ? ਹੈਲੋ, ਹਾਂਜੀ ਹੁਣ ਆ ਜਾਓ ਜੀ। ਸਤਿ ਸ਼੍ਰੀ ਅਕਾਲ ਟੋਣਾ ਸਾਹਿਬ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਹੈ? ਠੀਕ ਠਾਕ, ਤੁਸੀਂ ਸੁਣਾਓ ਕਿੱਦਾਂ ਸਿਹਤਾਂ? ਬਸ ਵਧੀਆ, ਮੌਜਾਂ ਮੇਰਾ ਮਾਲਕ ਦੀਆਂ, ਸਭ ਚੜ੍ਹਦੀ ਕਲਾ। ਤੁਹਾਨੂੰ ਆ ਰਿਹਾ ਗਲੋਬਲ ਪੰਜਾਬ ਤੇ? ਗਲੋਬਲ ਤੇ, ਹਾਂ ਸਵੇਰੇ ਗਲੋਬਲ ਤੇ ਹਾਂਜੀ ਆਉਂਦੇ ਆ, ਮਿਲਦੇ ਹਾਂ। ਹੋਰ ਅੱਜ ਕਿੱਦਾਂ ਦੀ ਖਬਰਾਂ ਨੇ? ਸੁਣਾਓ ਅੱਜ ਕੋਈ ਗੱਲਬਾਤ। ਮੈਂ ਖਬਰਾਂ ਦੇਖੋ, ਕਿਸਾਨ ਮੋਰਚੇ ਨੂੰ ਲੈ ਕੇ ਪੂਰੀ ਬੱਲੇ ਬੱਲੇ ਚੱਲ ਰਹੀ ਹੈ, ਪਰ ਹੁਣ ਸਰਵਣ ਸਿੰਘ ਪੰਧੇਰ ਹੋਰਾਂ ਦਾ ਜਿਹੜਾ ਧੜਾ ਉਹ ਕਹਿ ਰਿਹਾ ਕਿ ਸਾਨੂੰ ਜਿਹੜੀ ਰਿੰਗ ਰੋਡ ਪਹਿਲਾਂ ਅਨਾਊਂਸ ਕੀਤੀ ਸੀਗੀ, ਸਰਵਣ ਸਿੰਘ ਪੰਧੇਰ ਗਰੁੱਪ ਕਹਿ ਰਿਹਾ ਕਿ ਅਸੀਂ ਰਿੰਗ ਰੋਡ 'ਤੇ ਹੀ ਜਾਣਾ, ਸਰਕਾਰ ਆਗਿਆ ਦੇਣ ਨੂੰ ਤਿਆਰ ਨਹੀਂ। ਉੱਥੇ ਤਣਾ ਤਣੀ ਹੋ ਸਕਦੀ ਹੈ, ਬਾਕੀ ਕੱਲ੍ਹ ਦੀ ਪਰੇਡ ਬੱਲੇ ਬੱਲੇ ਹੋਣੀ ਆ ਜੀ। ਹਾਂਜੀ, ਮੇਰਾ ਵੀ ਜੀ। ਢਿੱਲੋਂ ਸਾਹਿਬ, ਹਾਂਜੀ ਆਵਾਜ਼ ਟੁੱਟ ਰਹੀ ਹੈ, ਨੈਟਵਰਕ ਦਿੱਕਤ ਕਰਦਾ, ਕੀ ਹੋ ਗਿਆ? ਉਹ ਸਾਡਾ ਕੀ ਕਰੀਏ ਪਿੰਡੂਆਂ ਦਾ ਜੀ। ਨਹੀਂ, ਫਟ ਰਹੀ ਆਵਾਜ਼ ਜੀ। ਚਲੋ ਮੈਂ ਦੁਬਾਰਾ ਲਾਈਨ ਟਰਾਈ ਕਰਦਾ ਪਲੀਜ਼। ਥੈਂਕ ਯੂ, ਮਿਹਰਬਾਨੀ। ਇੱਧਰੋਂ ਮੈਂ ਟਰਾਈ ਕਰਾਂਗਾ ਜੇ ਹੋ ਸਕੇ ਤਾਂ, ਟਾਈਮ ਮਿਲਿਆ। ਅਤੇ ਜਿਹੜੀਆਂ ਨਾਮੀ ਗ੍ਰਾਮੀ ਹਸਤੀਆਂ ਨੇ ਨਾ, ਪ੍ਰੈਗਨੈਂਸੀ ਵੀ ਇਹਨਾਂ ਲਈ ਬਹੁਤ ਵੱਡਾ ਕਾਰੋਬਾਰ ਹੈ। ਸੈਲੀਬ੍ਰਿਟੀ ਦਾ ਮਾਰਕੀਟਿੰਗ ਸਮਝੌਤਾ ਕਰਨ ਵਾਲੀ ਕੰਪਨੀ ਸੋਸ਼ਲ ਸਾਈਟਸ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਸਾਰਾ ਬਾਈਡਨ ਦਾ ਕਹਿਣਾ ਕਿ ਪ੍ਰੈਗਨੈਂਸੀ ਦਾ ਐਲਾਨ ਹੁੰਦਿਆਂ ਇਹ ਸਪੋਂਸਰ ਕਰਨ ਵਾਸਤੇ ਬ੍ਰਾਂਡ ਨੂੰ ਬਹੁਤ ਜ਼ਿਆਦਾ ਫਲਦਾ। ਕੋਈ ਸੈਲੀਬ੍ਰਿਟੀ ਦੀ ਜਿਹੜੀ ਉਸ ਦੀ ਪ੍ਰਸੰਗਕਤਾ ਉਸ ਦੀ ਫੀਸ 'ਤੇ ਨਿਰਭਰ ਕਰਦੀ ਹੈ ਕੋਈ ਕਿੰਨੀ ਹੈ। ਸੋ ਜਿਹੜਾ ਪਹਿਲਾ ਬੱਚਾ ਉਸ ਦੀ ਕੀਮਤ ਦੇ ਵਿੱਚ ਗਿਰਾਵਟ ਆਉਂਦੀ ਹੈ ਪਹਿਲੀ ਸੰਤਾਨ ਤੋਂ ਬਾਅਦ, ਜਾਣੀ ਪਹਿਲੀ ਪ੍ਰੈਗਨੈਂਸੀ ਹੈ ਜਿਹੜੀ, ਪਹਿਲਾ ਬੱਚਾ ਉਸ ਦੀ ਕੈਸ਼ ਕਰਨ 'ਤੇ, ਉਸ ਦੀ ਬ੍ਰਾਂਡਿੰਗ ਕਰਨ 'ਤੇ ਬਹੁਤ ਪੈਸਾ ਦਿੱਤਾ ਜਾਂਦਾ। ਸੋ ਬਾਈਡ ਦਾ ਅਨੁਮਾਨ ਹੈ ਕਿ ਜਿਹੜੇ ਬਾਲੀਵੁੱਡ ਦੇ ਅਦਾਕਾਰ ਨੇ, ਹਾਲੀਵੁੱਡ ਦੇ ਕੈਜ਼ਲੀ ਜੈਨਰ ਜੈਸੀਆਂ ਸੈਲੀਬ੍ਰਿਟੀ ਨੂੰ 7 ਕਰੋੜ ਤੋਂ ਵੀ ਵੱਧ ਆਪਣੀ ਪ੍ਰੈਗਨੈਂਸੀ ਕਰਾਰਨਾਮੇ ਦਾ ਲੈਂਦੀਆਂ ਨੇ। 1948 ਦੇ ਵਿੱਚ ਬਕਿੰਗਮ ਪੈਲਸ ਹੈ ਜਿਹੜਾ, ਜਿੱਥੇ ਇੰਗਲੈਂਡ ਦਾ ਸ਼ਾਹੀ ਪਰਿਵਾਰ ਰਹਿੰਦਾ ਹੈ, ਉਹਨਾਂ ਦਾ ਇੱਕ ਸਪਸ਼ਟ ਜਿਹਾ ਬਿਆਨ ਆਇਆ ਸੀ ਕਿ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਜੂਨ ਦੇ ਅੰਤ ਤੱਕ ਕਿਸੇ ਵੀ ਜਨਤਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋਵੇਗੀ, ਕਿਉਂਕਿ ਉਸ ਵਕਤ ਉਹ ਪ੍ਰੈਗਨੈਂਟ ਸੀ, ਗਰਭਵਤੀ ਸੀ, ਉਸਦੇ ਪੈਰ ਭਾਰੀ ਸੀਗੇ ਬਰਤਾਨੀਆ ਦੀ ਮਹਾਰਾਣੀ ਦੇ। 1948 ਦੇ ਵਿੱਚ ਬਾਅਦ ਦੇ ਵਿੱਚ ਨਾਮੀ ਗ੍ਰਾਮੀ ਹਸਤੀਆਂ ਦਾ ਗਰਭ ਧਾਰਨ ਦਾ ਮੌਕਾ ਬੇਹੱਦ ਆਕਰਸ਼ਕ ਕਾਰੋਬਾਰ ਬਣ ਗਿਆ। ਵੱਡੀਆਂ ਹਸਤੀਆਂ ਪ੍ਰੈਗਨੈਂਟ ਹੋਣ ਦੀ ਖਬਰ ਅਕਸਰ ਵਿਗਿਆਪਨ ਦੇ ਰੂਪ ਦੇ ਵਿੱਚ, ਇਸ਼ਤਿਹਾਰ ਰੂਪ ਦੇ ਵਿੱਚ ਦਿੰਦੀਆਂ ਸੀ। ਇਸ ਖੇਤਰ ਦਾ ਸਭ ਤੋਂ ਜ਼ਿਆਦਾ ਜਿਹੜਾ ਵਿਗਿਆਪਨ, ਇਸ਼ਤਿਹਾਰ ਪ੍ਰੈਗਨੈਂਸੀ ਟੈਸਟ ਅਤੇ ਪ੍ਰੋਡਕਟ ਦੇ ਨਾਲ ਜੁੜੀਆਂ ਕੰਪਨੀਆਂ ਦੇ ਹੁੰਦੇ ਸੀ। ਪ੍ਰੈਗਨੈਂਸੀ ਟੈਸਟ ਕਰਨ ਵਾਲੀ ਕੰਪਨੀ ਕਿਊਲ ਰਿਵਿਊ ਅਤੇ ਹੋਰ ਬ੍ਰਾਂਡ ਇਸ ਮੁਕਾਬਲੇ ਦੇ ਵਿੱਚ ਕਾਫੀ ਅੱਗੇ ਆਏ। ਅਤੇ
ਉਹ ਬ੍ਰਾਂਡ ਨੇ ਜਿਹੜੇ ਆਪਣਾ ਸੌਦਾ ਇਹਨਾਂ ਲੋਕਾਂ ਦੇ ਨਾਲ ਮਿਲ ਕੇ ਵੇਚਦੇ ਨੇ। ਸੋ ਫਸਟ ਰਿਸਪੌਂਸ ਤਾਂ ਪ੍ਰੈਗਨੈਂਸੀ ਦੀਆਂ ਜਿਹੜੀਆਂ ਐਲਾਨ ਹੁੰਦਿਆਂ ਹੀ ਸਪੋਂਸਰ ਕੀਤਾ ਜਾਂਦਾ। ਸੋ ਗਰਭਵਤੀ ਮਹਿਲਾਵਾਂ, ਕੱਪੜੇ ਵੇਚਣ ਵਾਲੇ ਜਿਹੜੇ ਵੈਲੀ ਬੈਂਡਟਸ ਨੇ, ਫਾਰਮੂਲਾ ਜਿਹੜੇ ਐਨਫੇਮਲ ਨੇ, ਜਾਂ ਗਰਭ ਨਾਲ ਜਿਹੜੀ ਕਾਰਡ ਹੈ ਉਹਦੇ ਖੂਨ ਦੀ ਬੈਂਕਿੰਗ ਕੰਪਨੀ ਆ CBR, ਇਹ ਜਿਹੜੀਆਂ ਜਾਣੀ ਕਿ ਬੱਚਿਆਂ ਦੇ ਜਨਮ ਨਾਲ ਜੁੜੀਆਂ ਚੀਜ਼ਾਂ ਨੇ, ਉਹਨਾਂ ਦਾ ਇਹ ਲੋਕ ਕਾਰੋਬਾਰ ਕਰਦੇ ਨੇ ਕਿ ਬੱਚੇ ਦੇ ਜਨਮ ਦੇ ਮੌਕੇ ਕੀ ਕੀ ਖਾਣਾ ਚਾਹੀਦਾ, ਕੀ ਕੀ ਪਹਿਨਣਾ ਚਾਹੀਦਾ, ਕੀ ਕੀ ਕਰਨਾ ਚਾਹੀਦਾ ਹੈ। ਸੋ ਉਹ ਫਿਰ ਜਦੋਂ ਕੋਈ ਸੈਲੀਬ੍ਰਿਟੀ ਪ੍ਰੈਗਨੈਂਟ ਹੁੰਦੀ ਹੈ ਉਹਦੇ ਨਾਲ ਉਹ ਕਰਾਰ ਕਰਦੇ ਨੇ ਅਤੇ ਫਿਰ ਉਹਦੀ ਜਿਹੜੀ ਹੈ ਮਾਰਕੀਟਿੰਗ ਕਰਦੇ ਨੇ। ਸੋ ਇੰਸਟਾਗ੍ਰਾਮ 'ਤੇ 40 ਲੱਖ ਫਾਲੋਅਰਸ ਵਾਲੀ ਬ੍ਰਿਟਿਸ਼ ਮਾਡਲ ਹੈ ਜਿਹੜੀ ਇਸਕਰਾ ਲਾਰੈਂਸ, ਉਸਨੇ ਆਪਣੀ ਪ੍ਰੈਗਨੈਂਸੀ ਦੀ ਖਬਰ ਫਸਟ ਰਿਸਪੌਂਸ ਵੈਬਸਾਈਟ ਨੂੰ ਦਿੱਤਾ ਸੀਗਾ ਅਤੇ ਉਸਨੇ ਆਪਣੀ ਫੀਸ ਦਾ ਜਿਹੜਾ ਤਕਰੀਬਨ ਵੱਧ ਤੋਂ ਵੱਧ ਹਿੱਸਾ 14 ਲੱਖ ਰੁਪਏ ਸੀ, ਉਹ 2 ਪ੍ਰਸ਼ੰਸਕਾਂ ਨੂੰ ਜੋ ਕਿ ਬਾਂਝ ਸਨ, ਸੰਤਾਨਹੀਣ ਸਨ, ਉਹਨਾਂ ਦਾ ਇਲਾਜ ਕਰਾਉਣ ਦੇ ਲਈ ਦਿੱਤਾ। ਜਾਣੀ ਕਿ ਆਪਣੀ ਜਿਹੜੀ ਫੀਸ ਦੀ ਸੀ ਉਸ ਦਾ ਜਿਹੜਾ ਜ਼ਿਆਦਾਤਰ ਹਿੱਸਾ 14 ਲੱਖ ਰੁਪਏ ਦੇ ਕਰੀਬ ਬਾਂਝ ਲੋਕਾਂ ਦੇ ਵਾਸਤੇ, ਜੋ ਉਹਦੇ ਪ੍ਰਸ਼ੰਸਕ ਸੀਗੇ, ਉਹਨਾਂ ਵਾਸਤੇ ਡੋਨੇਟ ਕੀਤਾ। ਸੋ ਡਾਇਰੈਕਟ ਯੂਨੀਵਰਸਿਟੀ ਦੇ ਕਾਨੂੰਨ ਅਤੇ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਰੀਨੀ ਕ੍ਰੇਮਰ ਕਹਿੰਦੀ ਹੈ ਕਿ ਸੈਲੀਬ੍ਰਿਟੀ ਮਾਤਾਵਾਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਬ੍ਰਾਂਡ ਦੇ ਮਾਧਿਅਮ ਦੇ ਨਾਲ ਉਦਾਹਰਨ ਪੇਸ਼ ਕਰਦੀਆਂ ਨੇ। ਜਿਹੜੇ ਆਮ ਲੋਕ ਨੇ ਉਹਨਾਂ ਦੀ ਜ਼ਿੰਦਗੀ 'ਤੇ ਇਸ ਦਾ ਬਹੁਤ ਅਸਰ ਪੈਂਦਾ, ਜਾਣੀ ਉਹ ਵੀ ਉਹਨਾਂ ਚੀਜ਼ਾਂ ਨੂੰ ਖਰੀਦਦੇ ਨੇ। ਸੋ ਐਸਟਨ ਯੂਨੀਵਰਸਿਟੀ ਬਰਮਿੰਘਮ ਦੇ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਐਲਿਸ ਕੈਸ਼ਮੋਰ ਦਾ ਕਹਿਣਾ ਕਿ ਸੈਲੀਬ੍ਰਿਟੀ ਆਪਣਾ ਜੀਵਨ ਸਮਾਰਟਫੋਨ ਐਪ ਦੇ ਨਾਲ ਜੋੜ ਚੁੱਕੇ ਨੇ। ਸੋ ਉਹ ਜਿਵੇਂ ਕੈਮਿਓ ਵਰਗੇ ਐਪ 'ਤੇ ਜਾਣ ਦਾ ਵੀ ਪੈਸਾ ਲੈਂਦੇ ਨੇ। ਸੋ ਲਿਹਾਜ਼ਾ ਉਹਨਾਂ ਦਾ ਜੀਵਨ ਦੇ ਵਿੱਚ ਹਰ ਪੱਖ ਤੋਂ ਪੈਸਾ ਕਮਾਉਣਾ ਹੁੰਦਾ ਹੈ। ਸੋ ਮਾਡਲ ਲਾਰੈਂਸ ਕਹਿੰਦੀ ਹੈ ਕਿ ਨਾਮੀ ਗ੍ਰਾਮੀ ਜਿਹੜੇ ਲੋਕ ਨੇ, ਆਪਣੀ ਫੈਨ ਫਾਲੋਇੰਗ ਉਹਨਾਂ ਨੇ ਬਣਾਈ ਹੋਈ ਹੈ। ਸੋ ਉਹ ਕੰਟੈਂਟ ਬਣਾਏ ਰੱਖਣ ਦਾ ਦਬਾਅ ਉਹਨਾਂ 'ਤੇ ਹੁੰਦਾ ਹੈ। ਸੋ ਐਕਟਰੈਸ ਜੋਨੀ ਮੋਲਨ ਦੱਸਦੀ ਹੈ ਕਿ ਲੋਕ ਉਹਦੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਚਾਹੁੰਦੇ ਨੇ। ਡਾਕਟਰ ਕਾਸ਼ਮੀਰ ਦਾ ਕਹਿਣਾ ਕਿ ਜਦੋਂ ਐਲਾਨੇ ਹੋਏ ਜਾਣੀ ਪ੍ਰੈਗਨੈਂਸੀ ਜਿਹਨਾਂ ਦੀ ਹੁੰਦੀ ਹੈ, ਉਹਨਾਂ ਦਾ ਜੇ ਗਰਭਪਾਤ ਹੋ ਜਾਂਦਾ ਜਾਂ ਕਿਸੇ ਕਾਰਨ ਉਹ ਖਤਮ ਹੋ ਜਾਂਦੇ ਨੇ, ਇਹ ਸਭ ਤੋਂ ਵੱਡੀ ਖਬਰ ਬਣਦੀ ਹੈ। ਸੋ ਵਿਸ਼ੇਸ਼ਕ ਜਿਹੜੇ ਨਿਮਾਰ ਨੇ ਮੰਨਦੇ ਨੇ ਕਿ ਘੱਟੋ ਘੱਟ 12 ਸਪਤਾਹ ਤੱਕ ਗਰਭ ਧਾਰਨ ਦੀ ਜਿਹੜੀ ਹੈ ਐਲਾਨਨਾਮਾ ਘੋਸ਼ਣਾ ਨਹੀਂ ਕਰਨੀ ਚਾਹੀਦੀ। ਸੋ ਇੱਕ ਪਾਸੇ ਸਾਡੇ ਵਰਗੇ ਮੁਲਕਾਂ ਦੇ ਹਾਲਾਤ ਸੀ ਕਿ ਮੱਕੀ ਦੀਆਂ ਰੋਟੀਆਂ ਅਤੇ ਅੰਬ ਦੀਆਂ ਫਾੜੀਆਂ, ਪੈ ਗਿਆ ਮੰਦਵਾੜਾ ਰੰਨਾ ਪੇਕੀ ਵਾੜੀਆਂ, ਹੈ ਨਾ। ਅਤੇ ਦੂਸਰਾ 2 ਮੌਕੇ ਹੁੰਦੇ ਆ ਜਦੋਂ ਗਰਭ ਧਾਰਨ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਖਾਸ ਕਰਕੇ ਸਾਉਣ ਮਹੀਨੇ ਦੇ ਨਾਲ ਵੀ ਇਹਦਾ ਕੰਸੈਪਟ ਜੁੜਦਾ ਹੈ। ਕੁਝ ਮਹੀਨਿਆਂ ਦੇ ਦੌਰਾਨ ਖਾਸ ਕਰਕੇ ਇਹਦੇ 'ਚ ਫਿਰ ਕਿਹਾ ਜਾਂਦਾ ਕਿ ਕੱਤਕੀ ਜਵਾਕ ਪੈਦਾ ਹੋ ਗਿਆ। ਕੱਤਕੀ ਜਵਾਕ ਨੂੰ ਮਾੜਾ ਕਿਉਂ ਸਮਝਿਆ ਜਾਂਦਾ? ਕਾਰਨ ਕਿ ਉਦੋਂ ਕਣਕ ਦੀ ਬਿਜਾਈ ਦਾ ਵਕਤ ਹੁੰਦਾ ਹੈ। ਉਦੋਂ ਕਿਸੇ ਪੰਜਾਬਣ ਦੇ ਜੇ ਪੈਰ ਭਾਰੀ ਹੋ ਜਾਂਦੇ ਤੇ ਕਹਿੰਦਾ ਬਿਪਤਾ ਪੈ ਗਈ ਯਾਰ, ਕਿਹੜੇ ਕੰਮ ਪੈ ਗਏ? ਉਹ ਤਾਂ ਕੰਮ ਦੀ ਲੋੜ ਹੈ, ਪੱਠਾ ਦੱਥਾ ਕਰਨ ਦੀ ਲੋੜ ਹੈ, ਅਤੇ ਪੈਰ ਭਾਰੇ ਕਰੀ ਬੈਠੀ ਹੈ। ਸੋ ਕਿਉਂਕਿ ਕੱਤਕ ਜੱਟ ਨੂੰ ਪਈ ਵਿਆਹੀ ਮੋਈ ਮਾਂ ਭੜੋਲੇ ਪਾਈ, ਅਤੇ ਇਹ ਜਿਹੜੇ ਕਈ ਸਾਰੇ ਕਾਰਨ ਸੀ ਨਾ। ਅਤੇ ਕੁਝ ਮਹੀਨੇ ਨਾ ਫਿਰ ਜਿਹੜੀਆਂ ਨੂੰਹਾਂ ਸੀ ਉਹਨਾਂ ਨੂੰ ਜਬਰੀ ਜਾਂ ਮੰਦਹਾਲੇ ਦੀ ਕਾਰਨ ਜਿਹੜਾ ਪੇਕੀ ਭੇਜ ਦਿੰਦੇ ਸੀਗੇ, ਤਾਂ ਜੋ ਉਹਨਾਂ ਦੀ ਪ੍ਰੈਗਨੈਂਸੀ ਇਹਨਾਂ ਮਹੀਨਿਆਂ ਦੇ ਦੌਰਾਨ ਨਾ ਆਵੇ ਜਦੋਂ ਕੰਮ ਦੀ ਤਾੜ ਹੋਵੇ। ਬਾਕੀ ਠੀਕ ਹੈ, ਜਿਹੜਾ ਮਹਾਜਨ ਵਰਗ ਹੈ ਉਹਨੂੰ ਤਾਂ ਬਹੁਤਾ ਫਰਕ ਨਹੀਂ ਪੈਂਦਾ, ਪਰ ਆਮ ਲੋਕ ਸੀ ਜਿਹੜਾ ਉਹਨਾਂ ਦੀ ਰੋਜ਼ਮर्रा 'ਤੇ ਇਸ ਦਾ ਬਹੁਤ ਅਸਰ ਪੈਂਦਾ ਸੀਗਾ। ਸੋ ਜਿਸ ਕਰਕੇ ਉਹ ਉਹਨਾਂ ਮਹੀਨਿਆਂ ਦੇ ਦੌਰਾਨ ਮਤਲਬ ਸਾਉਣ ਦਾ ਮਹੀਨਾ ਮੰਜੇ ਡਾਈਏ ਨਾਵੇ ਜੋੜ ਕੇ, ਵਗਣ ਪਰਨਾਲੇ ਮੀਂਹ ਲੈ ਨਾ ਜਾਵੇ ਰੋੜ ਕੇ, ਉਹ ਤਾਂ ਇੱਕ ਮਿੱਥ ਸੀ, ਹੈ ਨਾ। ਸਾਉਣ ਦੇ ਮਹੀਨੇ ਜਿਹੜੀਆਂ ਜ਼ਿਆਦਾਤਰ ਔਰਤਾਂ ਸੀ ਉਹ ਫਿਰ ਪੇਕੀ ਜਾਂਦੀਆਂ ਸੀਗੀਆਂ, ਹੈ ਨਾ। ਵਿਆਹੁਤਾਂ ਜਿਹੜੀਆਂ ਹੁੰਦੀਆਂ ਸੀ, ਸਾਉਣ, ਭਾਦੋਂ, ਅੱਸੂ, ਕੱਤਾ, ਮੱਘਰ, ਪੋਹ, ਮਾਘ, ਫੱਗਣ, ਚੇਤ, ਅੱਗੇ 9ਵਾਂ ਮਹੀਨਾ ਆ ਗਿਆ। ਹੁਣ ਚੇਤ ਵਾਢੀਆਂ ਦਾ ਮੌਸਮ ਹੈ। ਇੱਕ ਪਾਸੇ ਕੱਤਕ 'ਚ ਗੁਰੇਜ਼ ਕੀਤਾ ਜਾਂਦਾ ਕਿ ਨਿਆਣਾ ਪੈਦਾ ਹੋ ਗਿਆ ਤਾਂ ਕੱਤਕ ਹੀ ਹੈ, ਮਾੜਾ ਹੈ, ਕੰਮ ਦੇ ਵੇਲੇ ਆ ਗਿਆ, ਕੰਮ 'ਚ ਕਢਾਵਾਂ। ਦੂਜੇ ਪੱਖੇ ਸਾਉਣ ਮਹੀਨੇ ਇਸੇ ਕਰਕੇ ਸੀਗਾ ਕਿ ਸਾਉਣ ਮਹੀਨੇ ਮੰਜੀਆਂ ਅੱਡ ਅੱਡ ਹੋਣ ਭਾਈ, ਜਾਣੀ ਕਿ ਆਪਸੀ ਮਿਲਾਨ ਤੋਂ ਗੁਰੇਜ਼ ਕੀਤਾ ਜਾਵੇ, ਕਨਸੀਵਿੰਗ ਤੋਂ। ਸੋ ਇਸ ਕਰਕੇ ਸਾਉਣ ਮਹੀਨੇ ਦੇ ਵਿੱਚ ਔਰਤਾਂ ਨੇ ਜਿਹੜਾ ਇਹ ਮਿੱਥ ਆ ਗਈ ਕਿ ਸਾਉਣ ਮਹੀਨੇ ਔਰਤਾਂ ਨੇ ਨਾ ਜਿਹੜੀਆਂ ਨੂੰਹਾਂ, ਉਹਨੇ ਸੱਸ ਦੇ ਮੱਥੇ ਨਹੀਂ ਲੱਗਣਾ। ਸੱਸ ਦੇ ਮੱਥੇ ਲੱਗਣ ਦਾ ਕੀ ਕਾਰਨ ਸੀਗਾ?
ਕਿਉਂਕਿ ਛੋਟੇ ਛੋਟੇ ਘਰ ਹੁੰਦੇ ਸੀ, ਵੱਡੇ ਵੀ ਹੋਣ। ਹੁਣ ਜਦੋਂ ਨੂੰਹ ਰਾਣੀ ਸਹੁਰੇ ਰਹਿੰਦੀ ਹੈ ਅਤੇ ਸੱਸ ਨੂੰ ਤਾਂ ਮਿਲੇਗੀ ਉਹ ਮਿਲੇਗੀ। ਉੱਥੇ ਫਿਰ ਇਹ ਮਿੱਥ ਬਣਾ ਦਿੱਤੀ ਗਈ, ਇਹ ਇੱਕ ਵਹਿਮ ਬਣਾ ਦਿੱਤਾ, ਟੈਬੂ ਹੋ ਗਿਆ ਇਹ, ਕਿ ਇਹ ਜਿਹੜਾ ਹੈਗਾ ਕਿ ਸੱਸ ਦੇ ਮੱਥੇ ਨੂੰਹ ਨਹੀਂ ਲੱਗੇਗੀ, ਇੱਕ ਭਾਈ ਤੂੰ ਜਾ ਪੇਕਿਆਂ ਨੂੰ। ਅਤੇ ਉਹ ਫਿਰ ਗੀਤ ਨਹੀਂ ਆਉਂਦਾ, ਜੱਟ ਬਹਿ ਗਿਆ ਪੁਲਾਂ 'ਤੇ ਅੱਗ ਬਾਲ ਜੱਟੀਏ, ਜਦੋਂ ਜਾਊਗਾ ਲਿਜਾਊ ਤੈਨੂੰ ਜਾਲ ਨਾਲ ਜੱਟੀਏ, ਹੈ ਨਾ। ਮੁੰਡਾ ਮੰਗੇ ਮਸਰਾਂ ਦੀ ਦਾਲ ਨਹੀਂ ਮਾਏ, ਕੋਈ ਕਰਕੇ ਬਹਾਨਾ ਇਹਨੂੰ ਟਾਲ ਨਹੀਂ ਮੈਂ। ਸੋ ਮਸਰਾਂ ਦੀ ਦਾਲ ਖਾਂਦੇ ਹੱਦੀਆਂ ਨੂੰ ਨਾ ਫਿਰ ਮਸਰ ਨਹੀਂ ਮਿਲਦੇ, ਹੈ ਨਾ। ਸੋ ਇਸ ਕਰਕੇ ਉਹ ਜਾਂਦੀ ਨਹੀਂ। ਉਹ ਕਦੇ ਕਹਿੰਦਾ ਸਾਡਾ ਚੁਬਾਰਾ ਢਹਿ ਗਿਆ, ਕਦੇ ਕਹਿੰਦਾ ਉਹ ਹੋ ਗਿਆ, ਕਦੇ ਕਹਿੰਦਾ ਉਹ ਹੋ ਗਿਆ। ਇਹਦਾ ਕਾਰਨ ਇਹੀ ਸੀਗਾ, ਮਤਲਬ ਕਿ ਸਾਨੂੰ ਪ੍ਰੈਗਨੈਂਸੀ ਦੇ ਵਿੱਚ ਇਹ ਜਿਹੜੀ ਪ੍ਰੋਬਲਮ ਅੱਗੇ ਆਉਂਦੀ ਸੀ ਕਿ ਸਾਉਣ ਮਹੀਨੇ ਦੇ ਵਿੱਚ ਅਗਰ ਪ੍ਰੈਗਨੈਂਸੀ ਹੁੰਦੀ ਹੈ ਅਤੇ ਫਿਰ ਬੱਚਾ ਕੱਤਕ ਜਾ ਕੇ ਅੱਗੇ ਚੇਤ ਵਿਸਾਖ 'ਚ ਜੰਮਦਾ, ਜਦੋਂ ਵਾਢੀਆਂ ਪੂਰੀਆਂ ਸਿਖਰ 'ਤੇ ਨੇ ਅਤੇ ਕੰਮ ਦੀ ਪੂਰੀ ਤਾੜ ਹੈ। ਉਦੋਂ ਫਲਿਆਂ ਨਾਲ ਖੇਤੀ ਹੁੰਦੀ ਸੀ, ਮਸਾਂ ਬੰਦਾ ਲੱਭਦਾ ਹੁੰਦਾ ਸੀਗਾ ਕੰਮ ਵਾਲਾ, ਹੈ ਨਾ। ਸੋ ਇਸ ਕਰਕੇ ਇਹ ਕਾਰਨ ਸੀਗੇ। ਹੁਣ ਸਾਡੇ ਪੰਜਾਬ ਦੇ ਵਿੱਚ ਤਾਂ ਪ੍ਰੈਗਨੈਂਸੀ ਇੱਦਾਂ ਪੀੜਤ ਰਹੀ ਹੈ ਨਾ। ਅਸੀਂ ਤਾਂ ਮਾਂ ਨੂੰ ਵੀ ਭੜੋਲੇ ਪਾ ਦਿੰਦੇ ਹਾਂ, ਇੰਨੇ ਕਿਰਤੀ ਲੋਕ ਹਾਂ ਅਸੀਂ। ਵਰਕ ਸਾਡੇ ਲਈ ਵਰਸ਼ਿਪ ਸੀਗਾ, ਕਿਰਤ ਕਰੋ ਨਾਮ ਜਪੋ ਵੰਡ ਸਕੋ ਸੀ। ਸੋ ਗੁਰੂ ਨਾਨਕ ਸਾਹਿਬ ਦੇ ਨਾਲ ਵੀ ਇਹੀ ਜੋੜ ਦਿੱਤਾ ਗਿਆ ਕਿ ਉਹ ਕੱਤਕ 'ਚ ਪੈਦਾ ਹੋਏ, ਹੈ ਨਾ। ਹਾਲਾਂਕਿ ਵਿਸਾਖ ਕੱਤਕ ਕਿਤਾਬ ਵੀ ਹੈ ਕਰਮ ਸਿੰਘ ਹਿਸਟੋਰੀਅਨ ਦੀ। ਸੋ ਇਸ ਕਰਕੇ ਜਿਹੜਾ ਹੈ ਕੱਤਕ ਦੀ ਪੂਰਨਮਾਸ਼ੀ, ਮੇਲਾ ਨਨਕਾਣੇ ਦਾ, ਉਹ ਗੱਲਾਂ ਜੁੜ ਗਈਆਂ, ਗੀਤ ਜੁੜ ਗਏ ਕਿ ਗੁਰੂ ਨਾਨਕ ਸਾਹਿਬ ਕੱਤਕ 'ਚ ਪੈਦਾ ਹੁੰਦੇ ਨੇ, ਹੈ ਨਾ। ਸੋ ਇਹ ਕੁਝ ਇੱਕ ਮਿੱਥਾਂ ਇਸ ਦੇ ਵਿੱਚ ਜੁੜਦੀਆਂ ਨੇ ਕਿ ਇਹਨਾਂ ਮਹੀਨਿਆਂ ਦੇ ਦੌਰਾਨ, ਕਿਉਂਕਿ ਕੱਤਕ ਜਿਹੜਾ ਹੈਗਾ ਬਿਜਾਈ ਦਾ ਵਕਤ ਹੈ ਅਤੇ ਅੱਗੋਂ ਜਿਹੜਾ ਵਿਸਾਖ ਹੈਗਾ, ਜਿਹੜਾ ਚੇਤ ਵਿਸਾਖ, ਉਹ ਵਾਢੀਆਂ ਦਾ ਵਕਤ ਹੈ। ਸੋ ਇਹ ਮਹੀਨਿਆਂ ਦੇ ਵਿੱਚ ਖਾਸ ਕਰਕੇ ਬੱਚੇ ਜੰਮਣ ਤੋਂ ਗੁਰੇਜ਼ ਕੀਤਾ ਜਾਂਦਾ ਸੀ ਕਿ ਇਹ ਰੁਝਾਨ ਰੋਕਣਾ ਚਾਹੀਦਾ। ਅਤੇ ਇਸ ਦੇ ਨਾਲ ਕੁਝ ਵਿਰਾਸਤ ਦੀ ਗੱਲ ਵੀ ਤੁਹਾਡੇ ਨਾਲ ਸਾਂਝੀ ਕਰੀਏ, ਅਤੇ ਇੱਕ ਗੀਤ ਤੁਹਾਨੂੰ ਜ਼ਰੂਰ 2 ਬੋਲ ਸੁਣਾਉਣੇ ਆ, ਅਤੇ ਉਸ ਤੋਂ ਬਾਅਦ ਫਿਰ ਆਪ ਦਾ ਸਵਾਗਤ ਰਹੇਗਾ। ਜ਼ਿੰਦਗੀ ਦੇ ਰੰਗਾਂ ਅਤੇ ਆਵਾਜ਼ਾਂ ਤਿਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਤੁਸੀਂ ਜੁੜੇ ਹੋ ਟਿਵਾਣਾ ਰੇਡੀਓ ਦੇ ਨਾਲ, ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ। ਮੈਂ ਪਰਮਿੰਦਰ ਸਿੰਘ ਟਿਵਾਣਾ, ਅਤੇ ਹੁਣ ਤੁਹਾਡੇ ਤੋਂ ਇੱਥੇ ਹੀ ਵਿਦਾ ਚਾਹਾਂਗਾ। ਸੋ ਭਾਰਤੀ ਸਮਾਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ, ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਲਾਈਵ ਪ੍ਰੋਗਰਾਮ ਹੁੰਦਾ। ਇਸ ਤੋਂ ਬਾਅਦ ਤੁਸੀਂ ਰਿਪੀਟ ਪ੍ਰੋਗਰਾਮ ਨੂੰ ਸੁਣਦੇ ਹੋ 2 ਕੁ ਵਾਰੀ। ਅਤੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਵੰਨਗੀਆਂ ਹੁੰਦੀਆਂ ਨੇ, ਸਿਆਸਤ ਵਿਰਾਸਤ ਦੀ ਗੱਲ ਹੁੰਦੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਰਹੇਗੀ। ਅਤੇ ਅਮਰੀਕਾ ਦੇ ਵਿੱਚ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਫ਼ੋਨ ਨੰਬਰ 6679309260 ਦੇ ਜ਼ਰੀਏ ਕਾਲ ਟੂ ਲਿਸਨ ਨੰਬਰ 'ਤੇ ਕਾਲ ਕਰਕੇ ਸੁਣ ਸਕਦੇ ਹੋ, 667 930 9260। ਜਾਂ ਸਾਡੀਆਂ ਐਪਸ ਤੁਸੀਂ ਆਈਫੋਨ ਅਤੇ ਐਂਡਰਾਇਡ ਤੋਂ ਜ਼ਰੂਰ ਡਾਊਨਲੋਡ ਕਰੋ। ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ, ਰਿਕਾਰਡਡ ਮੈਸੇਜ ਆ ਤਾਂ 98 763 09655 'ਤੇ ਛੱਡਿਆ ਜਾ ਸਕਦਾ, ਜਾਂ ਮੇਰੇ ਆਪਣੇ ਸੈੱਲ ਫੋਨ 'ਤੇ ਵੀ ਮੈਸੇਜ ਕਰ ਸਕਦੇ ਹੋ ਅਤੇ ਰਿਕਾਰਡਡ ਮੈਸੇਜ ਛੱਡ ਸਕਦੇ ਹੋ। ਤੁਹਾਡੀ ਐਬਸੈਂਟ ਦੇ ਵਿੱਚ ਚਲਾਇਆ ਜਾ ਸਕਦਾ ਜੇ ਤੁਸੀਂ ਚਾਹੁੰਦੇ ਹੋ ਕਿਸੇ ਵਿਸ਼ੇ 'ਤੇ ਗੱਲ ਕਰਨਾ। ਅਤੇ ਇਸ ਦੇ ਨਾਲ ਹੀ ਵਕਤ ਵਿਦਾਇਗੀ ਦਾ, ਅਤੇ tiwanaradio.com ਵੈਬਸਾਈਟ 'ਤੇ ਵੀ ਆਪ ਜੀ ਜਾ ਸਕਦੇ ਹੋ। ਕੋਈ ਸਹਾਇਤਾ ਸਪੋਰਟ ਕਰਨੀ ਚਾਹੁੰਦੇ ਹੋ ਤਾਂ ਆਪ ਦਾ ਸਵਾਗਤ ਹੈ। ਸੰਪਰਕ ਨੰਬਰ ਆਪ ਜੀ ਨੂੰ ਡਿਟੇਲ ਉੱਥੇ ਮਿਲੇਗੀ। ਸੋ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਇੱਥੇ ਹੀ ਦਿਓ ਆ ਗਿਆ। ਸਤਿ ਸ਼੍ਰੀ ਅਕਾਲ।